तो ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸਹਿਜ ਪਾਠ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਨਾਜਰ ਸਿੰਘ ਜੀ ਦੇ ਪਰਿਵਾਰ ਵੱਲੋਂ ਪ੍ਰਾਰੰਭ ਕੀਤੇ ਸਨ। ਉਪਰੰਤ ਜੋ ਪੁਰਾਤਨ ਮਰਜ਼ਾਦਾ ਮਹਾਂਪੁਰਸ਼ਾਂ ਨੇ ਚਲਾਈ ਹੋਈ ਹੈ, ਉਸ ਮਰਜ਼ਾਦਾ ਦੇ ਅਨੁਸਾਰ ਖੁੱਲ੍ਹੇ ਪੰਡਾਲ ਵਿੱਚ ਭੋਗ ਪਾਏ ਗਏ ਨੇ। ਸੋ ਥੋੜ੍ਹਾ ਸਮਾਂ ਜੀਵਨ ਦੇ ਮਿਲੇ ਸਵਾਸਾਂ ਨੂੰ ਸਫਲ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ ਉਹਨਾਂ ਨੂੰ ਤਰੱਕੀ ਕਰਨ ਦਾ ਸਮਾਂ ਪਰਮੇਸ਼ਰ ਬਖਸ਼ਦਾ ਹੈ। ਜਿਨ੍ਹਾਂ ਦੇ ਮੰਦ ਕਰਮ ਹੁੰਦੇ ਨੇ ਉਹਨਾਂ ਨੂੰ ਸਮਾਜ ਵਿੱਚ ਵੀ ਘਾਟ ਰਹਿੰਦੀ ਹੈ ਅਤੇ ਧਾਰਮਿਕ ਪੱਖ ਵਿੱਚ ਵੀ ਘਾਟ ਰਹਿੰਦੀ ਹੈ। ਜਿਨ੍ਹਾਂ ਦੇ ਕਰਮ ਬੁਲੰਦ ਹੁੰਦੇ ਨੇ ਉਹਨਾਂ ਨੂੰ ਸਮਾਜਿਕ ਪੱਖ ਵਿੱਚ ਭਾਵੇਂ ਘਾਟ ਰਹਿ ਜਾਵੇ, ਵੈਸੇ ਤਾਂ ਜਿਹੜੇ ਗੁਰੂ 'ਤੇ ਵਿਸ਼ਵਾਸ ਰੱਖਣ ਵਾਲੇ ਗੁਰਮੁਖ ਹੁੰਦੇ ਨੇ ਉਹਨਾਂ ਨੂੰ ਸਮਾਜਿਕ ਪੱਖ ਵਿੱਚ ਵੀ ਘਾਟ ਨਹੀਂ ਰਹਿੰਦੀ। ਪਰ ਫਿਰ ਵੀ ਜੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਜ਼ਿਕਰ ਹੈ, ਬਸਦਾ ਟੂਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇਠ ਧਨ ਰੂਪਹੀਣ ਕੇ ਸਾਖ ਨ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨਾ। ਐਸੇ ਪੁਰਖ ਨੂੰ ਭਾਵੇਂ ਕੋਈ ਸਤਿਕਾਰ ਦਿੰਦਾ ਹੋਵੇ ਜਾਂ ਨਾ ਦਿੰਦਾ ਹੋਵੇ, ਬਹੁਤ ਚੰਗੇ ਮਹਿਲ ਮਾੜੀਆਂ ਮਕਾਨ ਹੋਣ ਜਾਂ ਨਾ ਹੋਣ, ਉਸ ਪੁਰਖ ਜਿਹੜੇ ਨਾਮ ਨਾਲ ਭਿੱਜੀ ਹੋਈਆਂ ਆਤਮਾ ਨੇ ਉਹਨਾਂ ਦੀ ਧੂੜ ਮਿਲ ਜਾਵੇ, ਪਰਮੇਸ਼ਰ ਦੀ ਖੁਸ਼ੀ ਹੁੰਦੀ ਆ। ਰਾਜਨੀਤਿਕ ਸਮੇਂ ਦੇ ਅੰਦਰ ਅਗਰ ਕਿਸੇ ਨੂੰ ਰਾਜੇ ਦਾ ਮਿਲਾਪ ਹੋ ਜਾਵੇ, ਉਹਨੂੰ ਸਮਾਜ ਵਿੱਚ ਵੀ ਸਾਰੇ ਸੁੱਖ ਨਹੀਂ ਮਿਲ ਸਕਦੇ। ਜਿਹਨੂੰ ਧਾਰਮਿਕ ਪੱਖ ਦੇ ਅੰਦਰ ਕਿਸੇ ਨੂੰ ਧਾਰਮਿਕ ਰਸਤਾ ਸਹੀ ਪ੍ਰਾਪਤ ਹੋ ਜਾਵੇ, ਉਹਨੂੰ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਸੰਸਾਰ ਵਿੱਚ ਬੜੀ ਦੁਨੀਆ ਆਉਂਦੀ ਹੈ, ਗਿਣਤੀ ਨਹੀਂ ਹੈ ਕੋਈ। ਨਾ ਤਾਂ ਮਨੁੱਖਾਂ ਦੀ ਗਿਣਤੀ ਲਿਖੀ ਹੈ, ਨਾ ਜੀਵ ਜੰਤੂਆਂ ਦੀ, ਨਾ ਪਸ਼ੂਆਂ ਦੀ ਗਿਣਤੀ ਲਿਖੀ ਹੈ। ਆਵੇ ਜਾਹੇ ਅਨੇਕ ਮਰ ਮਰ ਜਨਮ ਤੇ, ਬਿਨ ਬੂਝੇ ਸਵਾਰ ਜੋਨੀ ਭਰਮ ਤੇ। ਪਤਾ ਨਹੀਂ ਕਿਤਨੀ ਕੁ ਦੁਨੀਆ ਰੋਜ਼ ਜੰਮਦੀ ਹੈ ਅਤੇ ਕਿਤਨੇ ਕੁ ਮਰਦੇ ਨੇ। ਅਤੇ ਫਿਰ ਜਿਨ੍ਹਾਂ 'ਤੇ ਕਿਰਪਾ ਪਰਮੇਸ਼ਰ ਦੀ ਹੁੰਦੀ ਹੈ, ਜਿਹੜੇ ਨਾਮ ਨਾਲ ਜੁੜੀਆਂ ਆਤਮਾ ਹੁੰਦੀਆਂ ਨੇ, ਉਹਨਾਂ ਨੂੰ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਦੁਨੀਆ ਚੇਤੇ ਕਰਦੀ ਹੈ। ਬਾਕੀ ਦੁਨੀਆ ਆਉਣ ਜਾਣ ਦੇ ਚੱਕਰ ਵਿੱਚ ਤਾਂ ਬਹੁਤ ਦੁਨੀਆ ਹੈ, ਪਰ ਜੋ ਧਾਰਮਿਕ ਪੱਖ ਦੇ ਅੰਦਰ ਸਤਿਕਾਰ ਹੈ, ਉਹ ਸਤਿਕਾਰ ਨਾਮ ਜਪਣ ਵਾਲੇ ਗੁਰਮੁਖਾਂ ਦਾ ਸਮਾਜ ਵਿੱਚ ਵੀ ਹੈ, ਦਰਗਾਹ ਵਿੱਚ ਵੀ ਹੈ। ਜਦੋਂ ਸਮਾਜ ਦੇ ਅੰਦਰ ਮਨੁੱਖਾਂ ਨੂੰ ਪੈਦਾ ਕਰਕੇ, ਮਨੁੱਖਾਂ ਦੀ ਆਪਣੀ ਡਿਊਟੀ ਹੈ, ਪਸ਼ੂ ਪੰਛੀਆਂ ਦੀ ਆਪਣੀ ਡਿਊਟੀ ਹੈ। 4 ਸ਼੍ਰੇਣੀਆਂ ਵਿੱਚ 84 ਲੱਖ ਜੋਨ ਵੰਡੀ ਹੋਈ ਹੈ। ਇੱਕ ਜੀਵ ਆਂਡਿਆਂ ਤੋਂ ਪੈਦਾ ਹੁੰਦੇ ਨੇ, ਇੱਕ ਸ਼੍ਰੇਣੀ ਤਾਂ ਆਂਡਿਆਂ ਤੋਂ ਪੈਦਾ ਹੋਣ ਵਾਲਿਆਂ ਦੀ ਹੈ। ਇੱਕ ਸ਼੍ਰੇਣੀ ਜੇਰ ਤੋਂ ਪੈਦਾ ਹੋਣ ਵਾਲੇ ਜੇਰਜ, ਉਹ ਮਨੁੱਖਾਂ ਵਿੱਚ ਪਸ਼ੂ ਆਉਂਦੇ ਨੇ, ਮਨੁੱਖ ਆਉਂਦੇ ਨੇ, ਹੋਰ ਕਈ ਜਾਤੀਆਂ ਦੂਜੀਆਂ ਜੂਨਾਂ ਵਿੱਚ ਵੀ ਆਉਂਦੀਆਂ ਨੇ। ਸਿਹਤ ਸ਼੍ਰੇਣੀ ਹੈ, ਮੌਸਮ ਮੁਤਾਬਕ ਜੀਵ ਪੈਦਾ ਹੋ ਜਾਂਦੇ ਆ, ਮੌਸਮ ਮੁਤਾਬਕ ਮਰ ਜਾਂਦੇ ਆ। ਮੱਛਰ ਮੱਖੀਆਂ ਹੋਰ ਕੀੜੇ ਆਦਿਕ, ਇਹ ਸਿਹਤ ਸ਼੍ਰੇਣੀ ਹੈ। ਉਤਪੁਜ ਸ਼੍ਰੇਣੀ ਵਿੱਚ ਬਨਸਪਤੀ ਆਉਂਦੀ ਹੈ, ਦਰਖਤ ਆਉਂਦੇ ਨੇ, ਇਹ ਉਤਪੁਜ ਸ਼੍ਰੇਣੀ ਵਿੱਚ ਆਉਂਦੇ ਨੇ। ਇਹਨਾਂ ਸਾਰਿਆਂ ਵਿੱਚ ਜੀਵਾਂ ਨੂੰ ਵਡਿਆਈ ਦਿੱਤੀ ਹੈ। ਮਨੁੱਖਾਂ ਵਿੱਚ ਮਨੁੱਖ ਨਾਮ ਜਪਣ ਵਾਲੇ ਗੁਰਮੁਖਾਂ ਨੂੰ ਵਡਿਆਈ ਬਖਸ਼ੀ ਹੈ।
ਤੇ ਪਸ਼ੂਆਂ ਦੇ ਵਿੱਚ ਗਊ ਨੂੰ ਵਡਿਆਈ ਬਖਸ਼ੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਹੈ। ਅੰਡਜ ਸ਼੍ਰੇਣੀ ਵਿੱਚ ਮੋਰ ਨੂੰ ਵਡਿਆਈ ਦਿੱਤੀ ਹੈ। ਮੋਰ ਦੇ ਖੰਭ ਗੁਰੂ ਸਾਹਿਬਾਂ ਤੇ ਚੌਰ ਦਾ ਕੰਮ ਦਿੰਦੇ ਆ। ਬਾਕੀ ਜਾਨਵਰਾਂ ਦੇ ਖੰਭ ਪਵਿੱਤਰ ਨਹੀਂ ਗਿਣੇ ਗਏ। ਸਿਹਤ ਸ਼੍ਰੇਣੀ ਵਿੱਚ ਪਤੰਗੇ ਨੂੰ ਵਡਿਆਈ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਪਤੰਗੇ ਦਾ ਗੁਣ ਦੇਖ ਕੇ ਪਤੰਗਾ ਲਾਈਟ ਨੂੰ ਦੇਖ ਕੇ ਆਪਣੀ ਜਾਨ ਕੁਰਬਾਨ ਕਰ ਦਿੰਦਾ ਹੈ। ਉਤਪੁਜ ਸ਼੍ਰੇਣੀ ਵਿੱਚ ਚੰਦਨ ਨੂੰ ਵਡਿਆਈ ਦਿੱਤੀ ਹੈ। ਚੰਦਨ ਦੀ ਸੰਗਤ ਕਰਕੇ ਅਨੇਕਾਂ ਬ੍ਰਿਛ ਜਿਹੜੇ ਨੇ ਉਹ ਸੁਗੰਧੀ ਦਾ ਰੂਪ ਧਾਰਨ ਕਰਕੇ ਉਹਨਾਂ ਦੀ ਕੀਮਤ ਵੱਧ ਜਾਂਦੀ ਆ। ਇਸੇ ਤਰ੍ਹਾਂ ਨਾਮ ਜਪਣ ਵਾਲੇ ਗੁਰਮੁਖਾਂ ਦੀ ਸੰਗਤ ਕਰਕੇ ਪਾਪੀ ਤੋਂ ਪਾਪੀ ਜੀਵ ਵੀ ਉਹਨਾਂ ਦੀ ਕੀਮਤ ਸੰਸਾਰ ਵਿੱਚ ਪੈ ਜਾਂਦੀ ਆ। ਕਬੀਰ ਸਾਹਿਬ ਜੀ ਦਾ ਪਵਿੱਤਰ ਬਚਨ ਹੈ, ਕਬੀਰ ਪਾਰਸਰ ਚੰਦਨੈ ਤਿਨ ਹੈ ਏਕ ਸੁਗੰਧ, ਮਿਲ ਤੇਊ ਉਤਮ ਪਏ ਲੋਹ ਕਾਠ ਨਿਰਗੰਧ। ਹਜ਼ਾਰਾਂ ਮਣ ਲੋਹਾ ਲਾ ਦਈਏ ਪਾਰਸ ਨੂੰ, ਉਹ ਜਿਹੜਾ ਲੋਹਾ ਕੁਇੰਟਲਾਂ ਦੇ ਹਿਸਾਬ ਵਿਕਦਾ ਸੀ ਉਹ ਤੋਲਿਆਂ ਦੇ ਭਾਅ ਵਿਕਣ ਲੱਗ ਜਾਂਦਾ। ਉਹਦੀ ਕੀਮਤ ਇੰਨੀ ਵੱਧ ਜਾਂਦੀ ਹੈ। ਅਗਰ ਚੰਦਨ ਦੇ ਨੇੜੇ ਦਰਖਤ, ਹੋਰ ਡੇਕ ਟਾਹਲੀਆਂ, ਹੋਰ ਸਾਗਵਾਨ ਬੂਟੇ ਹੁੰਦੇ ਨੇ ਜਿਹੜੇ ਕੁਇੰਟਲਾਂ ਦੇ ਹਿਸਾਬ ਵਿਕਦੇ ਨੇ, ਚੰਦਨ ਦੀ ਸੰਗਤ ਕਰਕੇ ਉਹ ਵੀ ਤੋਲਿਆਂ ਦੇ ਭਾਅ ਛੋਟੀਆਂ ਛੋਟੀਆਂ ਤਕੜੀਆਂ 'ਤੇ ਤੋਲਣ ਲੱਗ ਜਾਂਦੇ ਨੇ। ਇਸੇ ਤਰ੍ਹਾਂ ਨਾਮ ਜਪਣ ਵਾਲੇ ਗੁਰਮੁਖਾਂ ਦੀ ਸੰਗਤ ਹੈ। ਜਿਨ੍ਹਾਂ ਗੁਰਮੁਖਾਂ ਨੂੰ ਉਹਨਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ, ਵੱਡੇ ਭਾਗਾਂ ਵਾਲੇ ਪੁਰਖਾਂ ਨੂੰ, ਜਿਨ੍ਹਾਂ ਨੂੰ ਨਾਮ ਜਪਣ ਵਾਲੇ ਕਮਾਈ ਵਾਲੇ ਪੁਰਖਾਂ ਦੀ ਸੰਗਤ ਹੋ ਜਾਂਦੀ ਹੈ, ਉਹਨਾਂ ਦੀ ਕੀਮਤ ਵੀ ਸੰਸਾਰ ਵਿੱਚ ਪੈ ਜਾਂਦੀ ਹੈ। ਉਹਨਾਂ ਨੂੰ ਗੁਰਬਾਣੀ ਨੇ ਵੀ ਸਤਿਕਾਰ ਦਿੱਤਾ ਹੈ। ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾਂ ਕੇ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾਂ ਕੇ ਹਉ ਸਦ ਕੁਰਬਾਨੇ ਜਾਉ। ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਠ। ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾਂ ਕੇ ਪਾਸ, ਧੂੜ ਤਿਨਾਂ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਜਿਨ੍ਹਾਂ ਪੁਰਸ਼ਾਂ ਦੇ ਚੋਲੇ ਰਤੜੇ ਜਾਂਦੇ, ਰੱਤੇ ਜਾਂਦੇ ਆ। ਸਰੀਰ ਰੂਪੀ ਚੋਲਾ ਜਿਹਦੇ ਵਿੱਚ ਕੱਪੜੇ ਵਿੱਚ ਔਗਣ ਹੋਵੇ ਉਹਨੂੰ ਮਨੁੱਖ ਧਾਰਨ ਨਹੀਂ ਕਰਦਾ। ਜਿਹੜੀ ਜ਼ਮੀਨ ਵਿੱਚ ਔਗਣ ਹੋਵੇ, ਕਲਰਾਠੀ ਜ਼ਮੀਨ ਹੈ, ਉਹਦੀ ਕੀਮਤ ਨਹੀਂ ਪੈਂਦੀ। ਇਸੇ ਤਰ੍ਹਾਂ ਜਿਨ੍ਹਾਂ ਮਨੁੱਖਾਂ ਦੇ ਵਿੱਚ ਕਮੀ ਰਹਿ ਜਾਂਦੀ ਆ, ਉਹਨਾਂ ਦੀ ਸਮਾਜ ਵਿੱਚ ਕੀਮਤ ਨਹੀਂ ਪੈਂਦੀ। ਸਤਿਗੁਰੂ ਜੀ ਨੇ ਪਵਿੱਤਰ ਬਾਣੀ ਵਿੱਚ ਵਚਨ ਕੀਤਾ ਹੈ, ਕਿਹਨਾਂ ਪੁਰਖਾਂ ਦਾ ਜੀਵਨ ਸੰਸਾਰ ਵਿੱਚ ਪਰਮੇਸ਼ਰ ਨੂੰ ਚੰਗਾ ਲੱਗਦਾ, ਕਿਹਨਾਂ ਦਾ ਨਹੀਂ ਚੰਗਾ ਲੱਗਦਾ। ਉਹ ਗੁਰਬਾਣੀ ਵਿੱਚ ਉਦਾਹਰਨਾਂ ਦਿੱਤੀਆਂ ਨੇ। ਜਿਨ੍ਹਾਂ ਮਨੁੱਖਾਂ ਅੰਦਰ ਲੋਭ ਦੀ ਅੰਸ਼ ਜਦੋਂ ਵੱਧ ਜਾਂਦੀ ਹੈ ਅਤੇ ਮੋਹ ਦੀ ਅੰਸ਼ ਵੱਧ ਜਾਂਦੀ ਹੈ, ਅਤੇ ਹੋਰ ਸੰਸਾਰ ਦੇ ਰੰਗ ਤਮਾਸ਼ੇ, ਜਿਸ ਤਰ੍ਹਾਂ ਸੰਸਾਰ ਦਾ ਰੰਗ ਬਦਲਦਾ ਹੈ ਉਹ ਲੋਕਾਂ ਦਾ ਰੰਗ ਨਾਲ ਹੀ ਬਦਲ ਜਾਂਦਾ। ਉਹਨਾਂ 'ਤੇ ਪ੍ਰਭੂ ਦੀ ਖੁਸ਼ੀ ਨਹੀਂ ਹੁੰਦੀ। ਜਿਨ੍ਹਾਂ 'ਤੇ ਖੁਸ਼ੀ ਹੁੰਦੀ ਆ ਉਹਨਾਂ ਦੀ ਵੀ ਨਿਸ਼ਾਨੀ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੀ ਹੈ। ਲੱਭ ਲੋਭ ਹੰਕਾਰ ਕੀ ਮਾਤੀ, ਮਾਇਆ ਮਾਹੇ ਸਮਾਣੀ, ਇਨੀ ਬਾਤੀ ਸੌ ਪਾਈਏ ਨਾਹੀਂ ਭਈ ਕਾਮਣ ਇਆਣੀ। ਜਿਸ ਬਿਸ ਇਸਤਰੀ ਦੇ ਅੰਦਰ ਲੱਭ ਹੈ, ਲੱਭ ਹੁੰਦਾ ਸਰੀਰ ਦਾ ਸੁੱਖ ਲੈਣਾ। ਪਤੀ ਨਾਲ ਪ੍ਰੇਮ ਕੋਈ ਨਹੀਂ, ਕੇਵਲ ਜੇ ਸਰੀਰ ਦਾ ਸੁੱਖ ਨਹੀਂ ਮਿਲਿਆ ਪਤੀ ਨੂੰ ਛੱਡ ਕੇ ਚਲੇ ਜਾਣਾ, ਇਹਨੂੰ ਕਹਿੰਦੇ ਆ ਲੱਭ। ਇੱਕ ਨਾਲ ਲੋਭ ਹੈ, ਲੋਭ ਹੁੰਦਾ ਪਰਿਵਾਰ ਵਾਸਤੇ ਲੋਭ ਕਰਨਾ। ਆਪ ਤਾਂ ਲੱਭ ਹੈ ਹੀ, ਉਹਦੇ ਅੰਦਰ ਇੱਕ ਲੋਭ ਵੀ ਹੁੰਦਾ ਪਰਿਵਾਰ ਨੂੰ ਵੀ ਦੇਣਾ। ਹੰਕਾਰ ਹੁੰਦਾ, ਮਨੁੱਖ ਨੇ ਦੂਜਿਆਂ ਦੇ ਔਗਣ ਫੜਨੇ, ਆਪਣੇ ਗੁਣਾਂ ਨੂੰ ਜ਼ਾਹਰ ਕਰਨਾ, ਆਪਣੀ ਮੱਤ ਨੂੰ ਉੱਚਾ ਗਿਣਨਾ ਅਤੇ ਦੂਜਿਆਂ ਨੂੰ ਛੋਟੇ ਗਿਣਨਾ। ਇਹਨੂੰ ਹੰਕਾਰ ਬਿਰਤੀ ਕਹਿੰਦੀ ਹੈ। ਜਿੰਨਾ ਚਿਰ ਮਨੁੱਖ ਦੂਜਿਆਂ ਦੇ ਔਗਣ ਫੜਦਾ ਹੈ, ਆਪਣੇ ਔਗਣ ਨਹੀਂ ਦੇਖਦਾ। ਉਹ ਦੂਜਿਆਂ ਦੇ ਔਗਣ ਦੇਖ ਕੇ ਉਂਗਲ ਰੱਖਦਾ ਹੈ, ਉਹ ਆਪਣੇ ਔਗਣਾਂ ਵੱਲ ਨੂੰ ਨਹੀਂ ਦੇਖਦਾ। ਜਿਹੜਾ ਮਨੁੱਖ ਆਪਣੇ ਔਗਣਾਂ ਨੂੰ ਦੇਖਦਾ ਹੈ ਉਹਦੀ ਧੌਣ ਨੀਵੀਂ ਹੋ ਜਾਂਦੀ ਹੈ। ਆਪਣੇ ਕੱਪੜਿਆਂ ਨੂੰ ਦੇਖੋ, ਤੁਹਾਡੀ ਨਿਗਾਹ ਥੱਲੇ ਨੂੰ ਹੋਵੇਗੀ, ਦੂਸਰਿਆਂ ਵੱਲ ਨੂੰ ਨਹੀਂ ਜਾਂਦੀ।
ਜਦੋਂ ਮਨੁੱਖ ਦੂਜਿਆਂ ਦੇ ਕੱਪੜਿਆਂ ਤੇ ਲੱਗੇ ਹੋਏ ਦਾਗ ਦੇਖਦਾ ਹੈ, ਇਸ ਨੂੰ ਆਪਣੇ ਨਹੀਂ ਦਿਸਦੇ। ਜਿੰਨਾ ਚਿਰ ਮਨੁੱਖ ਨੀਵਾਂ ਨਹੀਂ ਹੁੰਦਾ, ਇਹਦੀ ਮੱਤ ਉੱਚੀ ਨਹੀਂ ਹੁੰਦੀ। ਜਦੋਂ ਮਨੁੱਖ ਦੀ ਧੌਣ ਉੱਚੀ ਹੈ, ਇਹਦੀ ਮੱਤ ਨੀਵੀਂ ਰਹਿੰਦੀ ਹੈ। ਲਵ ਲੋਭ ਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ। ਸੰਸਾਰ ਵਿੱਚ ਜਿਹੜਾ ਰੰਗ ਹੋਵੇ ਉਸ ਰੰਗ ਨੂੰ ਫੜ ਲੈਣਾ। ਮਾਇਕ ਪਦਾਰਥ ਜੋ ਵੀ ਸੰਸਾਰ ਵਿੱਚ ਚਾਲੀ ਚੱਲਦੀ ਹੈ, ਉਹਦੇ ਅਨੁਸਾਰ ਹੀ ਬਦਲ ਜਾਣਾ। ਇਨੀ ਬਾਤੀ ਸੌ ਪਾਈਏ ਨਾਹੀਂ। ਉਹਨਾਂ 'ਤੇ ਪਤੀ ਖੁਸ਼ ਨਹੀਂ ਹੁੰਦਾ, ਉਹ 'ਤੇ ਪਤੀ ਦੀ ਨਾਰਾਜ਼ਗੀ ਰਹਿੰਦੀ ਹੈ। ਇਹ ਚਾਰ ਔਗਣ ਜਿਹਦੇ ਪਤੀ ਇਸਤਰੀ ਵਿੱਚ ਨਾ ਹੋਣ, ਉਹ ਪਤੀ ਨੂੰ ਚੰਗੀ ਲੱਗਦੀ ਹੈ। ਉਹੀ ਜਗਿਆਸੂ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ। ਉਹੀ ਜੀਵ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ। ਜਦੋਂ ਇਹ ਔਗਣ ਮਨੁੱਖ ਵਿੱਚ ਵੱਧ ਜਾਣ, ਮਨੁੱਖ ਬਿਮਾਰ ਹੋ ਜਾਵੇ, ਆਪਣਾ ਇਲਾਜ ਕਦੀ ਨਹੀਂ ਕਰ ਸਕਦਾ। ਕਿਸੇ ਮਨੁੱਖ ਦੇ ਦਿਮਾਗ ਵਿੱਚ ਨੁਕਸ ਪੈ ਜਾਵੇ, ਆਪਣੇ ਆਪ ਕਦੀ ਨਹੀਂ ਠੀਕ ਕਰ ਸਕਦਾ, ਭਾਵੇਂ ਕਿੰਨਾ ਮਰਜ਼ੀ ਉਹ ਅਕਲਮੰਦ ਆਪਣੇ ਆਪ ਨੂੰ ਕਹਾਉਂਦਾ ਹੋਵੇ। ਉਹਨੂੰ ਠੀਕ ਕਰਨ ਵਾਸਤੇ ਦੂਸਰੇ ਮਨੁੱਖ ਦੀ ਜ਼ਰੂਰਤ ਪੈਂਦੀ ਹੈ। ਜਦੋਂ ਮਨ ਦੇ ਸਰੀਰ ਦੇ ਅੰਦਰ ਦਿਮਾਗ ਵਿੱਚ ਖਰਾਬੀ ਹੁੰਦੀ ਹੈ, ਦਿਮਾਗ ਦਾ ਆਪਰੇਸ਼ਨ ਡਾਕਟਰ ਕਰਕੇ ਉਹਨੂੰ ਸਹੀ ਕਰ ਦਿੰਦੇ ਆ। ਜਦੋਂ ਮਨੁੱਖ ਦੇ ਆਪਣੇ ਹਾਰਟ ਵਿੱਚ ਜਾਂ ਦਿਲ ਵਿੱਚ ਕੋਈ ਘਾਟ ਰਹਿ ਜਾਂਦੀ ਹੈ ਤੇ ਉਹ ਆਪਣੇ ਆਪ ਨਹੀਂ ਠੀਕ ਕਰ ਸਕਦਾ, ਦੂਸਰੇ ਬੰਦੇ ਕਰਦੇ ਆ। ਇਸੇ ਤਰ੍ਹਾਂ ਮਨੁੱਖ ਦੀ ਲੱਤਾਂ ਟੁੱਟ ਜਾਂਦੀਆਂ, ਆਪਣੇ ਆਪ ਇਲਾਜ ਨਹੀਂ ਕਰ ਸਕਦਾ, ਨਾ ਉਹਨੂੰ ਬੰਨ੍ਹ ਸਕਦਾ, ਉਹਨੂੰ ਦੂਸਰੇ ਬੰਦੇ ਦੀ ਜ਼ਰੂਰਤ ਪੈਂਦੀ ਹੈ। ਜਦੋਂ ਮਨ ਦੀ ਅਵਸਥਾ ਖਰਾਬ ਹੋ ਜਾਵੇ, ਮਨੁੱਖ ਆਪਣੇ ਮਨ ਦੀ ਅਵਸਥਾ ਨੂੰ ਆਪਣੇ ਆਪ ਸਹੀ ਨਹੀਂ ਕਦੀ ਕਰ ਸਕਦਾ। ਸੰਤ ਮਹਾਰਾਜ ਜੀ ਹਰਖੋਵਾਲੀਏ, ਜਿਨ੍ਹਾਂ ਦੇ ਚਰਨਾਂ ਵਿੱਚੋਂ ਇਹ ਮਹਾਨ ਮਹਾਂਪੁਰਸ਼, ਜਿਨ੍ਹਾਂ ਦੀ ਸੰਗਤ ਕਰਨ ਦਾ ਹੀ ਬੜਾ ਪ੍ਰਤਾਪ ਸੀ, ਜਿਨ੍ਹਾਂ ਦੇ ਦਰਸ਼ਨਾਂ ਦਾ ਹੀ ਬੜਾ ਪ੍ਰਤਾਪ ਸੀ, ਐਸੇ ਪੁਰਖਾਂ ਦੀ ਸੰਗਤ ਵਿੱਚ ਰਹਿਣਾ ਬਹੁਤ ਵੱਡਾ ਪੁੰਨ ਦੀ ਗੱਲ ਹੁੰਦੀ ਹੈ। ਜਿਨ੍ਹਾਂ ਦੇ ਦਰਸ਼ਨ ਕਰਦਿਆਂ ਕਰੋੜਾਂ ਪਾਪ ਨਾਸ਼ ਹੋ ਜਾਂਦੇ ਆ। ਗੁਰਬਾਣੀ ਦੱਸਦੀ ਹੈ, ਤਿਸ ਕੇ ਦਰਸ ਸਭ ਪਾਪ ਮਿਟਾਵੇ, ਸਾਰੇ ਪਾਪ ਮਿਟ ਜਾਂਦੇ ਆ। ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਣ ਜਾਣ ਨ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਐਸੇ ਪੁਰਖਾਂ ਦੀ ਸੰਗਤ ਮਿਲ ਜਾਵੇ, ਮਨੁੱਖ ਦੇ ਮਨ ਦਾ ਵੀ ਇਲਾਜ ਹੋ ਜਾਂਦਾ ਹੈ। ਉਹ ਬਚਨ ਕਰਿਆ ਕਰਦੇ ਸਨ, ਭਾਈ ਜੇ ਗਿਆਸੂ ਕਦੀ ਆਪਣੀ ਕਮਾਈ ਨਾਲ ਨਹੀਂ ਤਰ ਸਕਦਾ, ਭਾਵੇਂ ਜਿੰਨੇ ਮਰਜ਼ੀ ਜਨਮ ਲੱਗਿਆ ਰਹੇ। ਕਿਸੇ ਮਹਾਂਪੁਰਖ ਦੇ ਬਚਨ 'ਤੇ ਖੜ ਜਾਵੇ, ਉਹ ਬਚਨ ਕਰ ਦੇਵੇ, ਉਹਦੇ 'ਤੇ ਸਾਰਾ ਜੀਵਨ ਪਹਿਰਾ ਦੇ ਦੇਵੇ, ਤਾਂ ਜੀਵ ਦਾ ਭਲਾ ਹੁੰਦਾ, ਨਹੀਂ ਤਾਂ ਭਲਾ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਵੱਡੇ ਵੱਡੇ ਮਹਾਤਮਾ ਜਿਨ੍ਹਾਂ ਨੂੰ ਬਚਨ ਕੀਤਾ, ਗਨਕਾ ਪਾਪਣ ਹੋਏ ਕੇ ਪਾਪਾਂ ਦਾ ਗਲ ਹਾਰ ਪਰੋਤਾ। ਇੱਕੋ ਹੀ ਬਚਨ ਮਹਾਂਪੁਰਸ਼ ਨੇ ਕੀਤਾ, ਫੜ ਲਿਆ, ਪੱਲੇ ਬੰਨ੍ਹ ਲਿਆ। ਬਚਨ ਜੋ ਕਹਿਓ ਗੁਰ ਪੂਰੇ, ਮੈਂ ਸੀਂਖ ਗਾਂਠੜੀ ਬਾਧਾ। ਬਚਨ ਮਹਾਂਪੁਰਖ ਨੇ ਕਹਿ ਦਿੱਤਾ, ਉਹਨੂੰ ਬੰਨ੍ਹ ਲਿਆ। ਇੱਕੋ ਗੱਲ ਅਜਾ ਮਲ ਨੂੰ ਕਹੀ, ਅਜਾ ਮਲ ਨੇ ਪੱਲੇ ਬੰਨ੍ਹ ਲਈ। ਜਿਨ੍ਹਾਂ ਮਹਾਂਪੁਰਸ਼ਾਂ ਦੇ ਸੇਵਕ ਸਨ ਇਹ, ਉਹਨਾਂ ਦੇ ਸੇਵਕ ਵੱਡੇ ਵੱਡੇ ਮਹਾਂਪੁਰਸ਼ ਹੋਏ ਆ, ਜਿਨ੍ਹਾਂ ਦੀ ਪੂਜਾ ਹੋਈ ਹੈ ਦੁਨੀਆ ਦੇ ਅੰਦਰ। ਸੰਤ ਬਾਬਾ ਅਜੀਤ ਸਿੰਘ ਜੀ ਉਸ ਲਾਈਨ ਦੇ ਵਿੱਚੋਂ ਇੱਕ ਵੱਡੇ ਮਹਾਂਪੁਰਸ਼ ਹੋਏ, ਹੰਸਾਲੀ ਵਾਲੇ। ਸੰਨ 15 ਵਿੱਚ ਚੜ੍ਹਾਈ ਕੀਤੀ ਹੈ ਉਹਨਾਂ ਨੇ, ਬ੍ਰਹਮ ਅਵਸਥਾ ਦੇ ਮਾਲਕ ਸਨ। ਛੋਟੀ ਉਮਰ ਵਿੱਚ ਹੀ ਗੱਡੀਆਂ ਮੋਟਰਾਂ ਰੋਕ ਦਿੰਦੇ ਸਨ। ਛੋਟੀ ਅਵਸਥਾ ਵਿੱਚ ਹੀ 5-4 ਸਾਲ ਦੇ ਟਰੱਕ ਟਰੁੱਕ ਤੁਰੇ ਜਾਂਦੇ, ਰੋਕ ਦਿੰਦੇ ਸਨ। ਸੰਤ ਮਹਾਰਾਜ ਜੀ ਬੰਗਾਲ ਤੋਂ ਹਜੂਰ ਸਾਹਿਬ ਨੂੰ ਜਾ ਰਹੇ ਸਨ। ਉੜੀਸਾ ਰਸਤੇ ਵਿੱਚ ਪੈਂਦਾ ਸੀ। ਉੱਥੇ ਉੜੀਸਾ ਦੀ ਧਰਤੀ 'ਤੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਗਏ ਹੋਏ ਸਨ। ਇਹਨਾਂ ਦੀ ਉਮਰ ਤਕਰੀਬਨ ਉਸ ਵੇਲੇ 18 ਕੁ ਸਾਲ ਦੀ ਸੀ। ਤੁਰੇ ਜਾਂਦੇ ਮਹਾਂਪੁਰਸ਼ਾਂ ਦੀ ਗੱਡੀ ਰੋਕ ਦਿੱਤੀ। ਡਰਾਈਵਰ ਉਤਰਿਆ ਥੱਲੇ। ਡਰਾਈਵਰ ਗੱਡੀ ਨੂੰ ਦੇਖਣ ਲੱਗਿਆ। ਮਹਾਂਪੁਰਸ਼ ਕਹਿੰਦੇ ਗੱਡੀ ਨੂੰ ਕੁਛ ਨਹੀਂ ਹੋਇਆ, ਇੱਥੇ ਆਲੇ ਦੁਆਲੇ ਬੰਦਾ ਦੇਖ ਕੋਈ। ਜਦੋਂ ਦੇਖਿਆ ਇੱਕ ਪਾਸੇ ਝਾੜੀਆਂ ਦੇ ਵਿੱਚ ਮਹਾਂਪੁਰਖ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ, ਛੋਟੀ ਉਮਰ ਹੈ ਹਲੇ, ਦਾੜੀ ਹਲੇ ਮਾੜੀ ਮਾੜੀ ਚਿਹਰੇ 'ਤੇ ਆਈ ਸੀ। ਉਹਨੂੰ ਫੜ ਕੇ ਲੈ ਕੇ ਆਏ, ਕਹਿਣ ਲੱਗੇ ਕਾਕਾ ਤੇਰੀ ਚੀਜ਼ ਖੋਲੂਗਾ ਕੋਈ? ਚੀਜ਼ ਵਰਤੀਏ ਵਰਤੀ ਜਾਂਦੀ ਹੈ।
ਸੁਖ ਭੋਗ ਲਓ ਸੁਖ ਮੁੱਕ ਜਾਂਦਾ, ਦੁੱਖ ਭੋਗ ਲਓ ਦੁੱਖ ਮੁੱਕ ਜਾਂਦਾ। ਜਿਹੜੀ ਚੀਜ਼ ਵਰਤਣੀ ਹੈ ਮੁੱਕਦੀ ਹੈ। ਕਹਿਣ ਲੱਗੇ ਕਾਕਾ ਇੱਦਾਂ ਜ਼ਾਹਰਾ ਕਰਾਮਾਤ ਨਹੀਂ ਵਰਤੀ ਦੀ, ਜਿਹੜੀ ਵੀ ਚੀਜ਼ ਵਰਤੀਏ ਮੁੱਕ ਜਾਂਦੀ ਹੈ। ਮਹਾਂਪੁਰਸ਼ਾਂ ਨੇ ਮੱਥਾ ਟੇਕਿਆ, ਕਹਿਣ ਲੱਗੇ ਜੀ ਕੀ ਹੁਕਮ ਹੈ? ਕਹਿੰਦੇ ਹੁਕਮ ਹੈ ਕਰਾਮਾਤ ਨਹੀਂ ਦਿਖਾਲਣੀ, ਸਹਿਜ ਸੁਭਾਅ ਕੋ ਵਰਤ ਜਾਵੇ ਤਾਂ ਵਰਤ ਜਾਵੇ, ਕਰਾਮਾਤ ਦਿਖਾਲਣੀ ਨਹੀਂ ਹੈ। ਕਹਿੰਦੇ ਸਤ ਵਚਨ ਜੀ। ਦੂਜੀ ਗੱਲ, ਕਿਸੇ ਦੇ ਕੋਲ ਮੰਗਣ ਨਹੀਂ ਜਾਣਾ ਕੋਈ ਵਸਤੂ, ਇਹ ਵੀ ਬਚਨ ਸਤ ਕਰਕੇ ਮੰਨ ਲਿਆ। ਤੀਜੀ ਗੱਲ, ਬਿਨਾਂ ਸੱਦੇ ਕਿਸੇ ਦੇ ਘਰ ਜਾਣਾ ਨਹੀਂ ਹੈ। ਤੇ ਬਾਜ਼ਾਰ ਵਿੱਚੋਂ ਕੋਈ ਚੀਜ਼ ਨਹੀਂ ਖਰੀਦਣੀ। ਜਦੋਂ ਸੌਣਾ ਤੇ ਕੁੰਡੀ ਲਾ ਕੇ ਸੌਣਾ, ਤੇ ਜਦੋਂ ਸੌਣਾ ਮੰਜੇ ਦੇ ਥੱਲੇ ਦੇਖ ਕੇ ਸੌਣਾ। ਇਹਨਾਂ ਬਚਨਾਂ ਤੇ ਸਾਰੀ ਜ਼ਿੰਦਗੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਪਹਿਰਾ ਦੇ ਗਏ। ਹੋਰ ਵੀ ਵੱਡੇ ਵੱਡੇ ਮਹਾਂਪੁਰਸ਼ ਜਿਨ੍ਹਾਂ ਨੇ ਉਹਨਾਂ ਦੇ ਬਚਨ ਨੂੰ ਕਮਾਇਆ, ਸਾਰੇ ਸਰਜੀਵਨ ਸਵਾਸਾਂ ਤੱਕ ਲਾ ਗਏ। ਤਾਂ ਮਹਾਂਪੁਰਸ਼ ਬਚਨ ਕਰਦੇ ਹੁੰਦੇ ਸਨ, ਭਾਈ ਮਹਾਂਪੁਰਸ਼ ਦੇ ਬਚਨ 'ਤੇ ਖੜ ਜਾਵੇ, ਉਹ ਬਚਨ ਨੂੰ ਕਮਾ ਲਵੇ ਸਾਰੀ ਜ਼ਿੰਦਗੀ, ਫਿਰ ਜੀਵ ਦਾ ਭਲਾ ਹੁੰਦਾ, ਨਹੀਂ ਤਾਂ ਭਲਾ ਹੁੰਦਾ ਨਹੀਂ ਆ। ਗੁਰਦੁਆਰਾ ਜੰਡ ਸਾਹਿਬ ਸਾਬੋ ਕੀ ਤਲਵੰਡੀ, ਉੱਥੇ ਮਹਾਂਪੁਰਸ਼ ਜਾਂਦੇ ਹੁੰਦੇ ਸਨ ਵਿਸਾਖੀ ਦੇ ਸਮੇਂ 'ਤੇ। ਉੱਥੇ ਸੰਤ ਮਹਾਰਾਜ ਜੀ ਹਰਖੋ ਵਾਲੀਆਂ ਨੇ ਖੂਹ ਵੀ ਲਾਇਆ ਸੀ, ਅੱਜ ਤੱਕ ਹੈ ਉਹ। ਉੱਥੇ ਵਿਚਾਰ ਚੱਲਦੀ ਸੀ ਜੀਵ ਦਾ ਭਲਾ ਕਿਸ ਤਰ੍ਹਾਂ ਹੋਵੇ। ਬੜੇ ਬੜੇ ਮਹਾਂਪੁਰਸ਼ ਬੈਠੇ ਸਨ ਸਭਾ ਦੇ ਵਿੱਚ। ਦੁਆਬੇ ਦੀ ਮਹਾਨ ਹਸਤੀ ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕਸਰ ਵਾਲੇ, ਉਹ ਵੀ ਗਏ ਹੋਏ ਸਨ। ਸੰਤ ਬਾਬਾ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ, ਉਹ ਵੀ ਗਏ ਹੋਏ ਸਨ। ਸੰਤ ਬਾਬਾ ਚੰਦਾ ਸਿੰਘ ਜੀ ਕਟੂ ਵਾਲੇ, ਵੱਡੇ ਵੱਡੇ ਮਹਾਤਮਾ ਅਵਸਥਾ ਵਾਲੇ ਬੈਠੇ ਸਨ। ਦੇਖਣ ਨੂੰ ਮਨੁੱਖ ਸਾਰੇ ਇੱਕੋ ਹੀ ਹੁੰਦੇ ਆ। ਜੇ ਕੋਈ ਅਫਸਰ ਬਣ ਗਿਆ ਉਹਦੀ ਅਵਸਥਾ ਹੁੰਦੀ ਹੈ, ਕਿਸੇ ਕੋਈ ਵੱਡੇ ਅਹੁਦੇ 'ਤੇ ਹੈ ਕੋਈ ਛੋਟੇ ਅਹੁਦੇ 'ਤੇ, ਮਨੁੱਖ ਤਾਂ ਸਾਰੇ ਇੱਕੋ ਜਿਹੇ ਹੀ ਨੇ। ਪੜ੍ਹਾਈ ਹੈ ਦਿਮਾਗ ਦੀ। ਉੱਥੇ ਵਿਚਾਰ ਚੱਲੀ ਹੈ ਕਿ ਜੀਵ ਦਾ ਭਲਾ ਕਿਸ ਤਰ੍ਹਾਂ ਹੋਵੇ। ਸਾਰੇ ਮਹਾਂਪੁਰਖਾਂ ਨੇ ਆਪਣੇ ਆਪਣੇ ਵਿਚਾਰ ਜੋ ਜੀਵਨ ਵਿੱਚ ਕਮਾਏ ਸਨ, ਜਾਂ ਜੋ ਗੁਰੂ ਗ੍ਰੰਥ ਸਾਹਿਬ ਦਾ ਵਿਚਾਰ ਸੀ, ਮਹਾਂਪੁਰਸ਼ਾਂ ਨੇ ਸੰਗਤ ਵਿੱਚ ਵਿਚਾਰ ਸਾਂਝੇ ਕੀਤੇ। ਅਖੀਰ ਵਿੱਚ ਇੱਕ ਪ੍ਰੇਮੀ ਨੇ ਕਿਹਾ, ਮਹਾਰਾਜ ਬਾਬਾ ਚੰਦਾ ਸਿੰਘ ਜੀ ਕਟੂ ਵਾਲਿਆਂ ਨੂੰ ਮਹਾਂਪੁਰਸ਼ ਹਰਖੋ ਵਾਲੀਏ ਵੀ ਆਏ ਹੋਏ ਆ। ਕਹਿਣ ਲੱਗੇ ਕਿੱਥੇ ਆ? ਕਹਿਣ ਪਰਲੇ ਪਾਸੇ ਉਹ ਗੰਨੇ ਦੀ ਖੋਰੀ ਸੀ, ਸਾਡੇ ਦੁਆਬੇ ਵਿੱਚ ਖੋਰੀ ਕਹਿੰਦੇ, ਇੱਧਰ ਪਤਾ ਨਹੀਂ ਕੀ ਕਹਿੰਦੇ ਆ। ਉਹਦੇ ਉੱਤੇ ਬੈਠੇ ਸਨ ਚੌਂਕੜਾ ਮਾਰ ਕੇ। ਉਹਨਾਂ ਨੂੰ ਸੱਦ ਕੇ ਲਿਆਂਦਾ। ਕਹਿੰਦੇ ਮਹਾਂਪੁਰਸ਼ੋ ਤੁਸੀਂ ਵੀ ਆਪਣੇ ਜੀਵਨ ਦਾ ਤਜਰਬਾ ਕੋਈ ਦੱਸੋ, ਜੀਵ ਦਾ ਭਲਾ ਕਿਸ ਤਰ੍ਹਾਂ ਹੋਵੇ। ਮਹਾਂਪੁਰਸ਼ ਕਹਿਣ ਲੱਗੇ ਮੈਂ ਸਾਰੇ ਜੀਵਨ ਵਿੱਚ ਬਾਬਾ ਆਇਆ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਦੇ ਚਰਨਾਂ ਵਿੱਚੋਂ ਇਹ ਤਜਰਬਾ ਮੈਂ ਕੀਤਾ ਹੈ, ਜਿੰਨਾ ਚਿਰ ਕਿਸੇ ਸੰਸਾਰ ਤੋਂ ਟੁੱਟੇ ਹੋਏ ਮਹਾਂਪੁਰਸ਼ ਦੀ ਸੰਗਤ ਜੀਵ ਨੂੰ ਨਹੀਂ ਮਿਲਦੀ, ਉਹ ਤਰਸ ਕਰਕੇ ਜੀਵ ਦਾ ਭਲਾ ਨਹੀਂ ਕਰਦੇ ਤੇ ਭਲਾ ਨਹੀਂ ਹੋ ਸਕਦਾ, ਭਾਵੇਂ ਜਿੰਨੇ ਮਰਜ਼ੀ ਜਨਮ ਆਉਂਦਾ ਜਾਂਦਾ ਰਹੇ। ਵੱਡੇ ਵੱਡੇ ਪਾਪੀ ਤਰ ਗਏ ਜਿਨ੍ਹਾਂ ਨੇ ਬਚਨ ਮੰਨ ਲਿਆ ਮਹਾਂਪੁਰਖਾਂ ਦਾ। ਭਾਈ ਗੁਰਦਾਸ ਜੀ ਨੇ ਗਨਕਾ ਦਾ ਪ੍ਰਸੰਗ ਲਿਖਿਆ ਹੈ, ਕੇਵਲ ਮਹਾਂਪੁਰਸ਼ਾਂ ਦਾ ਬਚਨ ਮੰਨਿਆ ਸੱਚਖੰਡ ਨੂੰ ਚਲੇ ਗਈ। ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਸਤਾਰਾ। ਅਜਾਮਲ ਵਰਗੇ ਪਾਪੀ ਜਿਨ੍ਹਾਂ ਨੂੰ ਲੋਕ ਜਾਣਦੇ ਸੀ, ਸਾਰਾ ਸ਼ਹਿਰ ਜਾਣਦਾ ਸੀ ਪਾਪੀ ਹੈ ਇਹ, ਗਲਤ ਕਰਮ ਕਰਦਾ, ਜੋ ਸਮਾਜ ਵਿੱਚ ਨਿੰਦਣਯੋਗ ਕੰਮ ਹੈ ਉਹ ਕਰਦਾ ਹੈ। ਅਤੇ ਉਹ ਕਹਿੰਦੇ ਮਹਾਂਪੁਰਸ਼ਾਂ ਦੇ ਬਚਨ ਦੇ ਨਾਲ ਉਹ ਵੀ ਭਵ ਸਾਗਰ ਨੂੰ ਤਰ ਗਏ। ਜਪਹੀਣ ਤਪਹੀਣ ਕੁਲਹੀਣ ਕਰਮਹੀਣ ਨਾਮੇ ਕੇ ਸੁਆਮੀ ਤੇਊ ਤਰੇ। ਜਿਨ੍ਹਾਂ ਦੀ ਦ੍ਰਿਸ਼ਟੀ ਮਹਾਂਪੁਰਖਾਂ ਦੀ ਹੋ ਗਈ, ਤਾਰ ਦਿੱਤੇ ਜੀਵ। ਕੇਵਲ ਮਹਾਂਪੁਰਸ਼ਾਂ ਦੀ ਦ੍ਰਿਸ਼ਟੀ ਹੈ। ਸੰਤ ਬਾਬਾ ਸਾਹਿਬ ਸਿੰਘ ਜੀ ਬੇਦੀ ਊਨਾ ਸਾਹਿਬ ਵਾਲੇ, ਗੁਰੂ ਨਾਨਕ ਸਾਹਿਬ ਜੀ ਦੇ ਪਰਿਵਾਰ ਵਿੱਚੋਂ ਬਾਬਾ ਕਲਾਧਾਰੀ ਜੀ ਦੇ ਪੋਤਰੇ ਮਹਾਨ ਮਹਾਂਪੁਰਸ਼ ਹੋਏ ਆ, ਜਿਨ੍ਹਾਂ ਦਾ ਜੇਕਰ ਸਿੱਖ ਪੰਥ ਦੇ ਜਦੋਂ ਸਿੱਖ ਰਾਜ ਚੱਲਿਆ, ਉਹਦੇ ਵਿੱਚ ਬੜਾ ਸੁਨਹਿਰੀ ਅੱਖਰਾਂ ਦੇ ਨਾਮ ਲਿਖਿਆ ਹੋਇਆ ਬਾਬਾ ਸਾਹਿਬ ਸਿੰਘ ਜੀ ਬੇਦੀ। ਬੜੀ ਕਮਾਈ ਸੀ, ਕਮਾਈ ਅਤੇ ਸਤਿਕਾਰ ਵੀ ਵੱਡੇ ਸਨ। ਜਿੱਦਾਂ ਜਿੱਦਾਂ ਕਮਾਈ ਘਟਦੀ ਚਲੀ ਗਈ, ਸਤਿਕਾਰ ਵੀ ਘਟਦੀ ਚਲੇ ਗਿਆ।
ਜਿੰਨਾ ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦਾ ਉਨਾ ਹੀ ਲੋਕ ਉਸ ਪੁਸਤਕ ਦਾ ਕਰਨ ਲੱਗ ਜਾਂਦੇ ਆ। ਜਿੱਦਾਂ ਜਿੱਦਾਂ ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਮਨੁੱਖਾਂ ਦੇ ਅੰਦਰੋਂ, ਸੇਵਾ ਕਰਨ ਵਾਲਿਆਂ ਦੇ ਅੰਦਰੋਂ ਘਟ ਗਿਆ, ਲੋਕਾਂ ਨੇ ਪਾਠੀ ਸਿੰਘਾਂ ਦਾ ਸਤਿਕਾਰ ਛੱਡ ਦਿੱਤਾ। ਗੱਲ ਤਾਂ ਇਹ ਸਤਿਕਾਰ ਗੁਰੂ ਦੇ ਸਤਿਕਾਰ ਦੀ ਆ। ਜਿਨ੍ਹਾਂ ਨੇ ਬਾਣੀ ਦਾ ਸਤਿਕਾਰ ਕੀਤਾ ਉਹਨਾਂ ਦਾ ਸੰਸਾਰ ਨੇ ਸਤਿਕਾਰ ਕੀਤਾ। ਸੰਤ ਮਹਾਰਾਜ ਜੀ ਹਰਖੋ ਵਾਲੀਏ ਮਾਝੇ ਦੀ ਧਰਤੀ 'ਤੇ ਤੁਰੇ ਜਾਂਦੇ ਸਨ। ਇੱਕ ਪ੍ਰੇਮੀ ਨੇ ਘੋੜਾ ਫੜਿਆ ਹੋਇਆ ਅਤੇ ਸੂਰਜ ਛਿਪ ਗਿਆ। ਸੂਰਜ ਛਿਪਣ ਦੇ ਛਿਪ ਗਿਆ ਅਤੇ ਹਾਲੇ ਦਿਨ ਹੀ ਸੀ। ਉਹ ਸਿੰਘ ਨੇ ਘੋੜਾ ਫੜਿਆ ਹੋਇਆ ਅਤੇ ਮਹਾਂਪੁਰਸ਼ ਘੋੜੇ 'ਤੇ ਬੈਠੇ ਆ। ਉਹ ਸਿੰਘ ਨੇ ਰਹਿ ਰਾਸ ਸ਼ੁਰੂ ਹੋਈ, ਰਹਿ ਰਾਸ ਬਾਣੀ ਸ਼ੁਰੂ ਕਰ ਦਿੱਤੀ, ਨਾਲ ਘੋੜਾ ਫੜ ਕੇ ਤੁਰਿਆ ਹੋਇਆ। ਮਹਾਂਪੁਰਸ਼ਾਂ ਨੇ ਆਵਾਜ਼ ਮਾਰੀ, ਕਹਿੰਦੇ ਬੂਆ ਸਿਆਂ ਘੋੜਾ ਖੜਾ ਕਰ। ਘੋੜਾ ਖੜਾ ਕਰਕੇ ਘੋੜੇ ਤੋਂ ਉਤਰ ਗਏ। ਕਹਿੰਦੇ ਤੂੰ ਥੱਲੇ ਤੁਰਿਆ, ਬਾਣੀ ਪੜ੍ਹਦਾ, ਮੈਂ ਘੋੜੇ 'ਤੇ ਚੜ੍ਹਿਆ, ਤੂੰ ਮੇਰੇ ਘੋੜੇ 'ਤੇ ਬੈਠ। ਉਹਨੂੰ ਘੋੜੇ 'ਤੇ ਬਹਾੜਿਆ ਅਤੇ ਆਪ ਘੋੜਾ ਫੜ ਕੇ ਤੁਰ ਪਏ। ਕਹਿੰਦੇ ਗੁਰਮੁਖਾ ਬਾਣੀ ਇੱਦਾਂ ਨਹੀਂ, ਬੇਸਤਕਾਰੀ ਨਹੀਂ ਕਰੀਦੀ। ਕੋਈ ਪ੍ਰੇਮੀ ਆਏ ਹਰਖਵਾਲ, ਛੋਟੀ ਜਿਹੀ ਮੰਜੀ 'ਤੇ ਬੈਠੇ ਸਨ। ਬੈਠਿਆਂ ਬੈਠਿਆਂ ਇੱਕ ਗੁਰਮੁਖ ਦੇ ਇੱਕ ਨੌਜਵਾਨ ਮੁੰਡੇ ਦੀ ਜੇਬ ਵਿੱਚ ਗੁਟਕਾ ਦੇਖ ਲਿਆ ਮਹਾਂਪੁਰਸ਼ਾਂ ਨੇ। ਉਹਨੂੰ ਕਹਿਣ ਲੱਗੇ ਗੁਰਮੁਖਾ ਉੱਠ ਕੇ ਮੇਰੇ ਸਿਰਹਾਣੇ ਵਾਲੇ ਪਾਸੇ ਆ ਕੇ ਬਹਿ ਜਾ। ਕਹਿੰਦੇ ਤੂੰ ਗੁਟਕਾ ਜੇਬ ਵਿੱਚ ਪਾਇਆ ਹੋਇਆ ਅਤੇ ਤੂੰ ਥੱਲੇ ਬੈਠਾ, ਮੈਂ ਮੰਜੇ 'ਤੇ ਬੈਠਾ। ਜਿਨ੍ਹਾਂ ਨੇ ਗੁਰਬਾਣੀ ਦਾ ਸਤਿਕਾਰ ਕੀਤਾ, ਸੰਸਾਰ ਨੇ ਉਹਨਾਂ ਪੁਰਖਾਂ ਦਾ ਸਤਿਕਾਰ ਕਰ ਦਿੱਤਾ। ਗੱਲ ਤਾਂ ਸਤਿਕਾਰ ਦੀ ਹੈ। ਸਤਿਕਾਰ ਘਟੇ ਤਾਂ ਹੀ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਘੱਟ ਕਰ ਦਿੱਤਾ, ਲੋਕਾਂ ਨੇ ਸਾਡਾ ਵੀ ਘੱਟ ਕਰ ਦਿੱਤਾ। ਜਿੰਨਾ ਕੋਈ ਗੁਰੂ ਦਾ ਸਤਿਕਾਰ ਕਰੇਗਾ, ਜਿੰਨਾ ਕੋਈ ਗੁਰੂ ਨਾਲ ਪ੍ਰੇਮ ਕਰੇਗਾ, ਸੰਸਾਰ ਦੇ ਲੋਕ ਗੁਰੂ ਨਾਲ, ਉਹਨਾਂ ਪੁਰਖਾਂ ਨਾਲ ਪ੍ਰੇਮ ਕਰਨਗੇ। ਜਿਨ੍ਹਾਂ ਨੇ ਸਮਾਜ ਦੇ ਅੰਦਰ, ਦੇਖੋ ਦੁਨੀਆ ਦੇ ਅੰਦਰ ਜਿਨ੍ਹਾਂ ਭਗਤਾਂ ਨੇ ਪਰਮੇਸ਼ਰ ਨਾਲ ਪ੍ਰੇਮ ਕੀਤਾ, ਸੰਸਾਰ ਦੇ ਲੋਕਾਂ ਨੇ ਉਹਨਾਂ ਦਾ ਕੀਤਾ। ਅੱਜ ਤੱਕ ਦੁਨੀਆ ਵਿੱਚ ਜਾਣ ਤੋਂ ਬਾਅਦ ਵੀ ਜੈ ਜੈਕਾਰ ਹੋ ਰਹੀ ਹੈ। ਹੁਣ ਵੀ ਕੋਈ ਕਰਕੇ ਦੇਖ ਲਵੇ, ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਕੇ ਦੇਖ ਲਵੇ, ਹੁਣ ਵੀ ਉਹਨਾਂ ਪੁਰਖਾਂ ਦਾ ਸਤਿਕਾਰ ਹੋਵੇਗਾ। ਇਹ ਕੋਈ ਗੱਲ ਨਹੀਂ, ਜੋ ਪੁਰਾਤਨ ਚੱਲੀ ਆ ਰਹੀ ਗੱਲ ਹੈ। ਜਿਨ੍ਹਾਂ ਪਰਮੇਸ਼ਰ ਨਾਲ ਪਿਆਰ ਕੀਤਾ, ਸੰਸਾਰ ਨੇ ਉਹਨਾਂ ਨਾਲ ਪ੍ਰੇਮ ਕੀਤਾ। ਕਿਉਂਕਿ ਸੁਦਾਮੇ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਂਦਾ ਹੈ। ਜੈ ਦਿਓ ਨਾਮਾ ਬਿਪ ਸੁਦਾਮਾ, ਤਿਨ ਕੋ ਕਿਰਪਾ ਭਈ ਹੈ ਅਪਾਰ। ਕਹੈ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ। ਸੁਦਾਮੇ ਨੇ ਕਿਹਾ ਮਹਾਰਾਜ ਮੈਂ ਤਾਂ ਤੁਹਾਡੇ ਨਾਲ ਪ੍ਰੇਮ ਕੀਤਾ। ਕਹਿਣ ਲੱਗੇ ਸੁਦਾਮਿਆਂ, ਜੇ ਤੂੰ ਮੈਨੂੰ ਮਿੱਤਰ ਬਣਾ ਲਿਆ, ਤੈਨੂੰ ਹੋਰ ਮਿੱਤਰ ਬਣਾਉਣ ਦੀ ਦੁਨੀਆ ਵਿੱਚ ਜ਼ਰੂਰਤ ਨਹੀਂ ਹੈ। ਇੱਕ ਸੱਜਣ ਸਭ ਸੱਜਣਾ, ਇੱਕ ਬੈਰੀ ਸਭ ਬਾਦ। ਇੱਕ ਪਰਮੇਸ਼ਰ ਨੂੰ ਸੱਜਣ ਬਣਾ ਲਓ, ਸਾਰਾ ਸੰਸਾਰ ਸੱਜਣ ਬਣ ਜਾਊਗਾ। ਇੱਕ ਪਰਮੇਸ਼ਰ ਨਾਲ ਬੈਰ ਭਾਵਨਾ ਕਰ ਲਓ, ਸਾਰਾ ਸੰਸਾਰ ਬੈਰੀ ਬਣ ਜਾਂਦਾ। ਹਰਨਾਕਸ਼ ਨੇ ਸਤਯੁਗ ਦੇ ਅੰਦਰ ਭਗਵਾਨ ਨਾਲ ਬੈਰ ਕੀਤਾ। ਅੱਜ ਤੱਕ ਦੁਨੀਆ ਹਰਨਾਕਸ਼ ਨੂੰ ਬੁਰਾ ਗਿਣਦੀ ਹੈ। ਹਰਨਾਕਸ਼ ਦੁਸ਼ਟ ਹਰ ਮਾਰਿਆ, ਉਹਨੂੰ ਬਾਣੀ ਵਿੱਚ ਦੁਸ਼ਟ ਲਿਖਿਆ ਹੈ। ਤ੍ਰੇਤੇ ਯੁੱਗ ਵਿੱਚ ਰਾਮ ਜੀ ਦੇ ਨਾਲ ਰਾਵਣ ਨੇ ਬੈਰ ਕੀਤਾ। ਅੱਜ ਤੱਕ ਦੁਨੀਆ ਰਾਵਣ ਦੀ ਦੁਸ਼ਮਣ ਬਣੀ ਹੋਈ ਹੈ। ਦੁਆਪਰ ਯੁੱਗ ਵਿੱਚ ਭਗਵਾਨ ਕ੍ਰਿਸ਼ਨ ਨਾਲ ਕੰਸ ਨੇ, ਉਹਨਾਂ ਦੇ ਸਕੇ ਮਾਮੇ ਨੇ ਬੈਰ ਕੀਤਾ। ਅੱਜ ਤੱਕ ਦੁਨੀਆ ਕੰਸ ਦੀ ਬੈਰੀ ਬਣੀ ਹੈ। ਕਲਯੁੱਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਨਾਲ ਔਰੰਗਜ਼ੇਬ ਨੇ ਬੈਰ ਕੀਤਾ। ਅੱਜ ਤੱਕ ਸਿੱਖ ਕੌਮ ਸਾਰੀ ਔਰੰਗਜ਼ੇਬ ਦੀ ਦੁਸ਼ਮਣ ਬਣੀ ਹੈ। ਉਹਦਾ ਜੇ ਨਾਮ ਤਾਂ ਉਹਦਾ ਵੀ ਲੈਂਦੇ ਆ, ਪਰ ਹੋਰ ਢੰਗ ਨਾਲ ਲੈਂਦੇ ਆ। ਨਾ ਗੁਰੂਆਂ ਦਾ ਵੀ ਲੈਂਦੇ ਆ, ਹੋਰ ਢੰਗ ਨਾਲ ਲੈਂਦੇ ਆ। ਸਤਿਕਾਰ ਦਾ ਪੱਖ, ਜਿਨ੍ਹਾਂ ਨੇ ਗੁਰੂ ਦਾ ਸਤਿਕਾਰ ਕੀਤਾ, ਉਹਨਾਂ ਦਾ ਸੰਸਾਰ ਨੇ ਸਤਿਕਾਰ ਕਰ ਦਿੱਤਾ। ਸੰਤ ਬਾਬਾ ਸਾਹਿਬ ਸਿੰਘ ਜੀ ਬੇਦੀ, ਇੱਕ ਨਗਰ ਵਿੱਚ ਜਾਣਾ, ਦੂਜੇ ਨਗਰ ਵਾਲੇ ਲੋਕਾਂ ਨੇ ਪਹਿਲਾਂ ਹੀ ਆ ਜਾਣਾ, ਲੈਣ ਵਾਸਤੇ ਆਉਣਾ, ਮਹਾਂਪੁਰਸ਼ਾਂ ਨੂੰ ਅੱਗੇ ਲੈਣ ਵਾਸਤੇ ਜਾਣਾ। ਸਤਿਕਾਰ ਹੈ, ਅੱਗੇ ਲੈਣ ਵਾਸਤੇ ਜਾਣਾ, ਵੱਡਿਆਂ ਨੂੰ ਲੈਣ ਵਾਸਤੇ ਜਾਈਦਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਭਾਈ ਕੀ ਡਰੋਲੀ ਸਾਹਿਬਾਂ ਦਾ ਰਿਸ਼ਤੇਦਾਰ ਸੀ ਸਾਈਂ ਦਾਸ, ਜਦੋਂ ਸਾਹਿਬ ਭਾਈ ਕੀ ਡਰੋਲੀ ਪਹੁੰਚਣ ਤੋਂ ਪਹਿਲਾਂ ਸਾਈਂ ਦਾਸ ਜੀ 2 ਕਿਲੋਮੀਟਰ ਨੰਗੇ ਪੈਰੀਂ ਚੱਲ ਕੇ ਆਪਣੇ ਨਾਲ ਦੇ ਸੇ ਜਿਹੜੇ ਉਹਨਾਂ ਦੇ ਨਾਲ ਹੋਰ ਪ੍ਰੇਮੀ ਸਨ, ਉਹਨਾਂ ਨੂੰ ਲੈ ਕੇ 2 ਕਿਲੋਮੀਟਰ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਨੂੰ ਲੈਣ ਵਾਸਤੇ ਗਏ ਸਨ। ਮਹਾਂਪੁਰਸ਼ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਜਦੋਂ ਕੋਈ ਸਾਧੂ ਆਉਣਾ ਉੱਠ ਕੇ ਖੜ੍ਹੇ ਹੋ ਜਾਣਾ,
ਸਤਿਕਾਰ ਕਰਨਾ। ਭਾਵੇਂ ਬ੍ਰਹਮ ਸਨ, ਬ੍ਰਹਮ ਹੁੰਦਿਆਂ ਹੋਇਆਂ ਵੀ ਸਾਨੂੰ ਮੱਤ ਦਿੰਦੇ ਸਨ, ਭਾਈ ਆਉਂਦਾ ਸਾਧੂ ਦੇਖ ਕੇ ਖੜੇ ਹੋ ਜਾਈਦਾ। ਫਿਰ ਉਹਨੂੰ ਸਾਧੂ ਨੂੰ ਛੱਡਣ ਜਾਣਾ, ਇੰਨਾ ਸਤਿਕਾਰ ਕਰਨਾ ਉਹਨਾਂ ਨੇ ਨਾਮ ਜਪਣ ਵਾਲੇ ਗੁਰਮੁਖਾਂ ਦਾ। ਬਾਬਾ ਸਾਹਿਬ ਸਿੰਘ ਜੀ ਬੇਦੀ ਇੱਕ ਨਗਰ ਵਿੱਚ ਦੀਵਾਨ ਲੱਗਿਆ ਹੋਇਆ ਸੀ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਬਾਬਾ ਸਾਹਿਬ ਸਿੰਘ ਜੀ ਮਹਾਰਾਜ ਸਟੇਜ 'ਤੇ ਬੈਠੇ ਸਨ। ਬੜੀ ਦੁਨੀਆ ਜੁੜੀ ਬੈਠੀ ਸੀ। ਸੰਗਤ ਦੇਖ ਕੇ, ਇਕੱਠ ਦੇਖ ਕੇ ਇੱਕ ਰਿੱਛ ਲੈ ਕੇ ਕਲੰਦਰ ਉਹ ਵੀ ਸੰਗਤ ਵਿੱਚ ਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆ ਕੇ ਰਿੱਛ ਨੂੰ ਖੜਾ ਕਰਕੇ ਉਹ ਕਲੰਦਰ ਕਹਿੰਦਾ, ਟੇਕ ਕੋਈ ਮੱਥਾ, ਟੇਕ ਮੱਥਾ, ਬੜੇ ਲੋਕ ਬੈਠੇ ਆ, ਬੜੀ ਦਾਤ ਕੋਈ ਦੇ ਦੇਣਗੇ। ਉਹ ਰਿੱਛ ਸਿੱਖਿਆ ਹੋਇਆ ਸੀ, ਉਹਨੇ ਧਰਤੀ 'ਤੇ ਮੱਥਾ ਰੱਖ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ। ਬਾਬਾ ਸਾਹਿਬ ਸਿੰਘ ਜੀ ਮਹਾਰਾਜ ਸੋਚੀ ਪੈ ਗਏ, ਵੱਡੇ ਘਰ, ਵੱਡੀ ਦਾਤ, ਵੱਡੇ ਲੋਕ। ਅਸੀਂ ਤਾਂ ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਹਾਂ, ਪਰ ਫਿਰ ਵੀ ਘਰ ਤਾਂ ਵੱਡਿਆਂ ਦਾ ਹੀ ਕਹਾਉਂਦਾ। ਗੁਰੂ ਨਾਨਕ ਦਾ ਘਰ ਵੱਡਿਆਂ ਦਾ ਹੈ। ਕਹੋ ਨਾਨਕ ਸਭ ਤੇਰੀ ਵਡਿਆਈ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਨ੍ਹਾਂ ਦੀ ਜੈ ਜੈਕਾਰ ਦੁਨੀਆ ਅੰਦਰ ਅੱਜ ਹੋ ਰਹੀ ਹੈ। ਸਾਰੇ ਧਰਮ ਉਹਨਾਂ ਦਾ ਸਤਿਕਾਰ ਕਰਦੇ ਆ, ਸਭ ਤੋਂ ਵੱਡੇ ਸਨ। ਮੁਸਲਮਾਨ ਵੀ ਆਪਣਾ ਗੁਰੂ ਮੰਨਦੇ ਸੀ, ਹਿੰਦੂ ਵੀ ਆਪਣਾ ਗੁਰੂ ਮੰਨਦੇ ਸੀ, ਸਿੱਖ ਵੀ ਆਪਣਾ ਗੁਰੂ ਮੰਨਦੇ ਆ। ਤੇ ਜਦੋਂ ਹੁਣ ਕਲੰਦਰ ਨੇ ਰਿੱਛ ਨੂੰ ਖੜਾ ਕੀਤਾ, ਬਾਬਾ ਸਾਹਿਬ ਸਿੰਘ ਜੀ ਮਹਾਰਾਜ ਬਾਜ਼ ਮਾਰ ਕੇ ਕਹਿਣ ਲੱਗੇ, ਬੜੇ ਲੋਕ, ਵੱਡੀ ਦਾਤ। ਆਪਣੇ ਮੁਨਸ਼ੀ ਨੂੰ ਬਾਜ਼ ਮਾਰੀ, ਕਹਿੰਦੇ ਮੁਨਸ਼ੀ 31 ਰੁਪਏ 9 ਆਨੇ ਇਹ ਕਲੰਦਰ ਦੀ ਝੋਲੀ 'ਚ ਪਾ ਦੇ। ਉਹਨਾਂ ਸਮਿਆਂ 'ਚ ਪੈਸੇ ਨਹੀਂ ਸੀ ਹੁੰਦੇ, ਕੋਈ ਟਕਾ, ਕੋਈ ਆਨਾ। ਬਹੁਤ ਵੱਡੀ ਕੋਈ ਅਮੀਰ ਛਾਲ ਮਾਰਦਾ ਸੀ, ਰੁਪਈਆ ਦਿੰਦੇ ਸੀ, 1 ਰੁਪਈਆ। 1 ਰੁਪਈਆ ਤਾਂ ਸਾਡੇ ਦੇਖਦਿਆਂ ਦੇਖਦਿਆਂ ਜਦੋਂ ਮੁੰਡੇ ਨੂੰ ਕੜਮਾਈ ਪਾਉਂਦੇ ਸੀ, 1-1 2-2 ਰੁਪਈਏ ਪਾਉਂਦੇ ਹੁੰਦੇ ਸਨ। ਜਦੋਂ 31 ਰੁਪਈਏ 9 ਆਨੇ ਕਲੰਦਰ ਨੇ ਸੁਣੇ ਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਉਹਨਾਂ ਦੇ ਮੁਨਸ਼ੀ ਨੇ 31 ਰੁਪਈਏ 9 ਆਨੇ, ਚਾਂਦੀ ਦੇ ਰੁਪਈਏ ਸਾਨੂੰ ਦਿਓ, 31 ਰੁਪਈਏ 9 ਆਨੇ ਗਿਣ ਕੇ ਕਲੰਦਰ ਦੀ ਝੋਲੀ ਪਾ ਦਿੱਤੀ। ਕਲੰਦਰ ਨੂੰ ਕਹਿਣ ਲੱਗੇ, ਪੈਸੇ ਗਿਣ ਲੈ, 31 ਰੁਪਈਏ 9 ਆਨੇ ਗਿਣ ਲਾ। ਕਲੰਦਰ ਨੇ ਗਿਣ ਲਏ ਪੈਸੇ, ਗਿਣ ਕੇ ਕਹਿੰਦਾ, ਮਹਾਰਾਜ ਜੀ 31 ਰੁਪਈਏ 9 ਆਨੇ ਆ ਜੀ। ਕਹਿੰਦੇ ਰਿੱਛ ਦੇ ਗਲੋਂ ਰੱਸਾ ਖੋਲ ਦੇ, ਰਿੱਛ ਦੇ ਗਲੋਂ ਰੱਸਾ ਖੋਲ ਦੇ। ਉਹ ਕਹਿੰਦਾ, ਮਹਾਰਾਜ ਜੀ ਨੱਠ ਗਿਆ, ਮੁੜ ਕੇ ਹੱਥ ਨਹੀਂ ਆਉਣਾ। ਬਾਬਾ ਜੀ ਕਹਿੰਦੇ, ਨੱਠਣ ਜੋਗਾ ਨਹੀਂ ਹੈ ਹੁਣ ਇਹ, ਖੋਲ ਦੇ, ਇਹਦੇ ਸਵਾਸ ਪੂਰੇ ਹੀ ਆ ਹੁਣ। ਉਹ ਰਿੱਛ ਲੰਮੇ ਲੰਮੇ ਸਾਹ ਲੈਣ ਲੱਗ ਪਿਆ, ਕਲੰਦਰ ਰੋਣ ਲੱਗ ਪਿਆ। ਜਿਹਦੀ ਰੋਜ਼ ਦੀ ਰੋਜੀ ਸੀ, ਰੋਣ ਲੱਗ ਗਿਆ। ਮਹਾਂਪੁਰਸ਼ ਕਹਿਣ ਲੱਗੇ, ਰੋ ਨਾ, ਤੇਰਾ ਹਿਸਾਬ ਇਹਦੇ ਨਾਲ 31 ਰੁਪਈਏ 9 ਆਨੇ ਹੀ ਰਹਿੰਦਾ ਸੀ। ਇਹਨੇ ਜਿੱਦਣ 31 ਰੁਪਈਏ 9 ਆਨੇ ਪੂਰੇ ਹੋ ਜਾਣੇ ਸੀ, ਇਹਨੇ ਸਰੀਰ ਛੱਡ ਜਾਣਾ ਸੀ। ਤੇਰੇ ਨਾਲ ਹਿਸਾਬ ਇਹਦਾ 31 ਰੁਪਈਏ 9 ਆਨੇ ਹੀ ਸੀਗਾ। ਜੇ ਕੋਈ ਅਮੀਰ 31 ਰੁਪਈਏ 9 ਆਨੇ ਦੇ ਕੇ ਇਹਨੂੰ ਛੁਡਾ ਵੀ ਦਿੰਦਾ, ਜੇ ਕੋਈ ਛੁਡਾ ਵੀ ਦਿੰਦਾ, ਫਿਰ ਵੀ ਰਿੱਛ ਨੇ ਕਿਸੇ ਦਾਤ ਤਾਂ ਇਹਨੂੰ ਮਿਲਣੀ ਨਹੀਂ ਸੀ, ਤੇ ਤੋਂ ਛੁੱਟ ਕੇ ਉੱਧਰ ਜਾ ਫਸਣਾ ਸੀ ਇਹਨੇ। ਕਹਿੰਦੇ ਤੂੰ ਆਪਣਾ ਹਿਸਾਬ ਕਰ ਲੈ ਰਿੱਛ ਨਾਲ ਪੂਰਾ, ਤੇਰਾ ਹਿਸਾਬ ਅਸੀਂ ਪੂਰਾ ਕਰਾਤਾ। ਰਿੱਛ ਦੇ ਗੁਨਾਹ ਅਸੀਂ ਗੁਰੂ ਨਾਨਕ ਤੋਂ ਬਖਸ਼ਾਤੇ ਆ। ਉਸੇ ਵੇਲੇ ਰਿੱਛ ਨੂੰ ਬਵਾਨ ਚਾੜ ਕੇ ਦਰਗਾਹ ਨੂੰ ਤੋੜ ਦਿੱਤਾ। ਇਹ ਮਹਾਂਪੁਰਸ਼ਾਂ ਦੀ ਵਡਿਆਈ ਆ। ਸਾਧ ਕੇ ਸੰਗ ਨਹੀਂ ਕੁਛ ਘਾਲ, ਸਾਧੂ ਦੀ ਸੰਗਤ ਨਾਲ ਮਿਹਨਤ ਨਹੀਂ ਕਰਨੀ ਪੈਂਦੀ, ਉਹਨਾਂ ਦੇ ਬਚਨ ਦੇ ਨਾਲ ਹੀ। ਬੜੇ ਬੜੇ ਪਾਪੀ ਤਰ ਗਏ, ਬੜੇ ਬੜੇ ਜਿਹੜੇ ਬੰਦਿਆਂ ਨੂੰ ਬੰਦੇ ਖਾਂਦੇ ਸੀ, ਉਹ ਬੰਦੇ ਵੀ ਤਾਰ ਦਿੱਤੇ, ਬੰਦਿਆਂ ਦਾ ਮਾਸ ਖਾਂਦੇ ਸੀ। ਕੋਡੇ ਰਕਸ ਵਰਗੇ ਹੁਣ ਵੀ ਬੜੇ ਆ। ਰੋਜ਼ ਚਾਈਨਾ ਵਿੱਚ ਵਾਇਰਸ ਚੱਲਿਆ ਹੋਇਆ, ਬਿਮਾਰੀ ਚੱਲੀ ਹੋਈ ਆ, ਉੱਥੇ ਹਾਲੇ ਵੀ ਬੰਦੇ, ਜਾਪਾਨ ਵਿੱਚ ਇੱਕ ਬੰਦੇ ਦਾ ਮਾਸ ਵਿਕਦਾ, ਇੱਕ ਹੋਟਲ ਦੇ ਵਿੱਚ ਬੰਦਿਆਂ ਦਾ ਮਾਸ ਵਿਕਦਾ, ਜਦੋਂ ਮਰਜ਼ੀ ਲੈ ਲਓ। ਉਹ ਬੰਦਿਆਂ ਦਾ ਮਾਸ ਉਹਨਾਂ ਨੇ ਦਿਖਾ ਲਿਆ, ਸਿਰ ਵੱਢ ਕੇ ਰੱਖੇ ਆ, ਲੱਤਾਂ ਵੱਢ ਕੇ ਰੱਖੀਆਂ, ਤਾਂ ਉਹਨਾਂ ਦਾ ਮਾਸ ਲੋਕ ਖਾਂਦੇ ਆ। ਉਦੋਂ ਤਾਂ ਇੱਕ ਕੌਡਾ ਰਾਖਸ਼ ਹੋਊਗਾ, ਹੁਣ ਪਤਾ ਨਹੀਂ ਕਿੰਨੇ ਕੁ ਹੋਣਗੇ। ਫਿਰ ਉਹ ਤੋਂ ਪੁੱਛਿਆ ਵੀ ਬੰਦੇ ਦਾ ਮਾਸ ਤੁਸੀਂ ਲਿਆਉਂਦੇ ਕਿੱਥੋਂ? ਉਹ ਕਹਿੰਦਾ ਜਦੋਂ ਕੋਈ ਸਰੀਰ ਛੱਡ ਜਾਂਦਾ ਹੈ ਤਾਂ ਉਹ ਸਰੀਰ ਛੱਡਣ ਲੱਗਾ ਆਪਣਾ ਸਰੀਰ ਵੇਚ ਜਾਂਦਾ।
ਉਹਦਾ 30,000 ਯੂਰੋ ਮੁੱਲ ਪੈਂਦਾ, ਤੇ ਉਹ 30,000 ਯੂਰੋ ਦਾ ਮੁੱਲ ਲਿਆ ਕੇ ਬੰਦੇ ਦਾ ਮਾਸ ਹੋਟਲਾਂ ਵਿੱਚ ਰਿੰਨ ਕੇ ਵੇਚਦੇ ਆ। 30,000 ਯੂਰੋ ਦਾ ਇੱਧਰਲਾ 24 ਲੱਖ ਰੁਪਈਆ ਬਣ ਗਿਆ, ਉੱਧਰਲਾ 30,000 ਯੂਰੋ ਜਾਪਾਨ ਦੇ ਵਿੱਚ। ਉਹ ਹੋਰ ਵੀ ਜਿਹੜੇ ਜਾਂ ਕੋਈ ਸਿਆਣਾ ਮਰ ਜਾਵੇ ਉਹ ਵੀ ਉੱਥੇ ਹੋਟਲ 'ਚ ਹੀ ਵਿਕ ਜਾਂਦਾ। ਉਸ ਵੇਲੇ ਜਿਹੜੇ ਕੌਡੇ ਰਾਖਸ਼ ਵਰਗੇ ਬੰਦਿਆਂ ਦਾ ਮਾਸ ਖਾਂਦੇ ਸੀ, ਗੁਰੂ ਨਾਨਕ ਸਾਹਿਬ ਨੇ ਦ੍ਰਿਸ਼ਟੀ ਕਰਕੇ ਕੌਡੇ ਨੂੰ ਮੰਜੀ ਦੇਤੀ। ਕੌਡੇ ਨੇ ਬੜੀ ਦੁਨੀਆ ਨੂੰ ਤਾਰਿਆ, ਸਮੱਤ ਦੇ ਦਿੱਤੀ। ਖੋਟੀ ਮੱਤ ਦੂਰ ਕਰਨੀ ਨਹੀਂ ਪੈਂਦੀ। ਜਦੋਂ ਮਹਾਤਮਾ ਪੁਰਖਾਂ ਦੀ ਸੰਗਤ ਜੀਵ ਕਰਦਾ, ਇਹਦੇ ਦਰਸ਼ਨ ਕਰਕੇ ਹੀ ਪਾਪ ਖਤਮ ਹੋ ਜਾਂਦੇ, ਇਹਦੀ ਖੋਟੀ ਬੁੱਧੀ ਦੂਰ ਹੋ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਵਚਨ ਹੈ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਮਿੱਤਰ ਸਾਡੜੇ ਸਹੀ, ਜਿਨ੍ਹਾਂ ਦੇ ਦਰਸ਼ਨ ਕਰਦਿਆਂ ਖੋਟੀ ਮਤ ਦੂਰ ਹੋ ਜਾਵੇ। ਢੰਢੇਂਦੀ ਰਗ ਜਗ ਸਵਾਇਆ, ਜਨ ਨਾਨਕ ਬਿਰਲੇ ਕਈ। ਤੁਹਾਡੇ ਵਿੱਚ ਸ਼ਾਇਦ ਕੋਈ ਸਰੀਰ ਬੈਠੇ ਹੋਣਗੇ ਜਿਨ੍ਹਾਂ ਨੇ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਦਰਸ਼ਨ ਕੀਤੇ ਹੋਣਗੇ। ਸਾਹਮਣੇ ਬਚਨ ਕਰਨ ਦੀ ਸਮਰੱਥਾ ਤਾਂ ਨਹੀਂ ਸੀ। ਇੱਕ ਵਾਰੀ ਕੋਈ ਦਰਸ਼ਨ ਕਰ ਲੈਂਦਾ ਸੀ, 15 ਦਿਨ ਮਨ ਸ਼ਾਂਤ ਹੀ ਰਹਿੰਦਾ ਸੀ। ਮਨ ਦੇ ਅੰਦਰ ਕੋਈ ਮਾੜਾ ਫੁਰਨਾ ਫੁਰਦਾ ਨਹੀਂ ਸੀ। ਉਹਨਾਂ ਦਾ ਤੇਜ ਪ੍ਰਤਾਪ ਹੀ ਐਡਾ ਸੀ। ਸੂਰਜ ਕਿਸੇ ਨੂੰ ਇਹ ਨਹੀਂ ਕਹਿੰਦਾ ਮੈਂ ਧੁੱਪ ਕੱਟ ਦੇਣੀ ਆ, ਰਾਜਾ ਹੋਵੇ ਗਰੀਬ ਹੋਵੇ ਸਾਰਿਆਂ ਨੂੰ ਇੱਕੋ ਜਿਹੀ ਦਿੰਦਾ। ਹਵਾ ਕਿਸੇ ਨੂੰ ਕਹਿੰਦੀ ਨਹੀਂ ਮੈਂ ਅਮੀਰ ਨੂੰ ਨਹੀਂ ਲੱਗਣਾ, ਗਰੀਬ ਨੂੰ ਅਮੀਰ ਨੂੰ ਲੱਗਣਾ, ਗਰੀਬ ਨੂੰ ਨਹੀਂ ਲੱਗਣਾ। ਇੱਕੋ ਜਿਹੀ ਹਵਾ ਦੁਨੀਆ ਨੂੰ ਲੱਗਦੀ ਹੈ। ਇਹ ਬ੍ਰਹਮ ਦੇ ਗੁਣ ਹੈ। ਬ੍ਰਹਮ ਵਿੱਚ ਗੁਣ ਹੈ, ਉਹ ਕਿਸੇ ਦਾ ਵਿਤਕਰਾ ਨਹੀਂ ਕਰਦਾ। ਰਾਜਾ ਚੱਲ ਜਾਵੇ ਉਹਦੇ 'ਤੇ ਵੀ ਇੱਕੋ ਜਿਹਾ, ਜਿਹਦਾ ਧੁੱਪ ਇੱਕੋ ਜਿਹੀ ਪੈਂਦੀ ਹੈ। ਗਰੀਬ ਚਲੇ ਜਾਵੇ ਉਹਦੇ 'ਤੇ ਵੀ ਉਨਾ ਹੀ ਪ੍ਰਭਾਵ ਪੈਂਦਾ। ਮਹਾਂਪੁਰਸ਼ ਦੇ ਦਰਸ਼ਨ ਦਾ ਪ੍ਰਤਾਪ ਹੈ। ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚੋਂ ਗੁਰੂ ਗੋਬਿੰਦ ਨਾਨਕ ਸਾਹਿਬ ਜੀ ਨੇ 10 ਰੂਪਾਂ ਵਿੱਚ ਆਏ ਨੇ। 10 ਰੂਪਾਂ ਵਿੱਚ ਵੱਖਰਾ ਵੱਖਰਾ ਢੰਗ ਕਰਕੇ ਪ੍ਰੈਕਟੀਕਲੀ ਗੱਲ ਕਰਕੇ ਸਿੱਖ ਨੂੰ ਜੀਵਨ ਪ੍ਰੈਕਟੀਕਲੀ ਕਰਕੇ ਦਿਖਾ ਲਿਆ। ਇਹ ਜੀਵਨ ਹੋਵੇ ਤਾਂ ਤੂੰ ਬ੍ਰਹਮ ਬਣ ਸਕਦਾ ਹੈ। ਜਿੰਨਾ ਚਿਰ ਤੇਰੇ ਵਿੱਚ ਇਹ ਔਗਣ ਨੇ ਤੂੰ ਬ੍ਰਹਮ ਨਹੀਂ ਬਣ ਸਕਦਾ। ਪਹਿਲੇ ਯੁੱਗਾਂ ਵਿੱਚ ਅਵਤਾਰ ਇੱਕੋ ਹੀ ਇੱਕ ਆਏ ਔਰ ਇੱਕੋ ਹੀ ਇੱਕ ਅਵਤਾਰ ਆਏ। ਉਹਨਾਂ ਨੇ ਆਪਣੀ ਡਿਊਟੀ ਕਰਕੇ ਚਲੇ ਗਏ। ਜੀਵਾਂ ਦੀਆਂ ਮੱਤ ਬੁੱਧੀਆਂ ਕੁਛ ਠੀਕ ਸਨ। ਸਤਯੁਗ ਰਥ ਸੰਤੋਖ ਕਾ ਧਰਮ ਅੱਗੇ ਰਥਵਾਹ। ਸਤਯੁਗ ਬਹੁਤ ਦੁਨੀਆ ਸੱਚ ਬੋਲਦੀ ਸੀ, ਸੰਤੋਖੀ ਬੰਦੇ ਸਨ। ਸਤਯੁਗ ਸੱਚ ਕਹੇ ਸਭ ਕੋਈ, ਘਰ ਘਰ ਗੁਰਮੁਖ ਭਗਤ ਹੋਈ। ਘਰ ਘਰ ਵਿੱਚ ਗੁਰਮੁਖ ਸਨ, ਘਰ ਘਰ ਵਿੱਚ ਭਗਤ ਸਨ, ਸੰਤੋਖੀ ਬੰਦੇ ਸਨ। ਸਾਰੇ ਲੋਕ ਸੱਚ ਬੋਲਦੇ ਸਨ। ਤ੍ਰੇਤੇ ਕਾਲੇ ਕੀਨੀ ਦੂਰ, ਪਖੰਡ ਵਰਤਿਆ ਹਰ ਜਾਣਨ ਦੂਰ। ਯੁੱਗ ਬਦਲ ਗਿਆ, ਜੀਵਾਂ ਦੇ ਸੁਭਾਅ ਬਦਲ ਗਏ, ਯੁੱਗ ਬਦਲ ਗਿਆ। ਜਦੋਂ ਸੁਭਾਅ ਬਦਲਦਾ ਯੁੱਗ ਤਾਂ ਹੀ ਬਦਲਦਾ। ਜਦੋਂ ਸੁਭਾਅ ਵਿੱਚ ਤਬਦੀਲੀ 'ਚ ਸੁਭਾਅ ਸਤੋਗੁਣੀ ਹੈ ਅਤੇ ਸਤਯੁਗ ਹੈ। ਜੇ ਸਾਰੇ ਸਤੋਗੁਣੀ ਪਰਿਵਾਰ 'ਚ ਹੋਣ ਤਾਂ ਲੜਾਈ ਝਗੜਾ ਹੁੰਦਾ ਹੀ ਨਹੀਂ, ਸਤਯੁਗ ਹੈ। ਸੰਤੋਖੀ ਹੋਣ ਅਤੇ ਸਤੋਗੁਣੀ ਹੋਣ, ਸਤਯੁਗ ਹੈ। ਜਦੋਂ ਕਲਾ ਕਲੇਸ਼ ਲੋਭ ਲਹਿਰ ਦੀ ਵੱਧ ਜਾਵੇ ਉਹਨੂੰ ਕਲਯੁਗ ਕਹਿੰਦੇ ਆ। ਰੌਲਾ ਪੈ ਜਾਵੇ, ਕਲਾ ਕਲੇਸ਼ ਮਨ ਤਪਦੇ ਉਹਨੂੰ ਕਹਿੰਦੇ ਕਲਯੁਗ। ਅੱਜ ਕਿਸੇ ਨੂੰ ਪੁੱਛ ਕੇ ਦੇਖੋ, ਸਾਰੀ ਦੁਨੀਆ ਤਪੀ ਪਈ ਆ। ਬਾਬੇ ਦੇਖਿਆ ਧਿਆਨ ਧਰ, ਸਭ ਪ੍ਰਿਥਵੀ ਜਲਤੀ ਨਜ਼ਰ ਆਈ। ਸਾਰੇ ਸੰਸਾਰ ਨੂੰ ਨਿਗਾਹ ਮਾਰ ਕੇ ਦੇਖੀ, ਸਾਰੇ ਸੰਸਾਰ ਦੇ ਲੋਕ ਦੁਖੀ ਹੈ। ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਦੁਨੀਆ ਨੂੰ ਦੇਖ ਕੇ, ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਸਤਿਗੁਰੂ ਨਾਨਕ ਪ੍ਰਗਟਿਆ। ਮਿੱਠੀ ਧੁੰਦ ਜਗ ਚਾਨਣ ਹੋਆ, ਅਗਿਆਨਤਾ ਦੀ ਧੁੰਦ ਮਿਟ ਗਈ। ਸੰਸਾਰ ਦੇ ਲੋਕਾਂ ਨੂੰ ਗਿਆਨ ਕਰ ਦਿੱਤਾ। ਜਿਹੜੇ ਬੜੇ ਬੜੇ ਲੋਕ, ਰਾਜੇ ਲੋਕ ਗਲਤ ਰਸਤੇ ਤੁਰੇ ਹੋਏ ਸਨ, ਉਹਨਾਂ ਨੂੰ ਸਿੱਧੇ ਰਸਤੇ ਪਾ ਦਿੱਤਾ। ਜਿਹੜੇ ਬੜੇ ਬੜੇ ਧਾਰਮਿਕ ਪੱਖ ਦੇ ਆਗੂ ਸਨ, ਉਹਨਾਂ ਨੂੰ ਸਿੱਧੇ ਕਰ ਦਿੱਤਾ। ਉਹਨੇ ਮਗਰ ਲੱਗਣ ਵਾਲੇ ਆਪੇ ਸਿੱਧੇ ਹੋ ਗਏ। ਤਾਂ ਗੁਰੂ ਨਾਨਕ ਸਾਹਿਬ ਜੀ ਇਹ ਮਿਸ਼ਨ ਚਲਾਇਆ ਸੀ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ 10ਵੇਂ ਪਾਤਸ਼ਾਹ ਜੀ ਤੱਕ ਫਿਰ ਆਖਰੀ ਪੇਪਰ ਪਿਆ। ਆਖਰੀ ਪੇਪਰ ਵਿੱਚ ਸਿੱਖ ਪਾਸ ਹੋਇਆ ਅਤੇ ਫਿਰ ਅੱਗੇ ਪੰਥ ਚੱਲਿਆ। ਨਹੀਂ ਤਾਂ ਅੰਮ੍ਰਿਤ ਦੀ ਦਾਤ ਤਾਂ ਗੁਰੂ ਨਾਨਕ ਸਾਹਿਬ ਜੀ ਵੀ ਦੇ ਸਕਦੇ ਸਨ, ਇੱਕੋ ਹੀ ਸਰੂਪ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤਾਂ ਫਰਕ ਤਾਂ ਕੋਈ ਨਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਕਿਉਂ ਨਹੀਂ ਦਿੱਤਾ? ਉਹਨਾਂ ਨੇ ਇੱਕ ਮਨੁੱਖ ਨੂੰ ਬਣਾਉਣ ਵਾਸਤੇ ਮਨੁੱਖ ਨੂੰ ਦੱਸਿਆ ਬਈ ਨਾਮ ਤੋਂ ਬਿਨਾਂ ਤੇਰਾ ਭਲਾ ਨਹੀਂ ਹੋ ਸਕਦਾ। ਜਿੰਨਾ ਚਿਰ ਮਨੁੱਖ ਨਾਮ ਦੇ ਨਾਲ ਨਹੀਂ ਜੁੜਦਾ,
ਜਦੋਂ ਕਿਸੇ ਨੂੰ ਔਕੜ ਪੈਂਦੀ ਆ ਫਿਰ ਭਗਵਾਨ ਨੂੰ ਚੇਤੇ ਕਰਦਾ ਮਨੁੱਖ। ਜਦੋਂ ਸੁਖੀ ਹੋ ਜਾਂਦਾ ਭਗਵਾਨ ਨੂੰ ਚੇਤਾ ਭੁਲਾ ਦਿੰਦਾ। ਉਹ ਤੋਂ ਵਿਛੜ ਕੇ ਹੀ ਦੁੱਖ ਮਨੁੱਖ ਪਾਉਂਦਾ ਹੈ, ਜੇ ਉਹਦੇ ਨਾਲ ਜੁੜਿਆ ਰਹੇ ਦੁੱਖ ਨਹੀਂ ਹੁੰਦਾ। ਡਾਕਟਰ ਭਾਈ ਵੀਰ ਸਿੰਘ ਜੀ ਨੇ ਇੱਕ ਪ੍ਰਮਾਣ ਦਿੱਤਾ ਹੈ, ਕਹਿੰਦੇ ਸਾਬਣ ਲਾ ਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ। ਕੋਲੇ ਨੂੰ ਅੱਗ ਤੋਂ ਪਰੇ ਕਰ ਦਿਓ, ਕਾਲਕ ਚਾੜਨ ਦੀ ਜ਼ਰੂਰਤ ਨਹੀਂ ਪੈਂਦੀ, ਆਪੇ ਹੀ ਚੜ੍ਹ ਜਾਂਦੀ ਹੈ। ਉਹਨੂੰ ਸਾਫ਼ ਜਗ੍ਹਾ 'ਤੇ ਰੱਖ ਦਿਓ, ਸਾਫ਼ ਜਗ੍ਹਾ 'ਤੇ ਪਿਆ ਹੀ ਕਾਲਾ ਹੋ ਜਾਂਦਾ। ਮਨੁੱਖ ਰੱਬ ਤੋਂ ਟੁੱਟ ਜਾਵੇ, ਮੈਲ ਚਾੜਨ ਦੀ ਜ਼ਰੂਰਤ ਨਹੀਂ, ਆਪੇ ਜੜੀ ਹੋਈ ਹੈ। ਮੈਲ ਲਿਆਉਣੀ ਥੋੜ੍ਹਾ ਪੈਂਦੀ, ਕੋਲਾ ਤਾਂ ਆਪਣੇ ਕਾਲਾ ਹੋ ਗਿਆ ਆਪੇ। ਪਹਿਲਾਂ ਹੀ ਉਹ ਕਾਲਾ ਹੀ ਸੀ, ਉਹਦੇ ਨਾਲ ਲੱਗ ਕੇ ਲਾਲ ਸੀ। ਉਹ ਜਿਹਦੀ ਅੰਸ਼ ਸੀ, ਜਿੱਥੋਂ ਆਇਆ ਸੀ, ਜਿੰਨਾ ਚਿਰ ਉਹਦੇ ਨਾਲ ਨਹੀਂ ਜੁੜਦਾ ਸੀ ਉਹਨੂੰ ਲਾਲ ਰੰਗ ਨਹੀਂ ਮਿਲਦਾ ਸੀ। ਡਾਕਟਰ ਭਾਈ ਵੀਰ ਸਿੰਘ ਜੀ ਕਹਿੰਦੇ ਸਾਬਣ ਲਾ ਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਦੁੱਧ ਵਿੱਚ ਵੀ ਸੁੱਟਿਆ, ਦਹੀਂ ਵਿੱਚ ਵੀ ਪਾਇਆ, ਪਰ ਕੋਲਾ ਚਿੱਟਾ ਨਹੀਂ ਹੋਇਆ। ਖੁੰਭ ਚਾੜ ਰੰਗਣ ਸੀ, ਚੜਿਆ ਰੰਗ ਨਾ ਉਸ ਬਟਾਇਆ। ਕਈ ਲਲਾਰੀ ਉਹਦਾ ਰੰਗ ਕਾਟ ਪਾ ਕੇ ਰੰਗ ਲਾ ਦਿੰਦੇ ਆ, ਫਿਰ ਨਵਾਂ ਰੰਗ ਚਾੜ ਦਿੰਦੇ ਆ। ਕਹਿੰਦੇ ਉਹ ਵੀ ਗੱਲ ਕਰਕੇ ਦੇਖੀ, ਧਾਬੀ ਨਾ ਉਹ ਮੁੜ ਕੇ ਚਿੱਟਾ ਨਹੀਂ ਹੋਇਆ ਕੋਲਾ। ਫਿਰ ਵਿਚਾਰ ਕੀਤੀ ਸਿਆਣੇ ਬੰਦਿਆਂ ਨੇ, ਇਹਨੂੰ ਕਾਲਕ ਚੜ੍ਹੀ ਕਿੱਥੋਂ, ਦੇਖੋ ਤਾਂ ਅਸੀਂ ਗੱਲ ਚੜ੍ਹੀ ਕਿੱਥੋਂ ਹੈ। ਉਹ ਕਹਿੰਦੇ ਕੋਲਾ ਅੱਗ ਤੋਂ ਵਿਛੜ ਗਿਆ ਤਾਂ ਕਾਲਾ ਹੋ ਗਿਆ ਏ। ਵਿਛੜ ਕੇ ਕਾਲਕ ਸੀ ਆਈ, ਅੱਗ ਤੋਂ ਵਿਛੜ ਗਿਆ, ਕਾਲਕ ਆਪਣੇ ਆਪ ਹੀ ਆ ਗਈ। ਵਿਛੜ ਕੇ ਕਾਲਕ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ, ਅੰਗ ਅੱਗ ਦੇ ਲਾ ਕੇ ਵੇਖੋ ਚੜ੍ਹਦਾ ਰੂਪ ਸਵਾਇਆ। ਮਾੜਾ ਜਿਹਾ ਕੋਲੇ ਦਾ ਮਾੜਾ ਜਿਹਾ ਨਾਲ ਅੱਗ ਦੇ ਲਾ ਦਿਓ, ਲਾਲ ਹੋ ਜਾਊਗਾ, ਆਪਣੇ ਆਪੇ ਮੈਲ ਦੂਰ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਮਿਸ਼ਨ ਚਲਾਇਆ, ਭਾਈ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸ਼ੁੱਧੀ ਨਹੀਂ ਹੋ ਸਕਦੀ। ਭਰੀਐ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸੁਖੇ। ਮੂਤ ਪਲੀਤੀ ਕੱਪੜ ਹੋਏ ਦੇ, ਸਾਬੂਣ ਲਈਏ ਉਹ ਧੋਏ। ਭਰੀਐ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਨਾਮ ਦੇ ਰੰਗ ਤੋਂ ਬਿਨਾਂ ਮਤ ਧੋਤੀ ਨਹੀਂ ਜਾਣੀ, ਮਤ ਸ਼ੁੱਧ ਨਹੀਂ ਹੋਣੀ, ਮਤ ਦੇ ਵਿਚਾਰ ਨਹੀਂ ਬਦਲਣੇ। ਮਤ ਆਪਣੇ ਆਪ ਜਿਹੜਾ ਸੰਸਾਰ ਵਿੱਚ ਆਪਣੀ ਮਤ ਜਿਹੜਾ ਲਈ ਫਿਰਦਾ ਉਹਨੂੰ ਮਨ ਮਤ ਕਹਿੰਦੇ, ਆਪਣੀ ਮਨ ਦੀ ਮਤ ਹੈ ਉਹਦੀ। ਇੱਕ ਗੁਰੂ ਨਾਨਕ ਸਾਹਿਬ ਜੀ ਦੀ ਮਤ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਹੋਈ ਆ। ਉਹ ਮਤ ਜਿਹਨੂੰ ਗ੍ਰਹਿਣ ਕਰਕੇ ਉਹਨੂੰ ਕਹਿੰਦੇ ਗੁਰਮਤ। ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਵੀ ਗਏ ਗਿਆਨ ਦਿੱਤਾ ਸੰਸਾਰ ਦੇ ਲੋਕਾਂ ਨੂੰ, ਭਾਈ ਪਰਮੇਸ਼ਰ ਦਾ ਨਾਮ ਜਪਿਆ ਕਰੋ, ਪਰਮੇਸ਼ਰ ਦੇ ਨਾਲ ਜੁੜੋ। ਜਿੱਥੋਂ ਤੁਸੀਂ ਟੁੱਟੇ ਹੋ ਉੱਥੇ ਜੁੜ ਕੇ ਮੁੜ ਕੇ ਤੁਹਾਨੂੰ ਸੁੱਖ ਮਿਲ ਜਾਵੇਗਾ। ਜਿਉਂ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ। ਜੇ ਸੁੱਖ ਦੀ ਪ੍ਰਾਪਤੀ ਪਰਮੇਸ਼ਰ ਦੀ ਸ਼ਰਨ ਵਿੱਚ ਆ, ਸੁਖੀ ਹੋ ਜਾਵੇਗਾ। ਬੜੇ ਬੜੇ ਪੁਰਖਾਂ ਨੂੰ ਸਾਲਸਰਾਏ ਵਰਗਿਆਂ ਨੂੰ ਮੰਜੀਆਂ ਦਿੱਤੀਆਂ, ਸੱਜਣ ਠੱਗ ਵਰਗਿਆਂ ਨੂੰ ਸੱਜਣ ਬਣਾ ਕੇ ਮੰਜੀਆਂ ਦੇ ਦਿੱਤੀਆਂ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਮਿਹਰ ਕਿਰਪਾ ਕੀਤੀ। ਉਹਦੇ ਤੋਂ ਬਾਅਦ ਗੁਰੂ ਅੰਗਦ ਦੇਵ ਮਹਾਰਾਜ ਆਏ। ਚੇਤਾ ਰੱਖਿਓ, ਨਾਮ ਐਵੇਂ ਨਹੀਂ ਜਪਿਆ ਜਾਂਦਾ, ਐਵੇਂ ਹੀ ਮਨ ਨੂੰ ਜਦ ਕੋਈ ਚੀਜ਼ ਚੰਗੀ ਨਹੀਂ ਲੱਗਦੀ ਬੰਦਾ ਉਹਨੂੰ ਗ੍ਰਹਿਣ ਨਹੀਂ ਕਰਦਾ। ਕਿਸੇ ਨੂੰ ਚੀਜ਼ ਸਵਾਦ ਨਾ ਲੱਗੇ ਉਹ ਖਾਂਦਾ ਨਹੀਂ ਆ। ਜਦ ਚੀਜ਼ ਸਵਾਦ ਲੱਗਦੀ ਫਿਰ ਉਹ ਛੱਡਦਾ ਨਹੀਂ ਆ। ਸਵਾਦ ਉਹਨਾਂ ਚਿਰ ਨਹੀਂ ਲੱਗਦੀ ਜਿੰਨਾ ਚਿਰ ਮਨੁੱਖ ਦੇ ਮਨ ਦੇ ਅੰਦਰ ਸਰੀਰ ਵਿੱਚ ਨੁਕਸ ਪੈ ਜਾਵੇ, ਬੰਦੇ ਨੂੰ ਬੁਖਾਰ ਹੋ ਜਾਵੇ, ਮਿੱਠੀਆਂ ਚੀਜ਼ਾਂ ਵੀ ਕੌੜੀਆਂ ਲੱਗਦੀਆਂ ਉਹਨੂੰ। ਜਦ ਸਰੀਰ ਵਿੱਚ ਨੁਕਸ ਪੈ ਜਾਂਦਾ ਉਹਨੂੰ ਰੋਟੀ ਭੁੱਖ ਲੱਗਣੋਂ ਹਟ ਜਾਂਦੀ ਹੈ, ਪਿਆਸ ਲੱਗਣੋਂ ਹਟ ਜਾਂਦੀ ਹੈ, ਮਨੁੱਖ ਦੇ ਅੰਦਰ ਕਮੀ ਆ ਜਾਂਦੀ ਹੈ। ਜਦ ਮਨੁੱਖ ਦਾ ਸਰੀਰ ਠੀਕ ਹੋ ਜਾਂਦਾ ਉਹਨੂੰ ਭੁੱਖ ਵੀ ਲੱਗਣ ਲੱਗ ਜਾਂਦੀ ਹੈ, ਉਹਨੂੰ ਸਵਾਦ ਵੀ ਆਉਣ ਲੱਗ ਜਾਂਦਾ। ਜਿੰਨਾ ਚਿਰ ਮਨ ਵਿੱਚ ਨੁਕਸ ਹੈ ਉਨਾ ਚਿਰ ਰੱਬ ਦਾ ਨਾਮ ਮਿੱਠਾ ਨਹੀਂ ਲੱਗਦਾ। ਸਭੇ ਵਸਤੂ ਕੌੜੀਆਂ ਸੱਚੇ ਨਾਮ ਮਿੱਠਾ। ਪਿਛਲੇ ਕਈ ਯੁੱਗਾਂ ਦਾ ਕੌੜੀਆਂ ਵਸਤੂਆਂ ਖਾਂਦਾ ਆਉਂਦਾ ਏ। ਇਹਨੂੰ ਮਿਠਾਸ ਕਿੱਦਾਂ, ਤੁਸੀਂ ਮਿਰਚਾਂ ਖਾਂਦੇ ਰਹੋ, ਉਹ ਤੋਂ ਬਾਅਦ ਗੁੜ ਖਾਓ, 2-4 ਪੇਸੀਆਂ ਤਾਂ ਉਹਦੀ ਕੜੱਤਾਂ ਖਤਮ ਕਰਨ ਨੂੰ ਲੱਗ ਜਾਂਦੀਆਂ, ਬੰਦੇ ਨੂੰ ਮਿੱਠਾ ਨਹੀਂ ਲੱਗਦਾ। ਉਹ ਕਿੰਨਾ ਚਿਰ ਉਹਦੀ ਕਰਤਨ ਖਤਮ ਕਰਨ ਨੂੰ ਲੱਗ ਜਾਂਦਾ। ਜਦੋਂ ਕਰਤਨ ਖਤਮ ਹੁੰਦੀ ਫਿਰ ਮਿਠਾਸ ਆਉਂਦੀ ਹੈ। ਜੇ ਕੋਈ ਕਹੇ ਵੀ ਅੱਜੇ ਮੈਨੂੰ ਨਾਮ ਦਾ ਰਸ ਆ ਜਾਵੇ ਤਾਂ ਬਹੁਤ ਨਹੀਂ, ਬਣ ਨਹੀਂ ਸਕਦੀ ਗੱਲ। 10 ਪਾਤਸ਼ਾਹੀਆਂ ਕਿਉਂ ਆਈਆਂ, ਉਹਨਾਂ ਨੇ ਵੱਖਰੀ ਵੱਖਰੀ ਗੱਲ ਕਰਕੇ ਦੱਸੀ ਹੈ। ਉਹ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਸਿੱਧਾਂ ਨੇ ਫਿਰ ਬਚਨ ਕੀਤਾ ਸੀ, ਮਹਾਰਾਜ ਇਹ ਫਿਰ ਮਨੁੱਖ ਸੱਚ ਨਾਲ ਕਿੱਦਾਂ ਜੁੜੇ, ਕੂੜ ਦੀ ਪਾਲ ਵਿੱਚੋਂ ਕਿੱਦਾਂ ਨਿਕਲੇ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੇ ਪਾਲ। ਸੱਚਾ ਹੋ ਕੇ ਹੀ ਸੱਚ ਨਾਲ ਜੁੜੇਗਾ। ਝੂਠਾ ਬੰਦਾ ਸੱਚੇ ਨਾਲ ਨਹੀਂ ਰਹਿ ਸਕਦਾ, ਨਾ ਉਹਨਾਂ ਦੇ ਦੋਏ ਘਰ ਵਿੱਚ ਵੀ ਨਹੀਂ ਰਹਿ ਸਕਦੇ। ਸਕੇ ਭਰਾ ਵੀ ਹੁਣ ਇੱਕ ਝੂਠਾ ਹੋਵੇ ਇੱਕ ਸੱਚਾ ਹੋਵੇ, ਉਹਨਾਂ ਦੀ ਨਹੀਂ ਬਣਦੀ।
ਅੰਦਰ ਆਤਮਾ ਸੱਚੀ ਹੈ ਤੇ ਮਨ ਝੂਠਾ ਹੈ, ਤੇ ਅੰਦਰ ਵੀ ਰੌਲਾ ਪਿਆ ਹੋਇਆ। ਆਤਮਾ ਕਹਿੰਦੀ ਨਾ ਕਰ ਤੇ ਮਨ ਕਹਿੰਦਾ ਕਰ ਦੇ। ਇੱਕ ਅੰਦਰੋਂ ਆਵਾਜ਼ ਆਉਂਦੀ ਹੈ ਸੱਚੀ ਸੁੱਚੀ। ਤੁਸੀਂ ਸਾਰੇ ਸਿਆਣੇ ਬੈਠੇ ਹੋ, ਤੁਹਾਡੇ ਵਿੱਚ ਨਾਮ ਜਪਣ ਵਾਲੇ ਗੁਰਮੁਖ ਵੀ ਬਹੁਤ ਹੋਣਗੇ। ਜਦੋਂ ਕਚਹਿਰੀ ਵਿੱਚ ਬੰਦਾ ਜਾਵੇ ਝੂਠੀ ਗਵਾਹੀ ਦੇਵੇ, ਜੱਜ ਇਹਨੂੰ ਕਹਿੰਦਾ ਤਾਂ ਕੁਛ ਨਹੀਂ, ਜੇ ਝੂਠੀ ਦੇਵੇ ਤਾਂ ਇਹਦੀਆਂ ਲੱਤਾਂ ਕੰਬਦੀਆਂ। ਔਰ ਅੰਦਰੋਂ ਇਹਨੂੰ ਆਵਾਜ਼ ਵੀ ਆਉਂਦੀ ਹੈ ਝੂਠ ਹੈ, ਅੰਦਰੋਂ ਇੱਕ ਆਵਾਜ਼ ਆਉਂਦੀ ਹੈ। ਜਦ ਮਨੁੱਖ ਕਿਸੇ ਨਾਲ ਵਾਅਦੀ ਕਰਦਾ ਹੈ, ਉਹਦੀ ਜ਼ਬਰਦਸਤੀ ਜ਼ਮੀਨ ਸਾਂਭਦਾ ਹੈ, ਇਹਨੂੰ ਪਤਾ ਵੀ ਮੈਂ ਝੂਠ ਹੈ, ਮੈਂ ਝੂਠਾ ਹਾਂ, ਪਰ ਫਿਰ ਵੀ ਉਹ ਕਰਦਾ ਹੈ। ਅੰਦਰ ਰੌਲਾ ਪਿਆ ਹੋਇਆ ਆਤਮਾ ਦੇ ਤਾਂ ਮਨ ਦਾ। ਜਦੋਂ ਆਤਮਾ ਸੱਚੀ ਹੈ, ਸੁੱਚੀ ਪਰਮੇਸ਼ਰ ਦੀ ਅੰਸ਼ ਹੈ, ਉਹ ਅੰਦਰੋਂ ਆਵਾਜ਼ ਦਿੰਦੀ ਹੈ ਗਲਤ ਹੈ, ਮਨ ਭਾਰੂ ਹੋ ਜਾਂਦਾ ਹੈ। ਉਹ ਮਨ ਫਿਰ ਕੂੜ ਦੀ ਪਾਲ ਵਿੱਚ ਜੁੜਿਆ ਹੋਇਆ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਫਿਰ ਸਿੱਧਾਂ ਨੂੰ ਕਿਹਾ ਕਿ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ। ਸਤਿਗੁਰੂ ਜੀ ਕਹਿੰਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਮਨੁੱਖ ਹੁਕਮ ਦੇ ਵਿੱਚ ਆ ਜਾਵੇ, ਪਰਮੇਸ਼ਰ ਦੀ ਰਜ਼ਾ ਵਿੱਚ ਆ ਜਾਵੇ, ਜੋ ਹੁਕਮ ਪਰਮੇਸ਼ਰ ਨੇ ਕੀਤਾ ਉਹਦੇ ਅਨੁਸਾਰ ਚੱਲ ਪਵੇ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਲ ਪਾਏ ਸੀ। ਜੇ ਵਿਦਿਆਰਥੀ ਅਧਿਆਪਕ ਦੇ ਕਹੇ ਵਿੱਚ ਨਹੀਂ ਆਉਂਦਾ, ਕਦੀ ਮਰਤਬਾ ਪ੍ਰਾਪਤ ਨਹੀਂ ਕਰ ਸਕਦਾ। ਸੰਸਾਰ ਵਿੱਚ ਅਨੇਕਾਂ ਗੁਣ ਨੇ, ਕੋਈ ਗੱਡੀਆਂ ਦਾ ਕਾਰੀਗਰ ਹੈ, ਕੋਈ ਲੱਕੜੀ ਦਾ ਕਾਰੀਗਰ ਹੈ, ਕੋਈ ਲੋਹੇ ਦਾ ਕਾਰੀਗਰ ਹੈ। ਉਹਦੇ ਕੋਲੋਂ ਕੋਈ ਸਿੱਖਣ ਚਲੇ ਜਾਵੇ, ਜੇ ਸਿੱਖਣ ਵਾਲਾ ਉਹਦਾ ਕਿਹਾ ਨਹੀਂ ਮੰਨਦਾ, ਉਹ ਕੱਢ ਦਿੰਦਾ। ਤਾਂ ਜੇ ਹੁਕਮ ਮੰਨ ਕੇ ਹੀ ਉਹਦਾ ਹੁਕਮ ਮੰਨ ਜਾ, ਪਿਤਾ ਦਾ ਹੁਕਮ ਪੁੱਤਰ ਮੰਨ ਜਾਵੇ, ਪੁੱਤਰ ਪਿਤਾ ਦੇ ਕਹਿਣੇ ਵਿੱਚ ਹੋਵੇ, ਚਾਬੀਆਂ ਪੁੱਤ ਨੂੰ ਫੜਾ ਦਿੰਦਾ, ਕਹਿੰਦੇ ਜੋ ਮਰਜ਼ੀ ਕਰੀ ਜਾ। ਜੇ ਪੁੱਤਰ ਪਿਤਾ ਦੇ ਕਹੇ ਤੋਂ ਬਾਹਰ ਹੋ ਜਾਵੇ, ਉਹ ਬਦਖਲ ਕਰ ਦਿੰਦਾ, ਅਖਬਾਰ ਵਿੱਚ ਕਹਿ ਦਿੰਦਾ ਮੇਰੇ ਕਹਿਣੇ ਵਿੱਚ ਨਹੀਂ ਹੈ। ਜੇ ਕੋਈ ਲੈਣ ਦੇਣ ਕਰੂਗਾ ਉਹ ਆਪਣਾ ਜ਼ਿੰਮੇਵਾਰ ਹੋਊਗਾ। ਇਸੇ ਤਰ੍ਹਾਂ ਪਰਮੇਸ਼ਰ ਦੇ ਹੁਕਮ ਵਿੱਚ ਜੇ ਮਨੁੱਖ ਨਹੀਂ ਆਉਂਦਾ ਤਾਂ ਫਿਰ ਉਹਦੀ ਇੱਥੇ ਖੁਸ਼ੀ ਨਹੀਂ ਹੁੰਦੀ, ਮੱਤ ਭੁਲੇਖਾ ਰਹਿ ਜਾਵੇ, ਉਹਨੂੰ ਆਪਣਾ ਨਾਮ ਦੇ ਦੇਵੇ। ਨਾਮ ਹੁੰਦਾ ਇੱਕ ਪ੍ਰਧਾਨ ਮੰਤਰੀ ਕਿਸੇ ਨੂੰ ਕਾਰਡ ਤੇ ਦਸਤਖਤ ਕਰਕੇ ਦੇ ਦੇਵੇ, ਸਾਰੀ ਦੁਨੀਆ ਵਿੱਚ ਸਰਕਾਰੀ ਦਰਬਾਰੇ ਉਹਨੂੰ ਕੋਈ ਨਹੀਂ ਪੁੱਛਦਾ, ਉਹਦੇ ਕੋਲ ਨਾਮ ਹੈ। ਪ੍ਰਧਾਨ ਮੰਤਰੀ ਆਪ ਤਾਂ ਸਾਰੇ ਨਹੀਂ ਜਾ ਸਕਦਾ, ਉਹਦਾ ਨਾਮ ਸਾਰੇ ਹਿੰਦੁਸਤਾਨ 'ਚ ਚੱਲਦਾ ਉਹਦਾ। ਇਹਦੇ ਪਰਮੇਸ਼ਰ ਦਾ ਨਾਮ ਸਭ ਜਗ੍ਹਾ 'ਤੇ ਚੱਲਦਾ ਹੈ। ਪਰਮੇਸ਼ਰ ਵੀ ਸਾਰਿਆਂ ਦੇ ਅੰਦਰ ਹੈ, ਉਹਦਾ ਹੁਕਮ ਸਾਰਿਆਂ 'ਤੇ ਚੱਲਦਾ, ਵੱਡਾ ਹੈ। ਉਹਦੇ ਹੁਕਮ ਅਨੁਸਾਰ ਮਨੁੱਖ ਆ ਜਾਵੇ ਤਾਂ ਪਰਮੇਸ਼ਰ ਦਾ ਨਾਮ ਫਿਰ ਉਹਨੂੰ ਹੀ ਦਿੱਤਾ, ਉਹਨੇ ਉਹਦੇ ਅੰਦਰ ਹੀ ਵਸਿਆ। ਜੇ ਉਹ ਗਲਤ ਕੰਮ ਕਰਾਉਣ ਲੱਗ ਜਾਵੇ, ਉਹ ਕਾਰਡ ਵਾਲਾ ਫਿਰ ਕਾਰਡ ਖੋਲ੍ਹ ਲੈਂਦਾ, ਕਹਿ ਦਿੰਦਾ ਬਈ ਇਹ ਮੇਰਾ ਬੰਦਾ ਨਹੀਂ ਹੈ, ਮੈਂ ਇਹਨੂੰ ਕੱਢ ਦਿੱਤਾ। ਸੰਤ ਮਹਾਰਾਜ ਜੀ ਹਰਖੋ ਵਾਲੀਏ ਉਹ ਵਚਨ ਕਰਿਆ ਕਰਦੇ ਸਨ। ਇੱਕ ਵਾਰੀ ਕਿਸੇ ਨੇ ਪੁੱਛਿਆ, ਮਹਾਰਾਜ ਬਹੁਤ ਦੁਨੀਆ ਕਹਿੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੋ, ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਕਿਸੇ ਸੰਤ ਨੂੰ ਮੱਥਾ ਨਾ ਟੇਕੋ। ਬਹੁਤ ਕਹਿੰਦੇ ਸੰਤਾਂ ਨੂੰ ਮੱਥਾ ਟੇਕੋ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਟੇਕੋ, ਤੁਹਾਡਾ ਕੀ ਵਿਚਾਰ ਹੈ ਜੀ? ਕਹਿਣ ਲੱਗੇ ਜਿੰਨੇ ਗੁਰੂ ਗ੍ਰੰਥ ਸਾਹਿਬ ਵਿੱਚ ਔਗਣ ਛੱਡਣ ਵਾਸਤੇ ਲਿਖਿਆ ਛੱਡ ਦੇਵੇ, ਜਿੰਨੇ ਗੁਣ ਗ੍ਰਹਿਣ ਕਰਨ ਨੂੰ ਦੱਸੇ ਹੈ ਗੁਣ ਗ੍ਰਹਿਣ ਕਰ ਲਵੇ, ਫਿਰ ਬੇਸ਼ੱਕ ਨਾ ਕਿਸੇ ਸੰਤ ਨੂੰ ਮੱਥਾ ਟੇਕੇ। ਔਗਣ ਛੱਡੇ ਨਹੀਂ ਹੈ, ਗੁਣਾਂ ਨੂੰ ਗ੍ਰਹਿਣ ਕੀਤਾ ਨਹੀਂ, ਤੇ ਕਿਸੇ ਗੁਰਮੁਖ ਦੀ ਸੰਗਤ ਕੀਤੀ ਨਹੀਂ ਹੈ, ਤਾਂ ਕਿੱਦਾਂ ਪ੍ਰਾਪਤੀ ਹੋ ਜੂਗੀ? ਨਹੀਂ, ਗੁਰਮੁਖੋ ਮਹਾਂਪੁਰਸ਼ਾਂ ਦੀ ਸੰਗਤ ਹੈ। ਦੂਜੀ ਪਾਤਸ਼ਾਹੀ ਨੇ ਫਿਰ ਹੁਕਮ ਮੰਨਿਆ, ਲੈਣਿਆ ਮੁਰਦਾ ਖਾ ਲਾ ਸਤ ਬਚਨ ਜੀ, ਲੈਣਿਆ ਛੱਪੜ ਵਿੱਚੋਂ ਕੌਲ ਕੱਢ ਲਿਆ ਸਤ ਬਚਨ ਜੀ। ਜੋ ਕਹਿ ਦਿੱਤਾ ਸਤ ਬਚਨ ਕਰਕੇ ਮੰਨ ਲਿਆ। ਗੁਰੂ ਨਾਨਕ ਸਾਹਿਬ ਨੇ ਘੁੰਮ ਕੇ ਮੱਥਾ ਟੇਕ ਦਿੱਤਾ ਬਾਬਾ ਲਹਿਣਾ ਨੂੰ, ਪਰਿਕਰਮਾ ਕਰਕੇ ਬਾਬਾ ਲਹਿਣਾ ਜੀ ਨੂੰ ਮੱਥਾ ਟੇਕ ਦਿੱਤਾ। ਕਿੱਡੀ ਪਦਵੀ ਦਿੱਤੀ ਹੈ ਗੁਰੂ ਨੇ, ਮੱਥਾ ਸਿੱਖ ਨੂੰ ਆਪਣਾ ਆਪ ਉਹਦੇ ਅੰਦਰ ਰੱਖ ਦਿੱਤਾ ਜਦੋਂ ਕਹਿਣੇ 'ਚ ਹੋ ਗਿਆ। ਫਿਰ ਤੀਜੀ ਅਵਸਥਾ ਬਣਾਈ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ। ਅਮਰਦਾਸ ਮਹਾਰਾਜ ਅਮਰਦਾਸ ਸਾਹਿਬ ਗੁਰੂ ਨਾਨਕ ਸਾਹਿਬ ਦੇ ਸਰੂਪ ਤੀਜੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਨੇ ਕਿਹਾ ਕਈ ਬੰਦਿਆਂ ਦੇ ਹੁਕਮ ਮੰਨਣ ਦੇ ਅੰਦਰ ਸਮਰੱਥਾ ਨਹੀਂ ਹੈ, ਹੁਕਮ ਮੰਨਣ ਦੀ ਵੀ ਤੰਗੀ ਮੰਨਦੇ ਆ। ਜੇ ਕਿਸੇ ਤੋਂ ਹੁਕਮ ਨਾ ਮੰਨਿਆ ਜਾਵੇ, ਹੁਕਮ ਉਹ ਨਹੀਂ ਮੰਨਦਾ ਜਿਹਦੇ ਅੰਦਰ ਹਉਮੈ ਹੁੰਦੀ ਹੈ, ਉਹ ਨਹੀਂ ਮੰਨਦਾ। ਜਿਹਦੇ ਅੰਦਰੋਂ ਹਉਮੈ ਨਿਕਲ ਜਾਂਦੀ ਉਹ ਹੁਕਮ ਦੇ ਵਿੱਚ ਆ ਜਾਂਦਾ, ਨਿਮਰਤਾ ਵਿੱਚ ਆ ਜਾਂਦਾ। ਕਹਿੰਦੇ ਹੁਕਮ ਜੇ ਮੰਨਣ ਦੀ ਸਮਰੱਥਾ ਨਾ ਹੋਵੇ ਤੇ ਸੇਵਾ ਕਰੇ ਤਾਂ ਮਨ ਨੀਵਾਂ ਹੁੰਦਾ, ਜੇ ਸੇਵਾ ਨਹੀਂ ਕਰਦਾ ਤੇ ਮਨ ਨੀਵਾਂ ਨਹੀਂ ਹੁੰਦਾ। ਝਾੜੂ ਫੇਰੂਗਾ ਮਨ ਨੀਵਾਂ ਹੋ ਜੂ, ਭਾਂਡੇ ਮਾਂਜੂ ਮਨ ਨੀਵਾਂ ਹੋ ਜੂ।
12 ਸਾਲ ਗਾਗਰ ਗੁਰੂ ਅਮਰਦਾਸ ਮਹਾਰਾਜ ਨੇ ਲਿਆਂਦੀ ਬਿਆਸ ਦਰਿਆ ਤੋਂ। ਗੁਰੂ ਅੰਗਦ ਦੇਵ ਮਹਾਰਾਜ ਦਾ ਇਸ਼ਨਾਨ ਕਰਾਇਆ। ਪਾਣੀ ਤਾਂ ਖਡੂਰ ਸਾਹਿਬ ਵੀ ਸੀ, ਗੱਲ ਤਾਂ ਹੁਕਮ ਮੰਨਣੇ ਦੀ ਸੀ। ਜੇ ਹੁਕਮ ਮੰਨ ਕੇ ਨੀਵਾਂ ਨਹੀਂ ਹੋਇਆ ਤੇ ਨਾਮ ਅੰਦਰ ਵਸਣਾ ਨਹੀਂ ਆ। ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਪ੍ਰਵਾਨਗੀ ਹੋ ਗਈ ਤੇ ਗੁਰੂ ਅਮਰਦਾਸ ਮਹਾਰਾਜ ਕਿਲੇ 'ਚ ਲੱਗ ਕੇ ਡਿੱਗ ਗਏ। ਤੇ ਗੁਰੂ ਅੰਗਦ ਦੇਵ ਮਹਾਰਾਜ ਨੇ, ਅਮਰਦਾਸ ਮਹਾਰਾਜ ਨੇ ਜਦੋਂ ਡਿੱਗੇ, ਖੜਾਕਾ ਹੋਇਆ, ਜੁਲਾਹੇ ਨੇ ਖੱਡੀ ਲਾਈ ਹੋਈ ਸੀ, ਉਹਦੇ ਟੋਏ ਵਿੱਚ ਡਿੱਗ ਪਏ। ਗਾਗਰ ਨਹੀਂ ਡਿੱਗੀ। ਜੁਲਾਹਾ ਬੋਲਿਆ ਕੌਣ ਹੈ? ਬਾਹਰ ਖੜਾਕਾ ਹੋਇਆ। ਤੇ ਜੁਲਾਹੀ ਕਹਿਣ ਲੱਗੀ ਅਮਰੂ ਨਥਾਵਾਂ, ਇਹਨੂੰ ਜਗ੍ਹਾ ਨਹੀਂ ਹੈ, ਕਿਤੇ ਕੁੜਮਾਂ ਦੇ ਧੱਕੇ ਖਾਂਦਾ ਫਿਰਦਾ, ਪਾਣੀ ਢੋਂਦਾ। ਗੁਰੂ ਅੰਗਦ ਦੇਵ ਮਹਾਰਾਜ ਨੂੰ ਵਚਨ ਕੁਛ ਐਸੇ ਬੋਲੇ, ਕਹਿਣ ਲੱਗੇ ਉਹਨੂੰ ਵੀ ਨਹੀਂ ਵੀ ਤੂੰ ਕਿਸੇ ਬੁੱਢੇ ਨੂੰ ਭੇਜਦਾ, ਕਿਸੇ ਨੌਜਵਾਨ ਨੂੰ ਭੇਜ ਦੇ। ਜਦੋਂ ਗੁਰੂ ਅੰਗਦ ਦੇਵ ਮਹਾਰਾਜ ਦੀ ਨਿੰਦਿਆ ਕੀਤੀ, ਕਹਿਣ ਲੱਗਿਆ ਕਮਲੀਏ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਮਲੀਏ, ਤੂੰ ਮੈਨੂੰ ਜੋ ਮਰਜ਼ੀ ਕਹਿ ਲੈ, ਮੇਰੇ ਗੁਰੂ ਨੂੰ ਕਿਉਂ ਕਹਿੰਦੀ ਹੈ? ਮੇਰੇ ਗੁਰੂ ਨੂੰ ਕਿਉਂ? ਮੈਨੂੰ ਜੋ ਮਰਜ਼ੀ ਕਹਿ ਲੈ। ਕਹਿਣ ਲੱਗੇ ਮੈਂ ਤਾਂ ਹੁਣ ਥੈ ਵਾਲਾ, ਜੇ ਤੂੰ ਮੈਨੂੰ ਵੀ ਕਹਿੰਦਾ ਮੈਂ ਵੀ ਥੈ ਆਣਾ ਹੁਣ। ਤੇ ਉਹ ਕਮਲੀ ਹੋ ਗਈ। ਉਸ ਵੇਲੇ ਹੀ ਰਸਨਾ ਤੇ ਪਾਵਰ ਆ ਗਈ। ਗੁਰੂ ਰਸਨਾ ਤੇ ਬੈਠ ਗਿਆ। ਪ੍ਰਭ ਜੀ ਬਸੇ ਸਾਧ ਕੀ ਰਸਨਾ। ਉਸੇ ਵੇਲੇ ਬਚਨ ਤਤਕਾਲ ਪੂਰਾ ਹੋ ਗਿਆ। ਉਸੇ ਵੇਲੇ ਸਤਿਗੁਰੂ ਜੀ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ 'ਚ ਪਹੁੰਚੇ। ਸਾਰੀ ਵਾਰਤਾਲਾਪ ਹੋਈ। ਸਤਿਗੁਰੂ ਜੀ ਕਹਿਣ ਲੱਗੇ ਮੂੰਹ ਤੋਂ ਤਾਂ ਨਹੀਂ ਕੁਛ ਬੋਲਿਆ? ਕਹਿਣ ਲੱਗੇ ਮਹਾਰਾਜ ਮੇਰੇ ਤੋਂ ਇੱਦਾਂ ਕਹਿ ਹੋ ਗਿਆ। ਕਹਿੰਦੇ ਹੁਣ ਤਾਂ ਤੇਰੀ ਜੀਭ ਤੇ ਪਰਮੇਸ਼ਰ ਬੈਠ ਗਿਆ। ਜਦੋਂ ਫਲ ਪੱਕ ਜਾਵੇ ਡਿੱਗਦਾ ਹੀ ਹੁੰਦਾ, ਡਿੱਗਣਾ ਹੀ ਸੀ, ਕੋਈ ਗੱਲ ਨਹੀਂ। ਕਹਿੰਦੇ ਤੈਨੂੰ ਨਥਾਵਾਂ ਕਹਿੰਦੇ ਆ, ਤੂੰ ਨਥਾਵਿਆਂ ਦਾ ਥਾਵ ਹੋਵੇਂਗਾ। ਅਮਰਦਾਸ ਨਥਾਵਿਆਂ ਦਾ ਥਾਵ, ਨਿਮਾਣਿਆਂ ਦਾ ਮਾਣ, ਨਿਓਟੀਆਂ ਦੀ ਓਟ, ਨਿਆਸਰਿਆਂ ਦੇ ਆਸਰਾਂ, ਤਰਿਆਂ ਦੀ ਤਿਰ, ਨਪੱਤਿਆਂ ਦੀ ਪੱਤ। ਸਤਿਗੁਰੂ ਜੀ ਨੇ ਬੜੇ ਵਰ ਦਿੱਤੇ ਗੁਰੂ ਅਮਰਦਾਸ ਮਹਾਰਾਜ ਨੂੰ। ਮਨ ਨੀਵਾਂ ਕਰਨ ਵਾਸਤੇ ਬਾਬਾ ਫਰੀਦ ਸਾਹਿਬ ਜੀ ਨੇ ਇੱਕ ਬਚਨ ਫਿਰ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਦੇ, ਫਰੀਦਾ ਗਰਭ ਜਿਨ੍ਹਾਂ ਵਡਿਆਈਆਂ। ਜੇ ਕਿਸੇ ਨੂੰ ਵੱਡਾ ਅਹੁਦਾ ਮਿਲ ਜਾਵੇ, ਉਹਦੇ ਅੰਦਰ ਹੰਕਾਰ ਰਹਿੰਦਾ, ਮੇਰਾ ਕੋਈ ਸਤਿਕਾਰ ਕਰੇ, ਮੈਨੂੰ ਸਤਿਕਾਰ ਦੇਵੇ, ਗੁਰਦੁਆਰੇ ਵੀ ਮੈਨੂੰ ਸਤਿਕਾਰ ਮਿਲੇ। ਜਿੱਥੇ ਮੱਥਾ ਨੀਵੇਂ ਹੋ ਕੇ ਜਾਣਾ ਸਤਿਕਾਰ, ਉੱਥੇ ਵੀ ਭਾਲਦਾ ਹੈ, ਉਹਦੇ ਅੰਦਰ ਹਉਮੈ। ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਜਿਨ੍ਹਾਂ ਦੇ ਅੰਦਰ ਮਾਣ ਵਡਿਆਈ ਦਾ ਹੰਕਾਰ ਹੈ। ਧਨ ਦਾ, ਧਨ ਜੋਬਨ ਅਗਾਹ, ਧਨ ਦਾ, ਜਵਾਨੀ ਦਾ। ਜਵਾਨੀ ਵਿੱਚ ਬੜਾ ਹੰਕਾਰ ਹੁੰਦਾ, ਕੋਈ ਗੱਲ ਕਹਿ ਦਿੰਦਾ ਮੋੜੇ ਨੱਠ ਨੱਠ ਪੈਂਦੇ ਆ, ਹੰਕਾਰ ਹੈ। ਜੇ ਗੁਰਦੁਆਰੇ ਨੁਕਸ ਫੜਦੇ ਜਾ ਕੇ ਸੇਵਾਦਾਰਾਂ ਦੇ ਆਪਣੇ ਬਾਹਾਂ ਵੀ ਨੁਕਸ ਹੋਣ, ਇਹ ਹੰਕਾਰ ਹੈ। ਤੀਰਥਾਂ 'ਤੇ ਜਾ ਕੇ ਨੁਕਸ ਨਹੀਂ ਫੜੀ ਦੇ ਸੇਵਾਦਾਰਾਂ ਦੇ, ਮੱਥਾ ਟੇਕ ਕੇ ਆ ਜਾਓ, ਫਿਰ ਤਾਂ ਪ੍ਰਾਪਤੀ ਹੈ। ਜੇ ਸੇਵਾਦਾਰਾਂ ਦੇ ਨੁਕਸ ਫੜਨੇ ਫਿਰ ਹਉਮੈ। ਉਹ ਆਪਣੀ ਕੀਤੀ ਦਾ ਫਲ ਆਪੇ ਪ੍ਰਭੂ ਉਹਨਾਂ ਨੂੰ ਦੇ ਦੇਵੇਗਾ। ਤੁਸੀਂ ਤਾਂ ਮੱਥਾ ਟੇਕਣ ਗਏ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਗਰਭ ਜਿਨ੍ਹਾਂ ਵਡਿਆਈਆਂ, ਧਨ ਜੋਬਨ ਅਗਾਹ। ਖਾਲੀ ਚੱਲੇ ਧਣੀ ਸਿਓ ਟਿੱਬੇ ਜਿਉ ਮਿਆ। ਮੀਂਹ ਪੈ ਜਾਵੇ, ਬੜੇ ਬੜੇ ਟਿੱਬਿਆਂ 'ਤੇ ਪਾਣੀ ਖੜਦਾ ਨਹੀਂ, ਨੀਵੇਂ ਪਾਸੇ ਆ ਕੇ ਖੜ ਜਾਂਦਾ। ਕਹਿੰਦੇ ਫਿਰ ਖਾਲੀ ਰਹਿ ਜਾਂਦੇ ਟਿੱਬੇ, ਉਹਨਾਂ ਨੂੰ ਵਸਤੂ ਮਿਲਦੀ ਨਹੀਂ ਆ। ਉਹ ਵਸਤੂ ਪ੍ਰਾਪਤ ਜੇ ਦਸੇ ਪਾਤਸ਼ਾਹੀਆਂ ਇਕੱਲਾ ਇਕੱਲਾ ਜ਼ਿਕਰ ਕਰੀਏ ਤਾਂ ਲੰਮਾ ਟਾਈਮ ਲੱਗ ਜੂਗਾ। ਗੁਰੂ ਨਾਨਕ ਸਾਹਿਬ ਜੀ ਨੇ ਦਸੇ ਪਾਤਸ਼ਾਹੀਆਂ ਨੇ 10ਵੀਂ ਜੋਤ ਵਿੱਚ ਜਾ ਕੇ ਫਿਰ ਆਖਰੀ ਪੇਪਰ ਪਾਇਆ। ਪੇਪਰ ਤਾਂ ਪਹਿਲਾਂ ਵੀ ਪੈਂਦੇ ਰਹੇ, ਪਹਿਲੀ ਦਾ ਵੀ ਪੇਪਰ ਹੈ, ਦੂਜੀ ਦਾ ਵੀ ਹੈ, ਤੀਜੀ ਦਾ ਵੀ ਹੈ। ਜਿਹੜੀ ਆਖਰੀ ਕਲਾਸ ਦਾ ਪੇਪਰ ਔਖਾ ਹੁੰਦਾ, ਉਹ ਸਭ ਤੋਂ ਔਖਾ ਹੁੰਦਾ। ਵੱਡੀ ਕਲਾਸ ਹੈ, ਪੇਪਰ ਵੀ ਵੱਡਾ ਹੈ। ਛੋਟੀ ਕਲਾਸ ਊੜਾ ਐੜਾ, ਅਤੇ ਉਹਦਾ ਪੇਪਰ ਵੀ ਤਾਂ ਊੜੇ ਐੜੇ ਵਾਲਾ ਹੀ ਆ। ਛੋਟੇ ਛੋਟੇ ਬੱਚਿਆਂ ਨੂੰ, ਕਈਆਂ ਨੂੰ ਸਕੂਲੇ ਬੈਠਣਾ ਹੀ ਸਿਖਾਲਦੇ, ਬੈਠਣ ਮੁੜ ਕੇ ਭੇਜ ਦਿੰਦੇ ਹੋ। ਜੇ ਸਹੀ ਬਹਿੰਦਾ ਤਾਂ ਉਹਨੂੰ ਰੱਖ ਲੈਂਦੇ ਹੋ। ਪੇਪਰ ਵੱਡਾ, ਫਿਰ ਉਹ ਵੱਡਾ ਪੇਪਰ ਤੱਕ ਪਹੁੰਚਣ ਵਾਸਤੇ 10ਵੀਂ ਕਲਾਸ ਤੱਕ ਪਹੁੰਚ ਕੇ ਫਿਰ ਪੇਪਰ ਪਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ, ਜਿਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਅਜਿੱਤੇ ਰੰਧਾਵੇ ਦੀ ਗੋਸ਼ਟ ਵਿੱਚ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਪਹਿਲਾਂ ਹੀ ਕਰ ਗਏ ਸੀ। ਇਹ ਜਿਹੜਾ ਪੰਜਾਂ ਪਿਆਰਿਆਂ ਦਾ ਜ਼ਿਕਰ ਸਿਰਫ ਗੁਰੂ ਨਾਨਕ ਦੇਵ ਮਹਾਰਾਜ ਅਜਿੱਤੇ ਰੰਧਾਵੇ ਦੀ ਗੋਸ਼ਟ ਪੜ੍ਹ ਕੇ ਦੇਖਿਓ, ਉਹਦੇ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਜ਼ਿਕਰ ਪੰਜਾਂ ਪਿਆਰਿਆਂ ਦਾ ਕੀਤਾ ਹੈ। ਉਹਦੇ ਵਿੱਚ ਜ਼ਿਕਰ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਕਹਿੰਦੇ ਅਜਿੱਤਿਆ ਜਦੋਂ ਸਤਿਯੁਗ ਵਿੱਚ ਗੁਰੂ ਪ੍ਰਗਟ ਹੋਇਆ ਸੀ, ਉਦੋਂ ਗੁਰੂ ਦੇ ਮਗਰ 15 ਕਰੋੜ ਸਿੱਖ ਲੱਗੇ। 15 ਕਰੋੜ ਨੂੰ ਪੇਪਰ ਪਾਇਆ। ਉਸ ਵੇਲੇ ਉਹਨਾਂ ਨੇ ਹਾਥੀ ਮਾਰਿਆ, ਹਾਥੀ ਮੇਦ ਜੱਗ ਕੀਤਾ।
ਉਹਨਾਂ ਸਮਿਆਂ ਵਿੱਚ ਇੱਦਾਂ ਕਰਦੇ ਸੀ, ਡੰਗਰ ਮਾਰ ਕੇ ਖਾ ਲੈਣਾ ਤੇ ਹੱਡੀਆਂ ਚਮੜਾ ਰੱਖ ਕੇ ਵੇਦਾਂ ਦਾ ਮੰਤਰ ਪੜ੍ਹਨਾ ਤੇ ਹਾਥੀ ਮੁੜ ਕੇ ਖੜਾ ਕਰ ਦੇਣਾ। ਪਾਪ ਕਰਮ ਨਹੀਂ ਸੀ ਹੁੰਦਾ। ਜਿਹੜਾ ਵੀ ਜੱਗ ਕਰਨਾ, ਡੰਗਰ ਮਾਰਨਾ, ਪਸ਼ੂ ਮਾਰਨਾ, ਉਹਦਾ ਮਾਸ ਵੱਢ ਕੇ ਵਰਤਾ ਦੇਣਾ ਤੇ ਮੁੜ ਕੇ ਡੰਗਰ ਨੂੰ ਮੁੜ ਕੇ ਫੇਜੀਦਾ ਕਰ ਦੇਣਾ। ਜੱਗ ਕਰਨਾ। 15 ਕਰੋੜ ਨੂੰ ਪੇਪਰ ਪਾਇਆ ਵੀ ਹਾਥੀ ਖਾਓ, ਰਿੰਨ ਦਿੱਤਾ ਵੰਡ ਕੇ, ਉਹਨਾਂ ਨੂੰ ਵੱਢ ਕੇ ਛੋਟਾ ਛੋਟਾ ਮਾਸ ਕਰਕੇ ਰਿੰਨ ਦਿੱਤਾ। 15 ਕਰੋੜ ਵਿੱਚੋਂ 5 ਕਰੋੜ ਨੇ ਉਹਨਾਂ ਨੇ ਕਿਹਾ ਵੀ, ਕਹਿੰਦੇ ਜੀ ਪਾਪ ਹੈ। 10 ਕਰੋੜ ਨੇ ਕਿਹਾ ਪਾਪ ਹੈ, ਅਸੀਂ ਨਹੀਂ ਖਾਣਾ। ਜੀਵ ਦੀ ਹੱਤਿਆ। ਜਦੋਂ ਧਰਮ ਤਾਂ ਖੜਾ ਹੁੰਦਾ ਹੈ ਜਦ ਦਇਆ ਹੁੰਦੀ ਹੈ। ਜੇ ਦਇਆ ਨਹੀਂ ਹੈ, ਧਰਮ ਨਹੀਂ ਖੜਾ ਹੁੰਦਾ। 5 ਪਿਆਰਿਆਂ 'ਚੋਂ ਪਹਿਲਾਂ ਭਾਈ ਦਇਆ ਸਿੰਘ ਜੀ ਆਏ ਤੇ ਦੂਜੇ ਨੰਬਰ 'ਤੇ ਭਾਈ ਧਰਮ ਸਿੰਘ ਆਏ ਹੈ। ਤੀਜੇ ਨੰਬਰ 'ਤੇ ਭਾਈ ਹਿੰਮਤ ਸਿੰਘ ਜੀ। ਹਿੰਮਤ ਕਰੂੰਗੇ ਤੇ ਧਰਮ ਬਚੂਗਾ, ਨਹੀਂ ਤਾਂ ਬਚੂਗਾ ਨਹੀਂ। ਤੜਕੇ ਉੱਠ ਕੇ ਨਹਾਉਣਾ ਪਊਗਾ ਠੰਡੇ ਪਾਣੀ ਨਾਲ। ਹਿੰਮਤ ਕਰਕੇ ਹੀ ਆ ਧਰਮ। ਤੀਜੇ ਨੰਬਰ 'ਤੇ ਭਾਈ ਹਿੰਮਤ ਸਿੰਘ ਜੀ ਆਏ ਆ। ਤੇ ਉਸ ਵੇਲੇ ਸਤਿਗੁਰੂ ਜੀ ਕਹਿੰਦੇ, ਉਹ ਕਹਿਣ ਲੱਗੇ, ਗੁਰੂ ਨੇ ਇਹ ਗੱਲ ਕਹੀ ਵੀ ਤੁਸੀਂ ਸੰਸਾ ਨਾ ਕਰੋ, ਅਸੀਂ ਇਹ ਮੁੜ ਕੇ ਖੜਾ ਕਰ ਦੇਣਾ ਹਾਥੀ। ਜੇ ਵਿਸ਼ਵਾਸ ਨਹੀਂ ਤਾਂ ਕੁਛ ਵੀ ਨਹੀਂ ਹੈ। ਜ਼ਿਮੀਂਦਾਰ ਵਿਸ਼ਵਾਸ ਕਰਕੇ ਖੇਤ ਵਿੱਚ ਹਜ਼ਾਰਾਂ ਰੁਪਈਆਂ ਦਾ ਬੀਜ ਖਿਲਾਰ ਦਿੰਦਾ। ਖਾਦ ਵਿਸ਼ਵਾਸ ਹੈ, ਉਹਨੂੰ ਪਤਾ ਮੇਰੀ ਫਸਲ ਨਿਕਲ ਆਉਣੀ ਹੈ। ਵਿਸ਼ਵਾਸ ਹੈ। ਕਿ ਭਗਤ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। 16 ਸਾਲਾਂ ਦਾ ਜੱਟਾਂ ਦਾ ਮੁੰਡਾ ਵਿਸ਼ਵਾਸ ਪੱਥਰ 'ਤੇ ਹੀ ਕਰ ਲਿਆ। ਕਹਿੰਦਾ ਇਹ ਪਰਮੇਸ਼ਰ ਹੈ। ਉਹਨੂੰ ਰੋਟੀ ਖਿਲਾ ਦਿੱਤੀ ਉਹਨੇ। ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਹੈ, ਮਿਲੇ ਪ੍ਰਤੱਖ ਗਸਾਈਆਂ। ਸਾਹਮਣੇ ਖੜਾ ਹੋ ਕੇ ਪਰਮੇਸ਼ਰ ਮਿਲਿਆ ਤੇ ਜੱਟ ਨੂੰ ਮਿਲਿਆ। ਤਾਂ ਧੰਨੇ ਜੱਟ ਨੂੰ। 16 ਸਾਲ ਦਾ ਮੁੰਡਾ, ਉਹਨੂੰ ਵਿਸ਼ਵਾਸ ਹੋ ਗਿਆ ਵੀ ਮੇਰਾ ਇਹ ਗੁਰੂ ਨੇ, ਜੋ ਮੇਰੇ ਗੁਰੂ ਨੇ ਕਹਿਤਾ, ਇਹ ਪੱਥਰ ਠਾਕਰ ਹੈ ਪਰ ਇਹ ਪ੍ਰਭੂ ਹੈ। ਰੋਟੀ ਖਿਲਾ ਦਿੱਤੀ ਉਹਨੇ। ਨਾਮਦੇਵ ਜੀ ਨੇ ਪੱਥਰ ਦੀ ਮੂਰਤੀ ਨੂੰ ਭੋਗ ਲਵਾ ਦਿੱਤਾ। ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਇਹ ਗੱਲ ਕੋਈ ਬਾਹਰੋਂ ਨਹੀਂ ਹੈ। ਇਹ ਵੀ ਜ਼ਿਕਰ ਧੰਨੇ ਦਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਤੇ ਨਾਮਦੇਵ ਜੀ ਦਾ ਵੀ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਇੱਕ ਨਾਮਦੇਵ ਜੀ ਨੇ ਜ਼ਿਕਰ ਰਾਜਸਥਾਨ ਦਾ ਕੀਤਾ। ਰਾਜਸਥਾਨ ਵਿੱਚ ਇੱਕ ਮੰਦਿਰ ਹੈ। ਉੱਥੇ ਮੰਦਿਰ ਵਿੱਚ ਇੱਕ ਮੂਰਤੀ ਹੈ ਭਗਵਾਨ ਦੀ। ਹੁਣ ਵੀ ਉਹ ਮੰਦਿਰ ਹੈ। ਰਾਜਪੂਤ ਰਾਜੇ ਸਨ। ਰਾਜਸਥਾਨ ਨਾਮ ਹੀ ਤਾਂ ਰੱਖਿਆ ਸੀ ਵੀ ਰਾਜਿਆਂ ਦਾ ਸਥਾਨ ਸੀ। ਰਾਜੇ ਜਾ ਜਾ ਕੇ ਉੱਥੇ ਰਹਿੰਦੇ ਸੀ। ਪਹਾੜ ਦੇ ਏਰੀਏ 'ਚ ਆਪਣੇ ਕਿਲੇ ਬਣਾ ਕੇ ਰਹਿੰਦੇ ਹੁੰਦੇ ਸੀ। ਉਹ ਰਾਜੇ ਰਾਜਪੂਤ ਰਾਜੇ ਸਨ। ਉਹਨੇ ਮੱਥਾ ਟੇਕਣ ਆਉਣਾ। ਜਿਹੜਾ ਬ੍ਰਾਹਮਣ ਸੀ ਉਹਨੇ ਧੂਫ ਬੱਤੀ ਕਰਕੇ ਮੂਰਤੀ ਦੇ ਗਲ 'ਚ ਹਾਰ ਪਾ ਦੇਣਾ। ਭਗਵਾਨ ਦੀ ਮੂਰਤੀ ਜਦੋਂ ਰਾਜੇ ਨੇ ਮੱਥਾ ਟੇਕਣਾ ਤੇ ਹਾਰ ਲਾ ਕੇ ਰਾਜੇ ਦੇ ਗਲ 'ਚ ਪਾ ਦੇਣਾ। ਰਾਜੇ ਨੇ ਵਾਪਸ ਚਲੇ ਜਾਣਾ। ਅੱਜ ਵੀ ਹਜ਼ੂਰ ਸਾਹਿਬ ਚਲੇ ਜਾਓ, ਗੁਰੂ ਗ੍ਰੰਥ ਸਾਹਿਬ ਜੀ ਦੇ ਰਮਾਲੇ ਗੁਰਸਿੱਖਾਂ ਦੇ ਗਲਾਂ 'ਚ ਪਾ ਦਿੰਦੇ ਆ। ਪਿਤਾ ਦਾ ਲੱਗਿਆ ਹੋਇਆ ਕੱਪੜਾ ਗੁਰਸਿੱਖਾਂ ਨੂੰ ਦੇ ਦਿੱਤਾ। ਉਹਨਾਂ ਨੇ ਸਤਿਕਾਰ ਨਾਲ ਰੱਖ ਲਿਆ। ਰਾਜੇ ਨੇ ਰੋਜ਼ ਜਾਣਾ ਤੇ ਪੰਡਤ ਨੇ ਰੋਜ਼ ਹੀ ਹਾਰ ਉਹਦੇ ਗਲ 'ਚ ਪਾ ਦੇਣਾ। ਜਦੋਂ ਹਾਰ ਇੱਕ ਦਿਨ ਰਾਜਾ ਲੇਟ ਹੋ ਗਿਆ ਤੇ ਪੰਡਤ ਜੀ ਨੇ ਹਾਰ ਲਾਇਆ, ਆਪਣੇ ਗਲ 'ਚ ਪਾ ਲਿਆ। ਪੰਡਤ ਜੀ ਘੁੰਮਣ ਲੱਗ ਗਏ। ਜਦੋਂ ਰੱਥ ਦਾ ਖੜਾਕ ਹੋਇਆ, ਪੰਡਤ ਨੂੰ ਪਤਾ ਲੱਗਿਆ ਰੱਥ ਆ ਗਿਆ। ਉਹ ਫਿਰ ਡਰ ਗਿਆ। ਉਹਨੇ ਗਲ 'ਚੋਂ ਹਾਰ ਲਾਇਆ, ਮੁੜ ਕੇ ਮੂਰਤੀ ਦੇ ਗਲ 'ਚ ਪਾਤਾ। ਉਹ ਕਾਲੀ ਕਾਲੀ ਵਿੱਚ ਦਾੜੀ ਦੇ ਧੌਲੇ ਦਾ ਇੱਕ ਬਾਲ ਹਾਰ ਨਾਲ ਚਲੇ ਗਿਆ। ਰਾਜੇ ਨੂੰ ਕਾਲੀ ਸੀ, ਰਾਜੇ ਨੂੰ ਕੰਮ ਸੀ ਕੋਈ। ਰਾਜੇ ਨੇ ਸਮਾਂ ਹੈ ਨਹੀਂ ਸੀ, ਮੱਥਾ ਹੀ ਟੇਕਣਾ ਸੀ ਰਾਜੇ ਨੇ। ਟਾਈਮ ਉਹਦੇ ਕੋਲ ਹੈ ਨਹੀਂ ਸੀ। ਰਾਜੇ ਨੇ ਆ ਕੇ ਮੱਥਾ ਟੇਕਿਆ। ਸਾਹਮਣੇ ਦੇਖ ਕੇ ਉਹਨੇ ਦੇਖਿਆ ਹਾਰ ਦੇ ਨਾਲ ਇੱਕ ਧੌਲਾ ਲੱਗਾ। ਦਾੜੀ ਦਾ ਧੌਲਾ ਕਿੱਦਾਂ ਆ ਗਿਆ? ਰਾਜੇ ਨੇ ਕਿਹਾ ਇਹ ਪੰਡਤ ਨੇ ਆਪਣੇ ਗਲੋਂ ਹਾਰ ਲਾ ਕੇ ਪਾਇਆ ਭਗਵਾਨ ਦੀ ਮੂਰਤੀ ਨੂੰ। ਰਾਜਾ ਹੋਰ ਤਾਂ ਬੋਲਿਆ ਨਾ। ਰਾਜਾ ਕਹਿੰਦਾ ਪੰਡਤ ਜੀ ਭਗਵਾਨ ਨੂੰ ਧੌਲੇ ਆ ਗਏ? ਉਹ ਕਹਿੰਦਾ ਹਾਂਜੀ ਆ ਗਏ। ਕਹਿੰਦਾ ਮੈਂ ਕੱਲ੍ਹ ਨੂੰ ਆਊਂਗਾ, ਹੁਣ ਤਾਂ ਮੇਰਾ ਟਾਈਮ ਨਹੀਂ ਹੈ। ਰਾਜਾ ਚਲੇ ਗਿਆ। ਬ੍ਰਾਹਮਣ ਨੂੰ ਮੌਤ ਦਿਸ ਗਈ। ਉਹਨੇ ਕਿਹਾ ਮੈਨੂੰ ਰਾਜੇ ਨੇ ਮਾਰ ਦੇਣਾ। ਜਦੋਂ ਮੌਤ ਦਿਸ ਜਾਵੇ ਮਨ ਇਕਾਗਰ ਬਹੁਤ ਹੁੰਦਾ। ਫਿਰ ਕੋਈ ਧੀ ਭੈਣ ਪੁੱਤ ਚੇਤੇ ਨਹੀਂ ਆਉਂਦਾ, ਨਾ ਜ਼ਮੀਨ ਚੇਤੇ ਆਉਂਦੀ, ਨਾ ਮਾਇਆ ਚੇਤੇ ਆਉਂਦੀ ਹੈ। ਬੰਦੇ ਨੂੰ ਪਤਾ ਹੋਵੇ ਮੈਂ ਕੱਲ੍ਹ ਨੂੰ ਮਾਰ ਦੇਣਾ ਜਾਂ ਮਰ ਜਾਣਾ ਮੈਂ ਕੱਲ੍ਹ ਨੂੰ। ਇਹਨੂੰ ਦੱਸ ਦੇਵੇ ਭਗਵਾਨ ਤੇ ਕੱਲ੍ਹ ਨੂੰ ਮਰ ਜਾਣਾ, ਇਹਨੂੰ ਕੁਛ ਨਹੀਂ ਚੰਗਾ ਲੱਗਦਾ, ਛੱਡ ਦਿੰਦਾ ਇਹ ਸਾਰਾ ਕੁਛ। ਉਹਨੂੰ ਫਿਰ ਮੌਤ ਦਿਸ ਗਈ। ਫਿਰ ਸਾਰੀ ਰਾਤ ਭਗਵਾਨ ਦੇ ਸਾਹਮਣੇ ਖੜਾ ਰਿਹਾ। ਮਹਾਰਾਜ ਤੂੰ ਦ੍ਰੋਪਦੀ ਦੀ ਭਰੀ ਸਭਾ 'ਚ ਲਾਜ ਰੱਖ ਲਈ। ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਜ। ਮਹਾਰਾਜ ਤੂੰ ਹਾਥੀ ਦੇ ਤੰਦੂਏ ਦੇ ਮਹਾਰਾਜ ਜਾਲ ਕੱਟ ਦਿੱਤਾ, ਹਾਥੀ ਨੂੰ ਬਚਾ ਲਿਆ। ਮਹਾਰਾਜ ਤੂੰ ਪ੍ਰਹਲਾਦ ਨੂੰ ਬਚਾ ਲਿਆ। ਕਿਹੜੇ ਭਗਤਾਂ ਦੀ ਜਗ੍ਹਾ ਜਗ੍ਹਾ 'ਤੇ ਭਗਤਾਂ ਦੀ ਸਦਾ ਤੂੰ ਰੱਖਦਾ, ਹਰ ਜੀਓ ਤੁਰ ਤੂੰ ਰੱਖਦਾ ਆ। ਮਹਾਰਾਜ ਤੁਸੀਂ ਭਗਤਾਂ ਦੀ ਰੱਖਦੇ ਆਏ ਹੋ। ਮਹਾਰਾਜ ਮੇਰਾ ਬਹੁਤਾ ਕਸੂਰ ਤਾਂ ਹੈ ਨਹੀਂ। ਮੈਂ ਜੇ ਨਿਆਣਾ ਆਪਣੇ ਗਲੋਂ ਹਾਰ ਲਾ ਕੇ ਪਿਤਾ ਦੇ ਗਲ ਪਾ ਵੀ ਦਿੱਤਾ, ਬਹੁਤਾ ਗੁਨਾਹ ਤਾਂ ਨਹੀਂ ਹੈ।
मैनू राजे ने मार देना। एकागर मन होया तो अरदास प्रवान हो गई। जिन्ना चिर एकागर नहीं हुंदा अरदास प्रवान नहीं हुंदी। जदों अखंड पाठ की अरदास हुंदी है, 4-5 तो मोबाइल ही बज जाते, एकागरता ही तो उही भंग कर देंगे। सारिਆਂ ध्यान वो चले जाता, एकागरता ही भंग हो गई। जदों रफल का निशाना लाउणा होवे, माड़ा जिहा किते पैर च कंडा चुभ जाए, एकागरता ही भंग हो जाती है। उस वेले निशाना लगता नहीं है। तीर का निशाना लाउणा होवे, एकागरता ही होवे तां लगता नहीं है। समाधि की भी एकागरता ही हुंदी तां भगवान के दर्शन हुंदे नहीं है। ऐन चित एकागर प्रभ की उस्तत करो संत मीत, सावधान एकागर चीत। एकागर चित हो के ਉਹਦੀ अरदास प्रवान हो गई। पत्थर की मूर्ति नूं दाड़ी उगड़ी, एडी एडी दाड़ी आ गई। ब्राह्मण नूं बड़ी खुशी हुई, साफ सफाई की, जोत धूफ लाया। जोत धूफ ला के भगवान के गल च हार पाता। राजा आया, राजे ने दूरों देखा भगवान की मूँह ते दाड़ी है। उन्हें कहा, पंडित ब्राह्मण ने धौड़े लिया के गूंदना चमेड़ दिते आ। उन्होंने विश्वास तो है नहीं सी। उन्हें कहा पत्थर की मूर्ति नूं बाल नहीं आ सकते। राजे ने आके मत्था तो जिहड़ा टेकना ही सी उन्होंने मूर्ति भावें गुरु नानक साहब की फोटो भी होवे, उहदी भी बेसत्कारी करिए तो वह भी तो माड़ी है। गुरु किसी की भी फोटो होवे, जदों आपां बेसत्कारी उहदी करदे हैं तो लोग माड़ा ही गिणदे उहनूं। उन्हें आके भगवान की दाड़ी नूं हथ पा लिया। जद उन्हें दाड़ी उनके खिंच के बाल निकल जाने, जद उन्हें जोर ना खिंची दाड़ी तो खिंच ना हुई, एक बाल दाड़ी का पट हो गया। वो लहू की धार बाहर आई तो राजा बेहोश होकर डिग पिया। भगवान प्रगट हो गए। ਇਹਦਾ जिक्र नामदेव जी ने अपनी पवित्र बाणी गुरु ग्रंथ साहिब में दर्ज किया। कहते देवा पाहन तारीयले, राम कहत जन कस ना तरे। देवा ब्राह्मण नूं पत्थर की मूर्ति ने तार दिता। राम कहता बंदा तरदा नहीं है। जिन्ना चिर विश्वास में कमी है प्रभु मिलता नहीं है। पानी हिलदा होवे कदी साफ नहीं हुंदा, ते पानी जब साफ नहीं हुंदा तो मूँह भी नहीं दिसदा। जद ये मन के बेविश्वासी रहिंदी है तो फिर यदा मन फिर स्थिर नहीं हुंदा, फिर पवित्र नहीं हुंदा। इहनूं फिर विश्वास भी रब ते नहीं हुंदा। उन्होंने कहा भी हाथी खा लो, गुरु ते रखो विश्वास, गुरु समर्थ है, सतगुर मेरा मार्ज बल है, असी जींदा कर देना है। मूसन का सिर 4 पैरों का वड्डिया होया गुरु अर्जन देव महाराज ने मुड़ के जोड़ दिता। संत महाराज जी हरखो वालिए माझे की धरती ते टिग नंगल पिंड है मजीठे के कोल, उत्थे संत महाराज हरखो वाले जी उन्हों की संगत है। बैठे सन पिंड में एक बजुर्ग उठा, उठ के आके बचन किया, कहता महाराज जी 10वें पातशाह जी ने 5 ਸਿੰਘਾਂ के सिर वड्डे सी, जोड़े किदां? महापुरुष कहते लिया तेरा वड्ड देने, तेरे सामने जोड़ देना, हुणे ही तेरे सामने वड्ड देना, तेरे सामने जोड़ देना। जोड़ने वाला तैयार सी पर बढ़ाने वाला तैयार नहीं सी। गुरु समर्थ है, जो मर्जी कर सकता है, बींदा कर दे, मार दे, जो मर्जी कर दे, प्रभ पावे बिन सास ते राखे। परमेश्वर तो जिथे मर्जी रख सकता है। प्रहलाद नूं अग विचों रख लिया, पानी विचों रख लिया, जल ने डूबे तस्कर नहीं लेवे, पाहे न साके जाले, गुरु का बचन बसै जी नाले। उन्होंने अग फिर साड़ दी नहीं। अग उहदे हुक्म विच है, अग उहदे भै विच है, पानी भी उहदे भै विच है। पानी जोग भी नहीं सकता, अग साड़ नहीं सकती। सारी सृष्टि तो उहदे हुक्म विच खड़ी है। भै विच पवन बहे सदबाओ, भै विच चले लख दरियाओ, भै विच अगन कढ़े बेगार, भै विच धरती दब्बी पार। धरती भी भै विच खड़ी है। सारी सृष्टि महाराज सच्चे पातशाह तुहाडे भै विच खड़ी है। उन्हां विचों 5 करोड़ ने हाथी खाधा। 5 करोड़ ने कहा ठीक है जी, सत वचन जी। 5 करोड़ ने हाथी खाधा, वो 5 पास हो गए, 10 रह गए। जदों फिर 10 रह गए, उन्होंने फिर हाथी जींदा करता। 10 करोड़ ने देखा हाथी जीवदा हो गया। कहते जी सानू भी आ गया। कहते जो पेपर लीक हो जाए पेपर नहीं हुंदा, अगले युग ते वारी आऊगी, अगले साल हुण पेपर पऊगा। तुहानूं तो हुण दिस गया ना, हुण तां तुसीं सारे ही खड़े हो जाना, अगले युग ते वारी आऊगी। अगला युग आया त्रेता। त्रेते युग विच गैंडा मारिया, गैंडा मेद जग किया। मेद जग करके उन्होंने रिन्निया तो 21 करोड़ सिख गुरु के मगर लग्या। ये गुरु नानक साहब जी अजेते रंधावे नूं सुना रहे हैं। कहते 21 करोड़ विचों फिर जो उन्होंने कहा भी गैंडा खा लो,
ਉਹਦੇ ਵਿੱਚ ਸਾਰੇ ਸਿੱਖ ਭਰਮ ਗਏ। 14 ਕਰੋੜ ਸਿੱਖ ਭਰਮ ਗਏ ਤੇ 7 ਕਰੋੜ ਨੇ ਕੋੜਾ ਖਾਧਾ, ਗੈਂਡਾ ਖਾਧਾ। ਉਹਨੇ ਜੇਲੇ ਫਿਰ ਸਿੱਟਾ ਮਾਰਿਆ, ਗੈਂਡਾ ਖੜਾ ਕਰ ਦਿੱਤਾ। 14 ਕਰੋੜ ਕਹਿੰਦੇ ਜੀ ਸਾਨੂੰ ਕੀ ਹੁਕਮ ਹੈ? ਕਹਿੰਦੇ ਅਗਲੇ ਯੁੱਗ ਤੇ ਵਾਰੀ ਆਊਗੀ। ਅਗਲਾ ਯੁੱਗ ਆਇਆ ਦੁਆਪਰ। ਦੁਆਪਰ ਯੁੱਗ ਵਿੱਚ ਘੋੜਾ ਮੇਧ ਜੱਗ ਕੀਤਾ। ਘੋੜਾ ਮੇਧ ਜੱਗ ਕਰਕੇ ਉਹਨੇ ਕਿਹਾ ਉਸ ਵੇਲੇ 36 ਕਰੋੜ ਸਿੱਖ ਗੁਰੂ ਦੇ ਮਗਰ ਲੱਗਿਆ। ਉਹਨੇ ਹੁਕਮ ਕੀਤਾ, 36 ਚੋਂ 15 ਨੇ ਖਾਧਾ, 21 ਕਰੋੜ ਸਿੱਖ ਫਿਰ ਭਰਮ ਗਏ। ਇਹ ਸਾਰੇ ਭਰਮ ਦੇ ਜਾਦੇ ਤੁਰੀਆਂ ਰੂਹਾਂ, ਇਹ ਸਾਰੇ ਤੁਰੇ ਹੀ ਆਏ, ਜਾਦੇ ਹੀ ਆਏ। ਇਹ ਜਾਦੀ ਸ੍ਰਿਸ਼ਟੀ ਸਾਜੀ, ਸਾਰੇ ਜਾਦੇ ਹੀ ਆਏ ਜਿੰਨੇ ਬੈਠੇ ਆ। ਮਹਾਂਪੁਰਸ਼ਾਂ ਨੇ ਕਹਿਣਾ ਜਾਦੇ ਹੀ ਖੁੰਝਿਓ ਆ, ਹਲੇ ਵਾਰੀ ਨਹੀਂ ਆ ਰਹੀ, ਹਲੇ ਮਨ ਹੀ ਨਹੀਂ ਬਣਦਾ ਕਹਿੰਦੇ ਸਾਡਾ। 21 ਕਰੋੜ ਭਰਮ ਗਏ। ਉਹਨਾਂ ਨੇ ਜਦ ਛਿੱਟਾ ਮਾਰਿਆ, ਘੋੜਾ ਖੜਾ ਕਰ ਦਿੱਤਾ। ਸਤਿਗੁਰੂ ਨਾਨਕ ਦੇਵ ਮਹਾਰਾਜ ਜਿੱਤੇ ਰੰਧਾਵੇ ਨੂੰ ਕਹਿੰਦੇ ਬੱਚਾ ਜਿੱਤਿਆ, ਹੁਣ ਆਇਆ ਕਲਯੁੱਗ। ਕਲਯੁੱਗ ਵਿੱਚ 96 ਕਰੋੜ ਸਿੱਖ ਗੁਰੂ ਮਗਰ ਲੱਗੇਗਾ। ਨਿਹੰਗ ਸਿੰਘ ਲਿਖਦੇ 96 ਕਰੋੜੀ। 96 ਕਰੋੜੀ ਦਾ ਮਤਲਬ ਇਹੀ ਹੈ 96 ਕਰੋੜ ਸਿੱਖ ਗੁਰੂ ਮਗਰ ਲੱਗੇਗਾ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਦੇਖਣ ਨੂੰ ਸਿੱਖੀ ਬਹੁਤ ਹੋਗੀ, ਨਰਕਾਂ ਦੇ ਅਧਿਕਾਰੀ ਬਹੁਤੇ ਹੋਣਗੇ। ਕਹਿਣ ਲੱਗੇ ਬੱਚਾ ਅੱਗੇ ਤਾਂ ਮਾਰਦੇ ਸੀ ਡੰਗਰ ਪਸ਼ੂ, ਹੁਣ ਬੰਦਾ ਮਾਰਿਆ ਜਾਵੇਗਾ। ਸਾਰੀ ਸਿੱਖੀ ਭਰਮ ਜਾਵੇਗੀ। 5 ਸਿੱਖ ਪਾਸ ਹੋਣਗੇ। ਇਹ ਗੁਰੂ ਨਾਨਕ ਸਾਹਿਬ ਦਾ ਬਚਨ ਹੈ 22 ਬਾਲੇ ਵਾਲੀ ਜਨਮ ਸਾਖੀ ਵਿੱਚ। ਉਹਨਾਂ 5 ਦੇ ਮਗਰ ਲੱਗ ਕੇ ਫਿਰ ਬਹੁਤ ਦੁਨੀਆ ਦਾ ਉਧਾਰ ਹੋ ਜਾਵੇਗਾ। ਉਹਨਾਂ 5 ਤੋਂ ਇਹ ਸੰਪਰਦਾ ਚੱਲੀ ਆਈ ਹੈ ਜਿਨ੍ਹਾਂ ਮਹਾਂਪੁਰਸ਼ਾਂ ਦੀ ਤੁਸੀਂ ਯਾਦ ਮਨਾਉਣ ਬੈਠੇ ਹੋ। ਭਾਈ ਦਇਆ ਸਿੰਘ ਜੀ ਦੀ ਸੰਪਰਦਾ। ਬਹੁਤਾ ਲੰਮਾ ਸਮਾਂ ਲੱਗ ਜੂਗਾ ਜੇ ਮੈਂ ਇਕੱਲੇ ਇਕੱਲੇ ਮਹਾਂਪੁਰਸ਼ ਦਾ ਜ਼ਿਕਰ ਕਰਾਂ। ਭਾਈ ਦਇਆ ਸਿੰਘ ਜੀ ਤੋਂ ਲੈ ਕੇ 10ਵੀਂ ਜਗ੍ਹਾ 'ਤੇ ਬਾਬਾ ਜਵਾਲਾ ਸਿੰਘ ਜੀ ਦਾ ਜ਼ਿਕਰ ਆਉਂਦਾ ਹੈ। ਉਹਨਾਂ ਤੋਂ ਇਹ ਮਹਾਂਪੁਰਸ਼ ਸੰਤ ਬਾਬਾ ਨਾਜਰ ਸਿੰਘ ਜੀ। ਇਹ ਅੱਗੇ ਤੋਂ ਅੱਗੇ ਦੀਵੇ ਤੋਂ ਦੀਵਾ ਜਗਦਾ ਚਲੇ ਜਾਂਦਾ, ਪਰ ਦੀਵੇ ਨੂੰ ਲਾਟ ਤਾਂ ਲੱਗਦੀ ਹੈ ਉਹਦੇ ਵਿੱਚ ਭਾਵਨਾ ਰੂਪੀ ਬੱਤੀ ਹੋਵੇ, ਸਿਮਰਨ ਰੂਪੀ ਤੇਲ ਹੋਵੇ, ਪੁੰਨ ਹੋਵੇ ਵੱਡਾ, ਤਾਂ ਆ ਕੇ ਮਹਾਤਮਾ ਦੇ ਨੇੜੇ ਆਉਂਦਾ। ਫਿਰ ਦੀਵੇ ਨੂੰ ਬਹੁਤੀ ਲੈਟ ਮਿਹਨਤ ਨਹੀਂ ਕਰਨੀ ਪੈਂਦੀ। ਪ੍ਰਕਾਸ਼ਵਾਨ ਦੀਵੇ ਦੇ ਨੇੜੇ ਗਿਆ, ਪਾਵਰ ਉਹਦੇ ਵਿੱਚ ਸੀ, ਪ੍ਰਕਾਸ਼ ਨਹੀਂ ਸੀ, ਪ੍ਰਕਾਸ਼ ਕਰ ਦਿੱਤਾ ਉਹਨੂੰ। ਫਿਰ ਇਹ ਨਹੀਂ ਪਤਾ ਲੱਗਦਾ ਪ੍ਰਕਾਸ਼ ਪਹਿਲਾਂ ਕਿਹੜਾ ਸੀ। ਦੋ ਇੱਕੋ ਜਿਹੇ ਜਗਦੇ ਆ, ਬਰਾਬਰ 'ਚ ਹੋ ਗਏ। ਗੰਗਾ ਜਮਨਾ ਗੋਦਾਵਰੀ ਸਰਸਤੀ ਸਾਰੀਆਂ ਨਦੀਆਂ ਸਮੁੰਦਰ ਵਿੱਚ ਜਾ ਕੇ ਜਿੰਨਾ ਚਿਰ ਸਮੁੰਦਰ 'ਚ ਪੈਂਦੀਆਂ ਨੇ ਇਹ ਤੁਰੀਆਂ ਹੀ ਰਹਿੰਦੀਆਂ। ਅਤੇ ਜਿੰਨਾ ਚਿਰ ਸਮੁੰਦਰ 'ਚ ਪੈਂਦੀਆਂ ਨੇ ਨਾ ਇਹਨਾਂ ਦਾ ਵੱਖਰਾ ਹੀ ਰਹਿੰਦਾ। ਜਦ ਸਮੁੰਦਰ ਵਿੱਚ ਪੈ ਗਈਆਂ ਨਾ ਖਤਮ ਹੋ ਗਿਆ। ਬਾਜ ਮਾਰੋ ਗੋਦਾਵਰੀ ਬਾਹਰ ਆ ਜਾਵੇ, ਨਹੀਂ ਆਉਂਦੀ, ਵਿੱਚ ਲੀਨ ਹੋ ਗਈ ਉਹ। ਜਦੋਂ ਫਿਰ ਅਵਸਥਾ ਮਨੁੱਖ ਦੀ ਬਣ ਕੇ ਉੱਥੇ ਤੱਕ ਪਹੁੰਚ ਜਾਂਦਾ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਕੇਵਲ ਬਾਣੇ ਤੱਕ ਸੀਮਤ ਹੈ ਬਹੁਤ ਦੁਨੀਆ। ਜਿਹੜੀ ਮਹਾਂਪੁਰਸ਼ਾਂ ਦੀ ਮਰਜ਼ਾਦਾ ਹੈ, ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਹਿਤਨਾਮੇ ਪੜ੍ਹੀਏ ਤਾਂ ਬਹੁਤ ਫੇਲ ਹੋ ਜਾਣੇ ਆ। ਇਹ ਗੁਰਮੁਖ ਪਿਆਰਾ ਕਹਿੰਦਾ ਸਿੱਖੀ ਬਾਹਰ ਬਹੁਤ ਹੈ। ਮੈਂ ਕਿਹਾ ਨਹਾਉਂਦੇ 8 ਵਜੇ ਉੱਠਦੇ, ਸਵੇਰ ਨੂੰ 9 ਵਜੇ ਉੱਠਦੇ ਹੋ, ਨਹਾਉਂਦੇ ਹੀ ਨਹੀਂ। ਸਵੇਰ ਨੂੰ ਸਾਜਰੇ ਬਾਣਾ ਲਾ ਲੈਣਾ, ਉੱਪਰ ਦੀ ਗਾਤਰਾ ਪਾ ਲੈਣਾ, ਨਹਾਉਣਾ ਹੀ ਨਹੀਂ। ਫਿਰ ਬਾਣੀ ਪੜ੍ਹਨੀ ਨਹੀਂ। ਬਾਣੀ ਅਤੇ ਬਾਣਾ ਦੋ ਚੀਜ਼ਾਂ। ਅਤੇ ਹੋਰ ਕੀ ਖਾਣਾ ਕੀ ਨਹੀਂ ਖਾਣਾ ਡਾਕਟਰ ਪਰਹੇਜ਼ ਦੱਸਦਾ। ਇਹ ਥੋੜ੍ਹੇ ਵੀ ਪਰਹੇਜ਼ ਹੀ ਹੈ ਨਹੀਂ, ਕੋਈ ਨਾਮ ਦਾ ਪਰਹੇਜ਼ ਹੀ ਹੈ ਨਹੀਂ। ਕਿ ਪਰਹੇਜ਼ ਤਾਂ ਜਿਹੜੀਆਂ ਚੀਜ਼ਾਂ ਗੁਰੂ ਤੋਂ ਤੋੜਦੀਆਂ ਉਹਨਾਂ ਦਾ ਪਰਹੇਜ਼ ਕਰਨਾ ਪੈਂਦਾ। ਜਿਹੜੀਆਂ ਚੀਜ਼ਾਂ ਗੁਰੂ ਨਾਲ ਜੋੜਦੀਆਂ ਉਹ ਗ੍ਰਹਿਣ ਕਰਨੀਆਂ ਪੈਂਦੀਆਂ। ਜਿਹੜੀ ਹੁਣ ਚੀਜ਼ ਜੋੜਦੀ ਆ ਬਹੁਤ ਸਾਰੇ ਪਈ ਆ, ਤੁਹਾਨੂੰ ਨੈੱਟਾਂ 'ਤੇ ਚੜ੍ਹਦੇ ਆ ਜੀ, ਆਲੂ 'ਚ ਵੀ ਜਾਨ ਹੈ, ਮੂੰਗੀ ਵਿੱਚ ਵੀ ਜਾਨ ਹੈ, ਆਂਡੇ ਵਿੱਚ ਵੀ ਜਾਨ ਹੈ, ਬੱਕਰੇ ਵਿੱਚ ਵੀ ਜਾਨ ਹੈ, ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਈ। ਇਹਨਾਂ ਦੇ ਸੁਣਿਆ ਨਾ ਕਰੋ, ਨਿੰਦਿਆ ਕਰ ਕਰਕੇ ਲੋਕ ਤੁਹਾਨੂੰ ਵੀ ਪਾਪਾਂ ਦੇ ਭਾਗੀ ਬਣਾਉਂਦੇ ਆ। ਉਹਨਾਂ ਨੂੰ ਇਹ ਨਹੀਂ ਪਤਾ ਇਹ ਗੱਲ ਕਹੀ ਕਿੱਥੇ ਹੈ। ਮਾਸ ਸਾਗ ਦੀ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ 'ਚ ਪੰਗਤੀਆਂ, ਇਹ ਤਾਂ ਉਹਨਾਂ ਨੂੰ ਪਤਾ ਨਹੀਂ ਇਹ ਉਚਾਰੀਆਂ ਕਿੱਥੇ ਆ ਅਤੇ ਕਿਉਂ ਉਚਾਰੀਆਂ। ਉਹਨਾਂ ਨੂੰ ਇੱਕ ਸਵਾਲ ਦਾ ਜਵਾਬ ਦੇ ਦਿਆ ਕਰੋ। ਅੰਨ ਭਾਵੇਂ ਜੀਵ ਹੈ, ਜੋ ਚੀਜ਼ਾਂ ਆਪਾਂ ਛਕਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲੱਗਦਾ, ਭਾਵੇਂ ਜੀਵ ਹੈ। ਕਿਤੇ ਵੀ ਬੱਕਰਾ ਕੁੱਕੜ ਆਂਡਾ ਪਵਿੱਤਰ ਨਹੀਂ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ। ਇਹਨੂੰ ਲਿਖਿਆ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਕ੍ਰਿਤ, ਤਾਂ ਹੋਆ ਪਾਕ ਪਵਿੱਤ, ਪਵਿੱਤਰ ਪ੍ਰਸ਼ਾਦਾ ਤਿਆਰ ਹੋ ਗਿਆ। ਕਿਤੇ ਲਿਖਿਆ ਹੋਵੇ ਬੱਕਰਾ ਪਵਿੱਤਰ ਪ੍ਰਸ਼ਾਦ ਤਿਆਰ ਹੋ ਗਿਆ, ਵੀ ਪਵਿੱਤਰ ਹੋ ਗਈ ਬੱਕਰਾ, ਮੱਛੀ ਕਿਤੇ ਪਵਿੱਤਰ ਹੋ ਗਈ ਹੋਵੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੁੱਛੋ ਵੀ ਪਵਿੱਤਰ ਕਿਹੜੀ ਚੀਜ਼ ਹੈ, ਅਸੀਂ ਕੀ ਖਾਣਾ ਹੈ। ਜੋ ਗੁਰੂ ਨੂੰ ਭੋਗ ਲੱਗਾ ਅਸੀਂ ਉਹ ਖਾ ਲੈਣਾ। ਅੱਜ ਤੱਕ ਬੱਕਰੇ ਕੁੱਕੜ ਦਾ ਭੋਗ ਨਹੀਂ ਲੱਗਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ। ਨਿਹੰਗ ਸਿੰਘ ਵੱਢਦੇ ਆ, ਭਾਵੇਂ ਭੋਗ ਨਹੀਂ ਲੱਗਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਲੱਗਦਾ।
ਅੰਨ ਨੂੰ ਦੇਵਤਾ ਕਿਹਾ, ਭਾਵੇਂ ਠੀਕ ਹੈ ਦਾਣੇ ਅੰਨ ਦੇ, ਜੀਵਾਂ ਆਵਾਜ਼ ਨਾ ਕੋਏ, ਜੇ ਜੀਵ ਨਹੀਂ ਤਾਂ ਗਾਹਾਂ ਜੀਵ ਪੈਦਾ ਹੀ ਨਹੀਂ ਹੋਣੇ। ਉਹਨੂੰ ਪਵਿੱਤਰ ਲਿਖਿਆ। ਤਾਂ ਮਹਾਂਪੁਰਸ਼ਾਂ ਦੇ ਕੋਲ ਧਾਰਮਿਕ ਵਿਦਿਆ ਪ੍ਰਾਪਤ ਕਰਨੀ ਤਾਂ ਮਹਾਂਪੁਰਸ਼ਾਂ ਕੋਲ, ਜਿਹੜੇ ਨੂੰ ਕੋਈ ਧਾਰਮਿਕ ਵਿਦਿਆ ਹੁੰਦੀ ਹੈ। ਜੇ ਸਮਾਜਿਕ ਵਿਦਿਆ ਲੈਣੀ ਸਕੂਲੇ ਜਾਣਾ ਪੈਂਦਾ, ਯੂਨੀਵਰਸਿਟੀਆਂ, ਸਕੂਲੇ ਆ, ਕਾਲਜ ਹੈ, ਉੱਥੋਂ ਸਮਾਜਿਕ ਵਿਦਿਆ ਲੈ ਕੇ ਮਨੁੱਖ ਅਹੁਦੇ ਲੈ ਲੈਂਦਾ, ਅਫਸਰ ਬਣ ਜਾਂਦਾ। ਧਾਰਮਿਕ ਪੱਖ ਵਿੱਚ ਵੀ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਕੁਛ ਅਹੁਦੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਆ। ਇਹ ਪੜ੍ਹਾਈ ਪੜ੍ਹੇਗਾ ਤੇ ਤੂੰ ਸੰਤ ਹੈ, ਇਹ ਪੜ੍ਹਾਈ ਪੜ੍ਹੇਗਾ ਤੂੰ ਭਗਤ ਹੈ, ਇਹ ਪੜ੍ਹਾਈ ਪੜ੍ਹੇਗਾ ਤੂੰ ਸਾਧ ਹੈ, ਇਹ ਪੜ੍ਹਾਈ ਪੜ੍ਹੇਗਾ ਤੇ ਤੂੰ ਬ੍ਰਹਮ ਗਿਆਨੀ ਹੈ, ਗੁਰਸਿੱਖ ਹੈ, ਗੁਰਮੁਖ ਹੈ, ਇਹ ਗੁਰਮੁਖ ਹੈ, ਇਹ ਗੁਰਮੁਖ ਦੇ ਗੁਣ ਨੇ। ਸਾਰੇ ਹੀ ਸਤਿਕਾਰਤ ਅਹੁਦੇ ਨੇ। ਉਨੀ ਪੜ੍ਹਾਈ ਕੋਈ ਪੜ੍ਹ ਲਵੇ। ਡੀਸੀ ਦੀ ਪੜ੍ਹਾਈ ਵੀ ਕੋਈ ਮੋਨਾ ਪੜ੍ਹ ਲਵੇ ਤੇ ਡੀਸੀ ਬਣ ਜਾਂਦਾ। ਇਹ ਨਹੀਂ ਵੀ ਸਿੱਖ ਪੜ੍ਹ ਲਵੇ, ਜਿਹੜਾ ਮਰਜ਼ੀ ਉਹ ਪੜ੍ਹਾਈ ਪੜ੍ਹ ਲਵੇ। ਡੀਸੀ ਡਿਪਟੀ ਕਮਿਸ਼ਨਰ ਹੈ, DIG ਹੈ, SP ਹੈ, SDM ਹੈ, ਤਹਿਸੀਲਦਾਰ ਹੈ, ਉਹਦੀ ਪੜ੍ਹਾਈ ਕੋਈ ਵੀ ਪੜ੍ਹ ਲਵੇ, ਕਿਸੇ ਧਰਮ ਦਾ ਬੰਦਾ ਪੜ੍ਹ ਲਵੇ। ਇਹ ਪੜ੍ਹਾਈ ਗੁਰੂ ਗ੍ਰੰਥ ਸਾਹਿਬ ਵਿੱਚ ਇਕੱਲੇ ਸਿੱਖਾਂ ਵਾਸਤੇ ਨਹੀਂ ਦੱਸੀ, ਕੋਈ ਪੜ੍ਹ ਲਵੇ। ਜੇ ਹਿੰਦੂ ਪੜ੍ਹ ਲਵੇ ਤਾਂ ਉਹ ਵੀ ਬ੍ਰਹਮ 'ਚ ਪਹੁੰਚ ਜਾਵੇਗਾ। ਭਾਈ ਮਨੀ ਸਿੰਘ ਬ੍ਰਾਹਮਣ ਹੋਏ ਆ, ਜਿਹਦਾ ਬੰਦ ਕੱਟਿਆ। ਬ੍ਰਾਹਮਣ ਮਾੜੇ ਨਹੀਂ ਆ। ਜੇ ਗੰਗੂ ਮਾੜਾ ਨਿਕਲਿਆ, ਸਾਰੇ ਬ੍ਰਾਹਮਣ ਮਾੜੇ ਨਹੀਂ ਸੀ। ਭਾਈ ਬਚਿੱਤਰ ਸਿੰਘ ਜੇ ਨਾਗਣੀ ਮਾਰੀ ਆ, ਸਕੇ ਭਰਾ ਸੀ ਇਹਨਾਂ ਦੇ। ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਇਹਨਾਂ ਦੇ ਭਰਾ ਸਨ। ਜਿਹੜੇ ਆਰਾ ਜਿਨ੍ਹਾਂ ਦੇ ਸੀਸ ਤੇ ਚੱਲਿਆ ਬ੍ਰਾਹਮਣ ਸਨ। ਕੋਈ ਪੜ੍ਹਾਈ ਪੜ੍ਹ ਲਵੇ। ਇਹ ਨਹੀਂ ਵੀ ਸਿੱਖਾਂ ਵਾਸਤੇ ਪੜ੍ਹਾਈ ਹੈ, ਸਰਬ ਸਾਂਝਾ ਗੁਰੂ ਹੈ। ਗੁਰਮੁਖ ਦਾ ਇਹਦੇ ਵਿੱਚ ਦੱਸਿਆ ਨਹੀਂ ਵੀ ਸਿੱਖ ਹੋਵੇ। ਹਿੰਦੂ ਗੁਰਮੁਖ ਵਾਲੀ ਪੜ੍ਹਾਈ ਪੜ੍ਹ ਲਵੇ, ਹਿੰਦੂ ਵੀ ਗੁਰਮੁਖ ਹੈ। ਇਸਲਾਮ ਪੜ੍ਹਾਈ ਪੜ੍ਹ ਲਵੇ, ਉਹ ਵੀ ਗੁਰਮੁਖ ਹੈ। ਬਾਬਾ ਫਰੀਦ ਵੀ ਇਹਦੇ ਵਿੱਚ ਬੈਠੇ ਆ, ਅਤੇ ਸਨਾਤਨ ਮਤ ਦੇ ਮਹਾਂਪੁਰਸ਼ ਵੀ ਇਹਦੇ ਵਿੱਚ ਬੈਠੇ ਆ, ਜਿਨ੍ਹਾਂ ਨੂੰ ਅਸੀਂ ਗੁਰੂ ਨਾਨਕ ਦਾ ਸਰੂਪ ਮੰਨ ਕੇ ਮੱਥਾ ਟੇਕਦੇ ਹਾਂ। ਸਾਰੇ ਮਹਾਂਪੁਰਸ਼ ਦੀ ਪੜ੍ਹਾਈ ਹੈ, ਕੋਈ ਵੀ ਪੜ੍ਹ ਲਵੇ। ਪਰ ਪੜ੍ਹਾਈ ਉਹਨਾਂ ਤੋਂ ਪੜ੍ਹੀ ਜਾਂਦੀ ਹੈ ਜਿਹੜੇ ਪੜ੍ਹ ਚੁੱਕੇ ਹੁੰਦੇ ਆ, ਜਿਨ੍ਹਾਂ ਦਾ ਆਪਣਾ ਮਨ ਇਕਾਗਰ ਹੋ ਚੁੱਕਿਆ, ਜਿਨ੍ਹਾਂ ਦੀ ਅਵਸਥਾ ਬਣ ਚੁੱਕੀ। ਅਵਸਥਾ ਵਾਲਿਆਂ ਤੋਂ ਅਵਸਥਾ ਪ੍ਰਾਪਤ ਹੁੰਦੀ ਹੈ। ਸੋ ਮਹਾਂਪੁਰਸ਼ਾਂ ਦੀ ਯਾਦ ਵਿੱਚ ਹੁਕਮਨਾਮਾ ਥੋੜ੍ਹਾ ਚਿਰ ਵਿਚਾਰ ਕਰਨੀ ਹੈ। ਇਹ ਵਿਚਾਰ ਸਾਧ ਸੰਗਤ ਹੁਕਮਨਾਮਾ ਹੁੰਦਾ ਕਿ ਜੋ ਆਪਾਂ ਬਾਣੀ ਪੜ੍ਹੀ ਸੀ 3 ਦਿਨ, ਬਹੁਤਿਆਂ ਨੂੰ ਤਾਂ ਇਸ ਗੱਲ ਦਾ ਗਿਆਨ ਹੀ ਨਹੀਂ ਨਾ। ਉਹ ਕਹਿੰਦੇ ਹੁਕਮਨਾਮਾ ਲੈ ਲਿਆ, ਠੀਕ ਹੈ। ਹੁਕਮਨਾਮਾ ਹੁੰਦਾ ਹੈ ਵੀ ਆਇਆ ਜਿਹੜੀ ਬਾਣੀ ਪੜ੍ਹੀ, ਵਿਘਨ ਤਾਂ ਨਹੀਂ ਕੋਈ ਪਿਆ। ਕਿਸੇ ਬੰਦੇ ਨੇ ਗਲਤੀ ਨਾ ਕੀਤੀ ਹੋਵੇ, ਪਾਠੀ ਨੇ ਨਾ ਕੀਤੀ ਹੋਵੇ, ਬੇਸਤਕਾਰੀ ਗੁਰੂ ਦੀ ਕੋਈ ਨਾ ਹੋਵੇ, ਆਇਆ ਕੋਈ ਗਲਤ ਕੰਮ ਤਾਂ ਨਹੀਂ ਹੋ ਗਿਆ। ਹੁਕਮ ਤਾਂ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਦੱਸੋ ਜੀ ਕੋਈ ਗਲਤੀ ਤਾਂ ਨਹੀਂ ਜੀ ਹੋਈ ਜੇ ਬਾਣੀ ਪੜ੍ਹੀ ਹੈ। ਉਹ ਫਿਰ ਗੁਰੂ ਗ੍ਰੰਥ ਸਾਹਿਬ ਦੱਸਦੇ ਆ। ਪਰ ਇਹ ਵਿਦਿਆ ਸਾਰਿਆਂ ਕੋਲ ਨਹੀਂ ਹੁੰਦੀ। ਮਹਾਂਪੁਰਸ਼ਾਂ ਕੋਲੋਂ ਪੜ੍ਹਾਈ ਪੜ੍ਹਨੀ ਪੈਂਦੀ, ਫਿਰ ਉਹਨਾਂ ਨੂੰ ਪਤਾ ਲੱਗਦਾ। ਹੁਕਮਨਾਮੇ ਦੇ ਅਰਥ ਤਾਂ ਟੀਕਾਕਾਰਾਂ ਨੇ ਕਰ ਦੇਣੇ ਆ। ਅਰਥ ਉਹਦਾ ਅੰਤਰੀਮ ਭਾਵ ਦਾ ਨਹੀਂ ਪਤਾ ਲੱਗੂਗਾ। ਅਰਥ ਤਾਂ ਕਰ ਦੇਣਗੇ ਟੀਕਾਕਾਰਾਂ 'ਚੋਂ, ਪੜ੍ਹ ਲਓ, ਅਰਥ ਹੋ ਜਾਊਗਾ। ਇੱਕ ਬੰਦੇ ਨੇ ਦੂਜੇ ਨੂੰ ਚਿੱਠੀ ਲਿਖੀ ਹੈ, ਜਾਂ ਚਿੱਠੀ ਲਿਖਣ ਵਾਲਾ ਜਾਣਦਾ ਉਹਦੇ ਵਿੱਚ ਕੀ ਭਾਵ ਹੈ, ਅਤੇ ਜਾਂ ਚਿੱਠੀ ਪੜ੍ਹਨੇ ਵਾਲਾ ਜਾਣਦਾ, ਉਹ ਦੋਏ ਇੱਕ ਦੂਜੇ ਨੂੰ ਜਾਣਦੇ ਆ। ਤੀਜਾ ਬੰਦਾ ਚਿੱਠੀ ਪੜ੍ਹ ਲਵੇ, ਪਤਾ ਨਹੀਂ ਲੱਗਣਾ। ਹੁਕਮਨਾਮੇ ਦਾ ਅਰਥ ਉਹ ਹੁੰਦਾ, ਥੋੜ੍ਹੇ ਸਮੇਂ ਵਾਸਤੇ ਜਿੰਨੀ ਇੱਕ ਮੱਤ ਬੁੱਧੀ ਸੰਤ ਮਹਾਰਾਜ ਜੀ ਹਰਖੋ ਬਾਲਗੇ, ਉਹਨਾਂ ਨੇ ਜਿੰਨੀ ਕੁ ਮੱਤ ਬੁੱਧੀ ਬਖਸ਼ੀ ਹੈ। ਜਿਹੜਾ ਕੁ ਭਾਂਡਾ ਹੁੰਦਾ ਉੱਡੀ ਕੁ ਵਸਤੂ ਪੈ ਜਾਂਦੀ ਹੈ। ਇੱਕ ਨਹੀਂ ਦੁੱਧ ਸਮਾਈਆਂ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈਸ ਮਨ, ਇੱਕੋ ਉੱਪਰ ਰਹਿਣ ਖੜੇ, ਤਿਨਾਂ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਭਾਂਡੇ ਹੈ, ਵੱਖਰੀ ਵੱਖਰੀ ਵਸਤੂ ਪਾ ਦਿੱਤੀ ਵਿੱਚ, ਸਾ ਭਾਂਡੇ ਵਿੱਚ ਪਾਵੇ ਵਸਤੂ, ਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ। ਜਾਂ ਨਾਨਕ ਕੋ ਹਰ ਬਖਸ਼ਿਆ, ਹਰ ਭਗਤ ਭੰਡਾਰਾ। ਭਗਤੀ ਦਾ ਭੰਡਾਰ ਬਖਸ਼ਿਆ ਗੁਰੂ ਨਾਨਕ ਸਾਹਿਬ ਕਹਿੰਦੇ। ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਬਾਣੀ ਹੈ। ਇਹ ਥੋੜ੍ਹੇ ਸਮੇਂ ਵਾਸਤੇ ਵਿਚਾਰ ਗੁਰਮੁਖੋ। ਜਦੋਂ ਕਦੀ ਕਿਸੇ ਵੀ ਸਤਸੰਗ ਦਾ ਸੁਭਾਗ ਸਮਾਂ ਪ੍ਰਾਪਤ ਹੋ ਜਾਵੇ ਨਾ, ਸਵਾਸ ਸਫਲ ਹੀ ਹੁੰਦੇ ਆ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੁਆਬੇ ਦੀ ਮਹਾਨ ਹਸਤੀ ਹੋਈ ਹੈ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ, ਉਹ ਵਚਨ ਕਰਿਆ ਕਰਦੇ ਸਨ, ਭਾਈ ਜਿੰਨੇ ਸਵਾਸ ਗੁਰੂ ਦੀ ਹਾਜ਼ਰੀ ਵਿੱਚ, ਗੁਰੂ ਦੀ ਵਿਚਾਰ ਵਿੱਚ, ਗੁਰੂ ਦੀ ਬਾਣੀ ਪੜ੍ਹਦਿਆਂ ਬਤੀਤ ਹੋ ਜਾਣ, ਸਫਲੇ ਆ। ਜਿੰਨੇ ਸਵਾਸ ਭਾਵੇਂ ਸੰਸਾਰੀ ਕੰਮ ਜ਼ਰੂਰੀ ਨੇ, ਉੱਥੇ ਬਤੀਤ ਹੋ ਜਾਣ, ਕਿਤੇ ਕੰਮ ਨਹੀਂ ਆਉਂਦੇ। ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਸਵਾਸ ਤੁਹਾਡੇ ਸਫਲੇ ਹੈ। ਧਰਮ ਰਾਜ ਦੀ ਜਿਹੜੀ ਚਿੱਤਰਗੁਪਤ ਦੀ ਡਾਇਰੀ ਪਿਕਚਰ ਜਾਣੀ ਹੈ ਨਾ, ਫੋਟੋ ਚਿੱਤਰ ਕਹਿੰਦੇ ਫੋਟੋ ਨੂੰ, ਗੁਪਤ ਰੂਪ ਵਿੱਚ ਆ ਤਾਂ ਮੂਵੀ ਹੁਣ ਸਾਹਮਣੇ ਆ ਗਈ ਆ।
ਇਹ ਸਾਰਿਆਂ ਦੀ ਬਣੀ ਹੋਈ ਧਰਮ ਰਾਜਾ ਦੇਖ ਲੂਗਾ ਕਿੱਥੇ ਬੈਠਾ ਸੀ ਇਹ ਬੰਦਾ। ਉਹ ਇਹ ਤਾਂ ਨਹੀਂ ਦੇਖੂਗਾ ਵੀ ਉੱਥੇ ਇਹਨੇ ਗੱਲ ਸੁਣੀ ਕਿ ਨਹੀਂ, ਇਹ ਜ਼ਰੂਰ ਦੇਖ ਲੂਗਾ ਬੈਠਾ ਚੰਗੀ ਜਗ੍ਹਾ 'ਤੇ ਬੈਠਾ, ਮੂਵੀ ਚੰਗੀ ਬਣ ਗਈ। ਚਿੱਤਰਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟਾਕੇ। ਉਹ ਜਦੋਂ ਮੂਵੀ ਦਿਖਾ ਦੇ ਕਹਿੰਦਾ ਤੂੰ ਹੀ ਆ, ਕਹਿੰਦਾ ਜੀ ਮੈਂ ਹੀ ਆ। ਕਬੀਰ ਜੇਤੇ ਪਾਪ ਕੀ ਰਾਖੇ ਤਲੇ ਦੁਰਾਏ। ਪਾਪ ਕਰਮ ਨੂੰ ਬੰਦਾ ਕਰਕੇ ਦੱਬਣ ਦੀ ਕੋਸ਼ਿਸ਼ ਕਰਦਾ, ਪ੍ਰਗਟ ਪਏ ਨਦਾਨ ਜਾਂ ਪੁੱਛੇ ਧਰਮ ਰਾਏ। ਧਰਮ ਰਾਜਾ ਕਹਿੰਦਾ ਤੂੰ ਹੀ ਸੀ ਵੀ ਆ, ਇਹ ਤੂੰ ਹੀ ਆ, ਇਹ ਤੇਰੇ ਸਾਹਮਣੇ ਆ ਗਿਆ। ਸੰਤ ਮਹਾਰਾਜ ਜੀ ਹਰਖੋਵਾਲੀਏ, ਉਹਨਾਂ ਦਾ ਸੇਵਕ ਸੀ ਇੱਕ ਬਾਬਾ ਸਿੰਘ ਰਾਜੋਵਾਲ, ਨੇੜੇ ਪਿੰਡ ਹੈ ਸਾਡੇ। ਉਹਦਾ ਇੱਕ ਜਵਾਨ ਪੁੱਤਰ ਮਰ ਗਿਆ ਸੀ। ਉਹ ਬਹੁਤ ਰੋਇਆ। ਮਹਾਂਪੁਰਸ਼ ਪਣਗੇ ਤੇ ਬੈਠੇ ਸੀ। ਜਦ ਰੋਣੋਂ ਨਾ ਹਟਿਆ ਤਾਂ ਮਹਾਂਪੁਰਸ਼ ਕਹਿਣ ਲੱਗੇ ਜਿਹੜੇ ਤ੍ਰਿਕਾਲਦਰਸ਼ੀ ਮਹਾਂਪੁਰਸ਼ ਹੈ, ਰੂਹ ਕਿੱਥੋਂ ਆਈ ਹੈ, ਕੌਣ ਹੈ, ਕਿੰਨੇ ਜਨਮ ਇਹਨੂੰ ਹੋ ਗਏ, ਸਾਰੇ ਜਨਮਾਂ ਦਾ ਜਾਣਦੇ ਸੀ। ਜਦ ਰੋਣੋਂ ਨਾ ਹਟਿਆ ਮਹਾਂਪੁਰਸ਼ ਸਹਿਜ ਨਾ ਕਹਿਣ ਲੱਗੇ ਸੂਬੇਦਾਰਾ ਕਰਜ਼ਾ ਉਤਰ ਜਾਵੇ ਖੁਸ਼ ਹੋਈ ਦਾ ਕਿ ਚੜ੍ਹੇ ਰਹੇ। ਕਹਿੰਦਾ ਜੀ ਜੇ ਉਤਰ ਜਾਵੇ। ਕਹਿੰਦੇ ਤੈਨੂੰ ਪਤਾ ਜਿਹੜਾ ਮੁੰਡਾ ਤੇਰਾ ਮਰਿਆ ਕੌਣ ਸੀ, ਤੈਨੂੰ ਪਤਾ? ਕਹਿੰਦਾ ਜੀ ਨਹੀਂ। ਜਦ ਚਾਨਣ ਕਰਤਾ ਸਾਹਮਣੇ ਚਾਨਣ ਹੋ ਗਿਆ। ਕਹਿੰਦੇ ਤਾਂ ਬੰਦਾ ਮਾਰਿਆ ਸੀ ਫਲਾਣੇ ਪਿੰਡ, ਪਿੰਡ ਦਾ ਨਾਂ ਦੱਸ ਦਿੱਤਾ। ਕਹਿੰਦੇ ਉੱਥੇ ਬੰਦਾ ਤੂੰ ਇੱਕ ਮਾਰਿਆ ਸੀ? ਕਹਿੰਦਾ ਜੀ ਮਾਰਿਆ ਸੀ। ਕਹਿੰਦੇ ਤੈਨੂੰ ਕੁਛ ਨਹੀਂ ਸੀ ਹੋਇਆ? ਉਸ ਬੰਦੇ ਦੀ ਸਰਕਾਰੀ ਦਰਬਾਰੇ ਸੁਣਵਾਈ ਨਹੀਂ ਸੀ ਹੋਈ? ਕਹਿੰਦਾ ਜੀ ਨਹੀਂ। ਕਹਿੰਦੇ ਉਹ ਹੁਣ ਤੇਰੇ ਘਰ ਜੰਮਿਆ ਸੀ, ਇਹਨੂੰ ਹੁਣ ਤੈਨੂੰ ਵੱਢਣਾ ਸੀ, ਭਾਜੀ ਤੇਰੀ ਪਾਉਣੀ ਸੀ ਹੁਣ ਇਹਨੇ, ਅਸੀਂ ਇਹਨੂੰ ਪਹਿਲਾਂ ਹੀ ਤੋੜ ਦਿੱਤਾ, ਤੂੰ ਸਾਡੇ ਕੋਲ ਆਉਂਦਾ ਕਰਕੇ ਤੈਨੂੰ ਅਸੀਂ ਬਚਾ ਦਿੱਤਾ, ਤੂੰ ਰੋਂਦਾ ਸਾਹ ਲੈਂਦਾ। ਚਾਨਣ ਹੋ ਗਿਆ, ਉਸ ਵੇਲੇ ਚੁੱਪ ਕਰ ਗਿਆ। ਮਨੁੱਖ ਦਾ ਸੁਭਾਅ ਹੈ, ਜਿਹੜਾ ਚੰਗਾ ਕਰਮ ਹੈ ਉਹ ਕਹਿੰਦਾ ਸਪੀਕਰ ਵਿੱਚ ਕਹੋ, ਜਿਹੜਾ ਪਾਪ ਕਰਮ ਹੈ ਉਹਨੂੰ ਆਪ ਵੀ ਦਬਾਉਂਦਾ, ਜੇ ਕੋਈ ਕਹਿੰਦਾ ਤਾਂ ਉਹਨੂੰ ਪੈਂਦਾ ਵੀ ਹੈ। ਜਿਹੜੀ ਚੀਜ਼ ਮਿੱਟੀ 'ਚ ਦੇ ਦੇਣੀ ਉਹ ਜੰਮਣਾ ਉਹਨੇ ਹੈ, ਜਿਹੜੀ ਬਾਹਰ ਪਈ ਉਹ ਜਾਨਵਰਾਂ ਨੇ ਚੁੱਕ ਜਾਣੀ, ਉਹ ਜੰਮਣੀ ਨਹੀਂ ਹੈ। ਮਨੁੱਖ ਦਾ ਸੁਭਾਅ ਹੈ ਚੰਗੇ ਚੀਜ਼ਾਂ ਨੂੰ ਬਾਹਰ ਖਿਲਾਰਦਾ ਅਤੇ ਮਾੜਿਆਂ ਨੂੰ ਥੱਲੇ ਦੱਬਦਾ, ਅਤੇ ਜੰਮਦੇ ਮਾੜੇ ਆ, ਫਿਰ ਜਿਹੜੇ ਚੰਗੇ ਆ ਉਹ ਲੋਕਾਂ ਨੇ ਵਾਹ ਦੇਖ ਲਈ, ਉਹਨੂੰ ਪੁੰਨਦਾਨ ਕਰ ਦਿੱਤਾ, ਸੇਵਾ ਕਰ ਦਿੱਤੀ, ਤਾਂ ਉਹ ਫਿਰ ਜੰਮਦਾ ਨਹੀਂ ਹੈ, ਅੱਗੇ ਫਲਦਾ ਨਹੀਂ ਉਹ। ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਏ। ਜੇ ਭਲਾ ਚਾਹੁੰਦਾ ਤਾਂ ਕਹਿੰਦੇ ਪੁੰਨ ਦਾ ਕੰਮ ਕਰਕੇ ਨੀਵਾਂ ਸਦਾਵੇ, ਆਪਣੇ ਆਪ ਦਾ ਪਤਾ ਨਾ ਲੱਗਣ ਦੇਵੇ ਮੈਂ ਬੀਜਿਆ ਏ ਤਾਂ ਜੰਮੂਗਾ। ਤਾਂ ਮਹਾਂਪੁਰਸ਼ਾਂ ਦੀ ਬਖਸ਼ ਸਦਕਾ ਜਿੰਨੀ ਕੁ ਮਤ ਬੁੱਧੀ ਉਹਨਾਂ ਨੇ ਬਖਸ਼ੀ ਆ ਉਹਦੇ ਹਿਸਾਬ ਨਾਲ ਧਨਾਸਰੀ ਮਹੱਲਾ ਚੌਥਾ। ਧਨਾਸਰੀ ਰਾਗਣੀ ਹੈ। ਬਹੁਤ ਸਾਰੇ ਲੋਕ ਪਿੰਡਾਂ ਵਿੱਚ ਕਈ ਪਾਠੀ ਇਹਨੂੰ ਮਹਿਲਾ ਪੜ੍ਹਦੇ ਆ, ਸ਼ਾਇਦ ਤੁਹਾਡੇ ਇੱਧਰ ਹੋਣ ਜਾਂ ਨਾ ਹੋਣ, ਪਰ ਰੋਪੜ ਦੇ ਇਲਾਕੇ ਵਿੱਚ ਬਹੁਤ ਇਹਨਾਂ ਦਾ, ਜਾਂ ਸ਼ਹਿਰਾਂ ਵਿੱਚ ਲੁਧਿਆਣੇ ਵਰਗੇ ਸ਼ਹਿਰਾਂ ਵਿੱਚ ਇਹਨਾਂ ਦਾ ਜ਼ੋਰ ਹੈ, ਉੱਥੇ ਉਹ ਮਹਿਲਾ ਪੜ੍ਹਦੇ ਆ। ਮਹਿਲਾ ਇਸਤਰੀ ਨੂੰ ਕਹਿੰਦੇ ਆ। ਇੱਥੇ ਹੈ ਮਹੱਲਾ। ਮਹੱਲੇ ਦਾ ਅਰਥ ਹੈ, ਅਰਬੀ ਭਾਸ਼ਾ ਦੀ ਡਿਕਸ਼ਨਰੀ ਵਿੱਚ ਮਹੱਲੇ ਦਾ ਅਰਥ ਕੱਢੋ ਤਾਂ ਉਹਦਾ ਅਰਥ ਹੈ ਪਾਤਸ਼ਾਹ। ਅਰਬੀ ਭਾਸ਼ਾ ਦੀ ਡਿਕਸ਼ਨਰੀ ਵਿੱਚ ਇਹਦਾ ਮਹੱਲੇ ਦਾ ਅਰਥ ਹੈ ਪਾਤਸ਼ਾਹ। ਫਾਰਸੀ ਭਾਸ਼ਾ ਦੀ ਡਿਕਸ਼ਨਰੀ ਕੱਢੋ, ਉਹਦੇ ਵਿੱਚ ਮਹੱਲੇ ਦਾ ਅਰਥ ਹੈ ਸਰੂਪ, ਪੰਜਵਾਂ ਸਰੂਪ, ਪੰਜਵੇਂ ਪਾਤਸ਼ਾਹ। ਧਨਾਸਰੀ ਇਹ ਪੰਚੋਗਾ ਆਈ, ਮਾਲ ਰਾਕੋ ਸਤਸੰਗ ਲਾਈ, ਮਾਰੂ ਮਸਤ ਅੰਗ ਮੇ ਵਾਰਾ, ਪਰਬਲ ਚੰਡ ਕੌਸਕ ਅਬਾਰਾ। ਇਹ ਧਨਾਸਰੀ ਰਾਗਣੀ ਆ। ਗੁਰੂ ਅਰਜਨ ਦੇਵ ਮਹਾਰਾਜ ਨੇ ਰਾਗੀ ਸਿੰਘਾਂ ਨੂੰ ਹਦਾਇਤ ਕੀਤੀ ਹੈ ਇਸ ਰਾਗ ਵਿੱਚ ਸ਼ਬਦ ਨੂੰ ਗਾਉਣਾ। ਇੱਕੋ ਹੀ ਬਾਣੀ ਰਾਗ ਤੋਂ ਬਿਨਾਂ, ਬਾਕੀ ਸਾਰੀ ਬਾਣੀ ਰਾਗਾਂ ਵਿੱਚ ਹੈ। ਇੱਕ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਰਾਗ ਤੋਂ ਬਿਨਾਂ, ਇਹ ਜਪਣ ਵਾਸਤੇ ਹਦਾਇਤ ਹੈ, ਬਾਕੀ ਗਾਉਣ ਵਾਸਤੇ ਹਦਾਇਤ ਹੈ। ਗੁਰਬਾਣੀ ਗਾਵੋ ਭਾਈ ਸਫਲ ਸਦਾ ਸੁਖਦਾਈ। ਇਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦਾ ਪਵਿੱਤਰ ਵਚਨ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਬਸ ਹੈ ਕਾਮ ਤੇ ਨਾ। ਇੱਛਾ ਪੂਰਨ ਮਨੁੱਖ ਦੀਆਂ ਹੁੰਦੀਆਂ ਹੀ ਨਹੀਂ। ਇੱਕ ਪੂਰੀ ਹੋ ਜਾਵੇ ਦੂਜੀ ਖੜੀ ਹੈ, ਦੂਜੀ ਪੂਰੀ ਹੋ ਜਾਵੇ ਤੀਜੀ ਖੜੀ ਹੈ। ਇਹ ਉਨਾ ਚਿਰ ਇੱਛਾ ਅੰਦਰ ਬਣਦੀਆਂ ਰਹਿੰਦੀਆਂ ਜਿੰਨਾ ਚਿਰ ਪ੍ਰਭੂ ਨਹੀਂ ਅੰਦਰ ਬੈਠਦਾ। ਸਰਬ ਸੁੱਖਾਂ ਪਰਮੇਸ਼ਰ ਸਰਬ ਸੁੱਖਾਂ ਦਾ ਦਾਤਾ ਅੰਦਰ ਆ ਕੇ ਬੈਠ ਜਾਵੇ, ਫਿਰ ਫੁਰਨਾ ਫੁਰਦਾ ਹੀ ਨਹੀਂ ਹੈ। ਆਸਾ ਮਨਸਾ ਸਗਲ ਤਿਆਗੇ, ਜਗ ਤੇ ਰਹੇ ਨਰਾਸਾ। ਕਾਮ ਕ੍ਰੋਧ ਜੈ ਪਰਸੇ ਨਾਹਿਨ ਤੇ ਘਟ ਬ੍ਰਹਮ ਨਿਵਾਸਾ। ਆਸਾ ਮਨਸਾ ਤਾਂ ਖਤਮ ਹੁੰਦੀ ਨਹੀਂ ਹੈ, ਅੰਦਰ ਤੁਰੀ ਰਹਿੰਦੀ ਹੈ। ਪਾਠ ਕਰਦਿਆਂ ਵੀ ਗੁਟਕਾ ਫੜ ਕੇ ਵੀ ਅੰਦਰ ਫੁਰਨੇ ਮਰਦੇ ਨਹੀਂ ਹੈ, ਫਿਰ ਵੀ ਖੇਤਾਂ 'ਚ ਤੁਰਿਆ ਫਿਰਦਾ ਹੈ, ਕਦੀ ਕਿਸੇ ਨਾਲ ਗੱਲਾਂ ਕਰੀ ਜਾਂਦਾ, ਗੁਟਕਾ ਹੱਥ 'ਚ ਫੜਿਆ ਹੋਇਆ। ਭੋਰੇ 'ਚ ਬੈਠ ਕੇ ਵੀ ਇਹ ਬੰਦਾ ਬਾਹਰ ਹੀ ਫਿਰਦਾ। ਭੋਰੇ 'ਚ ਬਹਿ ਜਾਓ, ਬਾਹਰ ਹੀ ਫਿਰਦਾ। ਚਾਰ 'ਚ ਫਿਰ ਰਜਾਈ ਲਪੇਟ ਲਓ, ਫਿਰ ਵੀ ਬਾਹਰ ਹੀ ਫਿਰਦਾ। ਜੇ ਇਕਾਗਰ ਹੈ ਤਾਂ ਉਹ ਸਾਹਮਣੇ ਬੈਠਾ ਵੀ ਇਕਾਗਰ ਹੈ। ਇੱਛਾ ਪੂਰਨ ਕਰਨ ਵਾਲਾ ਇੱਕ ਪਰਮੇਸ਼ਰ ਹੈ ਜਿਹਦੇ ਕੋਲ ਸਾਰੀਆਂ ਚੀਜ਼ਾਂ ਮਿਲ ਜਾਣ ਇੱਕੋ ਜਗ੍ਹਾ ਤੋਂ, ਜਿਹੜੀ ਮਰਜ਼ੀ।
बाकी देवतियां की कोई निंदिया नहीं, अवस्था है। अफसरां दे कुछ थोड़े अधिकार होंदे आ, वो अपने अधिकारां तो वध नहीं जाते। वो देवतियां कोल अधिकार है, उन्हां कोल चले जाओ। भगीरथ नूं मलसियां दा लंबड़दार सी भगीरथ, देवी ने कहा तू मेरा भगत है, जिहड़ी चीज़ तू लैण आया मेरे कोल नहीं है, जिहड़ी चीज़ मेरे कोल है तेरे को पहले ही है, तू पिंड दा लंबड़दार है ते अमीर आदमी भी है, ये दो चीज़ां मेरे कोल हैगियां, पर ये तेरे को पहले ही है। जिहड़ी चीज़ तू लैण आया सुल्तानपुर गुरु नानक देव महाराज है, उन्हां दे कोल जो सरबग है, उन्हां को सारियां इच्छा पूर्ण हो जांदियां। जां के बस है काम तेना, जदों 14 रतन कढ़े समुद्र दे विचों रिड़ के, उहदे विच काम तेन गऊ निकली। जदों काम तेन भगवान महाराज ने जदों फिर वंडण लगे ना चीज़ां, ये भी लम्मी चौड़ी कथा मैं तुहानूं मोटा मोटा दस देना। उन्हें वंडण लगे तो उस वेले उन्होंने कहा भी महाराज कहते एक चीज़ देवते लै लिया करो, एक राक्षस लै लिया करो, एक एक चीज़ लै लो, जिहड़ी निकलदी एक वो लै लवे, एक वो लै लवे। उहदे विचों एक लक्ष्मी निकली। लक्ष्मी निकली, वो लक्ष्मी दा कहंदी मैं तो महाराज के चरणों च रहना, मैं तुहाडे दोहां कोले नहीं जाना। देवते हंकार करन लग पैंदे आ, राक्षस पुट्ठे काम करते ना, दोहां कोले नहीं मैं जाना। वो भगवान के चरणों की दासी बन गई। जदों कढ़दियां कढ़दियां एक चीज़ वो लैंदा सी, एक चीज़ वो लैंदा सी। जदों काम तेन गऊ निकली, वो फिर उस वेले राक्षसां की बारी सी। महाराज कहन लगे भी इदां करो, ये चीज़ तुसीं देवतियां नूं दे दिओ, जिहड़े संत महात्मा जंगलों च रहिंदे उन्होंने चीज़ की जरूरत हुंदी, राजियां को जाना पैंदा, फिर संत महात्मा राजियां कोल नहीं जाणगे। उन्होंने जरूरत होगी उतों देवतियां कोल लिया करूगे, अपना काम करके देवतियां नूं मोड़ दिया करूगे। एक काम तेन गऊ है, एक पारजात रुख है, दोहां का जिक्र गुरु ग्रंथ साहिब विच है। वो गऊ कोलों जो मर्जी लै लो, गऊ दिंदी है। दुआबे दे विच जदों तुसीं किते हुशियारपुर नूं जाओ, रस्ते दे विच एक पिंड है खाटी, जदों फगवाड़े तो लंघीए 5-4 किलोमीटर खाटी पऊगा, परशुराम का पिंड है। उत्थे जमदगन रिखी रहिंदा सी, क्योंकि जदों भी जंगलों में महात्मा लोगों को किसी चीज़ की जरूरत सी तो राजा जिहड़ा नेड़े राजा होना उहदे जाना, मंगण जाना पैंदा सी। भगवान कहंदे नाम जपण वाले मंगण नहीं जाने चाहिए। ये तो देवतियां कोलों गऊ लै आउण जो मर्जी अपनी, तो मुड़ के मोड़ आउण। वो जिहड़ा जमदगन रिखी सी, कमाई वाला पुरुष सी, उहदे घर वाली जिहड़ी सी सहंसर बाहू राजा, हुशियारपुर के नेड़े एक पिंड है जड़ाम, उत्थे सहंसर बाहू राजा इस रिखी का रिश्तेदार साडू लगता सी। दोए भैणां सी, एक राजे दे ब्याही होई सी, फकीर दे ब्याही होई सी। वो जिहड़ी फकीर दे घर जमदगन रिखी दे घर वाली, उहदा नाम सी रेणका। वो अपने पति नूं कहण लगी जदों असीं किते ब्याह शादी ते जाने आ, असीं गरीब हाँ, वो अमीर है, फिर सानूं बड़ी नमोशी का सामना करना पैंदा। वो रिखी कहण लगा तू घबरा ना, उहदा गहां राजे ने इत्थों सांसर बाहू ने ब्याहण जाना एक पिंड विच, असीं रस्ते विच उहनूं प्रसादा भर जांगे। उन्होंने सांसर बाहू राजे नूं नेंदा दे दिता। उन्हें काम तेन गऊ देवतियां कोलों लिया के अपनी छन विच बन लई। छन सी एक बनी हुई, उहदे विच गऊ बन लई। वो गऊ के प्रताप के नाल सारे शामियां ने लग गए, राजियां की सेवा वास्ते जो चाहिए सी सारा कुछ हो गया। राजे की बरात आ गई, बड़ा दोष बड़ा देख के अडंबर देख के राजा बड़ा हैरान होया। ये छोटी जी शन है, एडा बड़ा अडंबर इन्हें किदां कर लिया रिखी ने, ये कोल पैसे तो है नहीं। प्रसादा छकाया, प्रसादा भी सारे पदार्थ। और वो रेणका जदों थाल लैके आवे बरातियां नूं रख जावे, उन्हें कहा भी ये बीबी जिन्नी बार भी आई सूट बदलिया इहदा, इन्नी छेती बीबी सूट बदल नहीं सकती। और रिखी कोल कोई मकान भी एडे हैं जिथे बीबियां भी इन्नियां दिसदियां नहीं है। ये बीबी एको ही इन्नी छेती आ नहीं सकती, थाल लैके उत्थे भी ले जाके थाल रख देण। उहदे विच सियाणे बंदे हुंदे, एक सियाणे बंदे ने बीबी दे पैर ते छिट्टा देता खट्टे दा, लस्सी दा। वो जब बीबी मुड़ के आई तो छिट्टा उत्ते पैर दे पिया होया। उन्हें कहा बीबी एको ही आ। पदार्थ छक के जिसले तुरन लगे, जमदगन रिखी कहंदा अज तुसी मेरे मेहमान आए हो, तुसी दसो जिहड़ी चीज़ मंगोगे मैं तुहानूं वही दे दूंगा। वो राजे ने कहा बड़ी इन्हें छाल मारी है, सानू राजियां नूं की दे दूगा ये। उहदे नाल विद्वान ब्राह्मण सन, बंदगी वाले पुरख सन,
ਉਹਨੇ ਬ੍ਰਾਹਮਣਾਂ ਨਾਲ ਸਲਾਹ ਕੀਤੀ, ਐਸੀ ਚੀਜ਼ ਮੰਗੋ ਜਿਹੜੀ ਇਹਦੇ ਕੋਲੋਂ ਮਿਲੇ ਨਾ। ਉਹਨੇ ਬ੍ਰਾਹਮਣਾਂ ਨੇ ਘੁੰਮ ਕੇ ਦੇਖਿਆ, ਇੱਕ ਛੰਨ ਵਿੱਚ ਗਊ ਬੰਨੀ ਹੋਈ ਆ। ਕਹਿੰਦੇ ਰਾਜਾ ਗਊ ਮੰਗ ਲਾਏ। ਉਹ ਰਾਜਾ ਕਹਿੰਦਾ ਜੀ ਗਊ ਦੇ ਦੇ। ਕਹਿੰਦਾ ਵੀ ਗੱਲ ਸੁਣੋ, ਮੈਂ ਤੁਹਾਨੂੰ ਕਹਿ ਬੈਠਿਆ, ਮੈਂ ਅਮਾਨਤ ਲੈ ਕੇ ਆਇਆ, ਮੇਰੀ ਆਪਣੀ ਨਹੀਂ ਹੈ। ਮੈਂ ਤੁਹਾਨੂੰ ਕਹਿ ਬੈਠਿਆ ਜੋ ਮੰਗੂਗੇ ਦਊਂਗਾ, 1 ਮਿੰਟ ਰੁਕ ਲਓ, ਮੈਂ ਤੁਹਾਨੂੰ ਆ ਕੇ ਦੱਸਦਾ। ਉਹ ਗਊ ਦੇ ਕੋਲ ਜਾ ਕੇ ਉਹਨੂੰ ਕਿਹਾ, ਮਾਤਾ ਤੈਨੂੰ ਮੰਗਦੇ ਆ, ਹੁਣ ਮੈਂ ਕੀ ਕਰਾਂ? ਮੈਂ ਤਾਂ ਤੇਰੇ ਕਰਕੇ ਤਾਂ ਵਿਸ਼ਵਾਸ 'ਚ ਆ ਕੇ ਮੈਂ ਵੱਡੀ ਛਾਲ ਮਾਰ ਦਿੱਤੀ, ਰਾਜੇ ਨੇ ਮੈਨੂੰ ਮੋਹਰਿਓਂ ਘੇਰ ਲਿਆ, ਉਹ ਤੈਨੂੰ ਮੰਗਦੇ ਆ। ਉਹ ਗਊ ਕਹਿਣ ਲੱਗੀ, ਤੂੰ ਮੇਰਾ ਰੱਸਾ ਉਹਨਾਂ ਦੇ ਹੱਥ ਵਿੱਚ ਨਾ ਫੜਾਈ, ਲੈ ਜਾ ਤੇ ਮੋਹਰੇ ਜਾ ਕੇ ਰੱਸਾ ਥੱਲੇ ਸੱਟਦੀ, ਮੈਂ ਜਾਣਾ, ਮੇਰਾ ਕੰਮ ਜਾਣੇ। ਫਿਰ ਰਾਜਾ ਗਊ ਅੰਦਰੋਂ ਖੋਲ ਕੇ ਲਿਆਇਆ ਨਾ, ਰਿਖੀ ਗਊ ਖੋਲ ਕੇ ਲੈ ਕੇ ਆਇਆ। ਰਾਜੇ ਦੀ ਬਰਾਤ ਖੜੀ ਸੀ, ਉਹਨੇ ਲਿਆ ਕੇ ਰੱਸਾ ਰਾਜੇ ਦੇ ਸਾਹਮਣੇ ਬਰਾਤ ਦੇ ਰੱਸਾ ਥੱਲੇ ਸੱਟਤਾ। ਕਹਿੰਦਾ ਲਓ ਜੀ, ਗਊ ਆਕਾਸ਼ ਨੂੰ ਉੜ ਗਈ। ਉਹ ਬ੍ਰਾਹਮਣ ਕਹਿਣ ਲੱਗੇ, ਰਾਜਾ ਮਾਰ ਇਹਦੇ, ਤੀਰ ਮਾਰ ਕੇ ਥੱਲੇ ਲਾ ਲਾ। ਤੀਰ ਮਾਰਿਆ, ਉਹਦੇ ਕੰਨ 'ਚ ਲੱਗਿਆ। ਉਹ ਕੰਨ ਤੋਂ ਹਾਲੇ ਵੀ ਇੱਕ ਬਣੀ ਹੋਈ ਆ, ਜਿਸ ਤਰ੍ਹਾਂ ਬੇਈ ਹੁੰਦੀ ਆ, ਹਾਲੇ ਤੱਕ ਉਹਨੂੰ ਖਾਟੀ, ਉਹਨੂੰ ਕੈਲ ਕਹਿੰਦੇ ਆ। ਬ੍ਰਾਹਮਣ ਕੈਲੀ ਕਾਤ ਕੰਜਕਾ ਅਨਚਾਰੀ ਕਾ ਧਾਨ, ਗਾਈ ਨੂੰ ਉਹਨੂੰ ਕੈਲ ਕਹਿੰਦੇ ਆ। ਉਹਦੇ ਵਿੱਚ ਦੀ ਜਦੋਂ ਗਊ ਉੜਦੀ ਗਈ ਤਾਂ ਉੱਥੇ ਲਹੂ ਕੰਨ ਦੇ ਵਿੱਚੋਂ ਡਿੱਗਿਆ, ਉਹ ਤੋਂ ਇੱਕ ਬੂਟੀ ਪੈਦਾ ਹੋਈ ਜਿਹਨੂੰ ਕਹਿੰਦੇ ਤਮਾਖੂ। ਉਹਦੇ ਗਾਂ ਦੇ ਕੰਨ ਵਰਗੇ ਪੱਤੇ ਆ ਤਮਾਖੂ ਦੇ। ਫਿਰ ਉਹਨੇ ਪੈਰ 'ਚ ਤੀਰ ਮਾਰਿਆ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ 100 ਸਾਖੀ ਵਿੱਚ ਲਿਖਿਆ ਹੋਇਆ, ਲਸਣ ਇੱਕ 'ਚੋਂ ਡਿੱਗਿਆ, ਇੱਕ 'ਚੋਂ ਮਸਰਾਂ ਦੀ ਦਾਲ ਡਿੱਗੀ। ਇਹ ਚੀਜ਼ਾਂ ਧਾਰਮਿਕ ਪੱਖ ਦੇ ਅੰਦਰ ਲੰਗਰਾਂ ਵਿੱਚ ਨਹੀਂ ਵਰਤਦੇ। ਜਦੋਂ ਕਦੀ ਲੰਗਰ ਧਾਰਮਿਕ ਹੁੰਦਾ ਪੱਖ ਖੁਸ਼ੀ ਦਾ, ਉਹਦੇ ਵਿੱਚ ਇਹ ਮਸਰਾਂ ਦੀ ਦਾਲ ਨਹੀਂ ਬਣਾਉਂਦੇ, ਨਾ ਲਸਣ ਪਾਉਂਦੇ। ਜਿਹੜੇ ਮਹਾਤਮਾ ਆਮ ਪਾਉਂਦੇ, ਹੁਣ ਤਾਂ ਲੱਗ ਗਏ ਪਾਉਣ, ਹਲਵਾਈ ਪਾਈ ਜਾਂਦੇ, ਪਰ ਨਹੀਂ ਪਾਉਂਦੇ ਸੀ। ਉਹ ਕਹਿਣ ਲੱਗੇ, ਰਾਜਾ ਇਹ ਰਿਖੀ ਦੇ ਮਾਰੋ, ਅੱਗੇ ਲੈ ਕੇ ਆਇਆ ਸੀ, ਹੁਣ ਵੀ ਤਾਂ ਲੈ ਕੇ ਆਊਗਾ, ਸਾਡੇ ਨਾਲ ਬਚਨ ਕੀਤਾ ਸੀ ਇਹਨੇ। ਉਹਨੇ ਰਿਖੀ ਨੂੰ ਕੁੱਟਿਆ ਤੇ ਰਿਖੀ ਦੀ ਮੌਤ ਹੋ ਗਈ। ਕੁੱਟ ਜ਼ਿਆਦੇ ਹੋ ਗਿਆ। ਰਿਖੀ ਦੇ ਜਦੋਂ ਉਹਦੀ ਰਿਖੀ ਦੇ ਘਰ ਵਾਲੀ ਨੇ ਉੱਚੀ ਦਾਣੀ ਧਾਹ ਮਾਰੀ। ਉਹਦਾ ਪੁੱਤਰ ਨੇੜੇ ਪਰਸ਼ੂਰਾਮ ਤਪੱਸਿਆ ਕਰਦਾ ਸੀ। ਪਰਸ਼ੂਰਾਮ ਖੁਆੜਾ ਲੈ ਕੇ ਉੱਥੇ ਪਹੁੰਚਿਆ। ਉਹਨੇ ਦੇਖਿਆ, ਆਪਣੇ ਪਿਤਾ ਦੀ ਲਾਸ਼ ਦੇਖੀ, ਤਾਂ ਉਹਨੇ ਫਿਰ 21 ਵਾਰ ਖੱਤਰੀਆਂ ਦਾ ਧਰਤੀ 'ਤੇ ਨਾਸ਼ ਕੀਤਾ, ਪ੍ਰਣ ਕੀਤਾ ਆਪਣੇ ਪਿਤਾ ਦੀ ਲੋਥ 'ਤੇ ਖੜੇ ਹੋ ਕੇ। ਇਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ ਲਿਖਿਆ, ਪਰਸ਼ੁਰਾਮ ਰੋਵੇ ਘਰ ਆਇਆ, ਸਹੰਸਰਦਾਨ ਦੇ ਇੰਦਰ ਰਵਾਇਆ। ਉਹ ਪਰਸ਼ੂਰਾਮ ਦਾ ਜ਼ਿਕਰ ਕੀਤਾ। ਮੈਂ ਇਹ ਤਾਤਪਰ ਦੱਸਣ ਦਾ ਮਤਲਬ ਸੀ, ਜਾਂ ਕੈ ਬਸ ਹੈ ਕਾਮ ਤੇ ਨਾ। ਕਾਮ ਤਿੰਨ ਗਊ ਵੀ ਉਹਦੇ ਬਸ ਵਿੱਚ ਹੈ, ਸਾਰੀ ਸ੍ਰਿਸ਼ਟੀ ਜਿਹਦੇ ਬਸ ਵਿੱਚ ਹੈ। ਇੱਛਾ ਪੂਰਨ ਕਰਨ ਵਾਲੀ ਕਾਮ ਤਿੰਨ ਗਊ ਆ, ਕਹਿੰਦੇ ਉਹ ਵੀ ਤਾਂ ਉਹਦੇ ਬਸ ਵਿੱਚ ਹੈ। ਜਿਹੜੀ ਮਰਜ਼ੀ ਚੀਜ਼ ਲੈ ਲਓ, ਪਰਮੇਸ਼ਰ ਦੇ ਬਸ ਵਿੱਚ ਹੈ। ਇੱਛਾ ਪੂਰੀ ਹੋ ਜਾਊਗੀ, ਕੋਈ ਵੀ ਇੱਛਾ ਹੋਵੇ। ਪਰ ਇੱਕ ਗੱਲ ਦੱਸੀ ਹੈ ਗੁਰੂ ਗ੍ਰੰਥ ਸਾਹਿਬ, ਜਿਹਦੇ ਇੱਛਾ ਫੁਰਦੀ ਹੈ ਉਹਦਾ ਪ੍ਰੇਮ ਨਹੀਂ ਪ੍ਰਭੂ ਨਾਲ ਹੈ। ਜਿਹਦਾ ਪ੍ਰਭੂ ਨਾਲ ਪ੍ਰੇਮ ਹੈ ਉਹਦੀ ਇੱਛਾ ਨਹੀਂ ਹੈ। ਜਿਹਦਾ ਪ੍ਰਭੂ ਨਾਲ ਪ੍ਰੇਮ ਹੈ ਉਹਦੀ ਇੱਛਾ ਮਰ ਗਈ, ਜਿਹਦੀ ਇੱਛਾ ਨਹੀਂ ਮਰੀ ਉਹਦਾ ਪ੍ਰੇਮ ਨਹੀਂ ਹੈ। ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਮਨ ਨਹੀਂ ਚਰਨ ਨਿਵਾਸ। ਮੰਗਣ ਤੇ ਗੁਰੂ ਨਾਰਾਜ਼ ਨਹੀਂ ਆ, ਕਹਿੰਦਾ ਜੋ ਮੰਗੇ ਠਾਕੁਰ ਆਪਣੇ ਤੇ ਸੋਇਓ। ਕਹਿੰਦੇ ਮੰਗ ਲਓ, ਜੋ ਲੈਣਾ ਲੈ ਲਓ। ਪਰ ਜਿੰਨਾ ਚਿਰ ਮੰਗਣ ਦੀ ਅੰਦਰ ਇੱਛਾ ਲਾਲਸਾ ਬਣੀ ਹੈ, ਕੋਈ ਨਾ ਕੋਈ ਚੀਜ਼ ਦੀ ਵਾਸ਼ਨਾ ਬਣੀ ਹੈ, ਪ੍ਰਭੂ ਨਾਲ ਪ੍ਰੇਮ ਨਹੀਂ ਹੈ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਭਾਈ ਨੰਦ ਲਾਲ ਨੇ 10ਵੇਂ ਪਾਤਸ਼ਾਹ ਜੀ ਮਹਾਰਾਜ ਨੂੰ ਬੇਨਤੀ ਕੀਤੀ ਸੀ, ਮਹਾਰਾਜ ਮੇਰੀ ਬੇਨਤੀ ਆ, ਜੇ ਤੁਸੀਂ ਅੱਜ ਬਹੁਤ ਖੁਸ਼ ਹੋਏ ਹੋ, ਸਾਹਿਬਾਂ ਨੇ ਕਿਹਾ ਸੀ ਮੰਗ ਲਓ ਜੋ ਮੰਗਣਾ। ਕਹਿੰਦੇ ਜੇ ਬਹੁਤ ਖੁਸ਼ ਹੋ ਮਹਾਰਾਜ, ਮੈਨੂੰ ਇੱਕ ਬੇਨਤੀ ਕਰਕੇ ਇੱਕ ਬਚਨ ਦੇ ਦਿਓ, ਜਦੋਂ ਵੀ ਤੁਸੀਂ ਆਓ ਮੈਨੂੰ ਧਰਤੀ 'ਤੇ ਮੈਨੂੰ ਨਾਲ ਲੈ ਕੇ ਆਓ, ਮੈਂ ਤੁਹਾਡੇ ਦਰ ਦਾ ਕੁੱਤਾ ਬਣ ਕੇ ਆਵਾਂ, ਮੈਂ ਤੁਹਾਡੇ ਦਰ ਦੀ ਸੇਵਾ ਹੀ ਕਰਦਾ ਰਹਾਂ। ਜਿਹਦਾ ਪ੍ਰੇਮ ਹੈ ਉਹਦੀ ਇੱਛਾ ਮਰ ਗਈ, ਜਿੰਨਾ ਚਿਰ ਇੱਛਾ ਹੈ ਪ੍ਰੇਮ ਨਹੀਂ ਹੈ। ਪ੍ਰਭੂ ਦੀ ਪ੍ਰਾਪਤੀ ਹੈ ਤੇ ਇੱਛਾ ਮਰ ਜਾਂਦੀਆਂ। ਫਿਰ ਉਹ ਕਹਿੰਦਾ ਮੈਂ ਨਹੀਂ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਕੋਈ ਰਾਜ ਦੀ ਇੱਛਾ ਨਹੀਂ ਹੈ, ਕੋਈ ਮੁਕਤੀ ਦੀ ਇੱਛਾ ਵੀ ਨਹੀਂ ਹੈ। ਮੁਕਤੀ ਅਸੀਂ ਕੀ ਕਰਨੀ ਹੈ? ਉਦੋਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ, ਉਦੋਂ ਅਕਰੂਰ ਬਿਦਰ ਜਸ ਗਾਵੈ। ਭਾਗਵਤ ਪੁਰਾਣ ਵਿੱਚ ਉਦੋਂ ਦੇ ਨਾਲ ਭਗਵਾਨ ਕ੍ਰਿਸ਼ਨ ਬਚਨ ਕਰਦੇ ਆ, ਬਹੁਤ ਬਚਨ ਉਹਨਾਂ ਨੇ ਉਦੋਂ ਦੇ ਨਾਲ ਕੀਤੇ ਆ। ਉਹਦਾ ਜ਼ਿਕਰ ਉਦੋਂ ਭਗਤਾਂ ਵਿੱਚ ਹੈ, ਉਹਦੀ ਨਾਂ ਗੁਰੂ ਗ੍ਰੰਥ ਸਾਹਿਬ ਭੱਟਾਂ ਦੀ ਬਾਣੀ ਵਿੱਚ ਲਿਖਿਆ ਹੋਇਆ। ਮਹਾਰਾਜ ਕਹਿਣ ਲੱਗੇ ਜਦੋਂ ਮਥੁਰਾ ਛੱਡ ਕੇ ਦਵਾਰਕਾ ਚਲੇ ਗਏ, ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਉਦੋਂ ਜਾਂ ਗੋਪੀਆਂ ਨੂੰ ਦੱਸਿਆ, ਉਹਨਾਂ ਨੇ ਕਿਹਾ ਸ਼ਬਦ ਨਾਲ ਜੁੜ ਕੇ, ਸੁਰਤ ਨੂੰ ਸ਼ਬਦ ਨਾਲ ਜੋੜ ਲਓ, ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਜੂਗੀ।
ਉਹ ਜਦੋਂ ਉਦੋਂ ਉੱਥੇ ਪਹੁੰਚਿਆ ਗੋਪੀਆਂ ਕੋਲ, ਉਹ ਕਹਿੰਦੀ ਕਿ ਸਾਨੂੰ ਸੁਨੇਹਾ ਦੇ ਭਗਵਾਨ ਦਾ। ਉਹ ਕਹਿੰਦੇ ਜੀ ਸੁਨੇਹਾ ਤਾਂ ਉਹਨੇ ਕਿਹਾ ਵੀ ਸ਼ਬਦ ਨਾਲ ਜੁੜੋ, ਬ੍ਰਹਮ ਗਿਆਨ ਤੁਹਾਨੂੰ। ਉਹ ਕਹਿੰਦੇ ਬ੍ਰਹਮ ਗਿਆਨ ਤੋਂ ਅਸੀਂ ਕੀ ਲੈਣਾ? ਕਹਿੰਦੇ ਤੁਸੀਂ ਬੈਕੁੰਠ ਵਿੱਚ ਚਲੇ ਜਾਓਗੇ। ਕਹਿੰਦੇ ਬੈਕੁੰਠ ਤੋਂ ਅਸੀਂ ਕੀ ਲੈਣਾ? ਅਸੀਂ ਬੈਕੁੰਠ ਵਿੱਚ ਜਾ ਕੇ ਕੀ ਕਰਨਾ? ਸਾਡਾ ਤਾਂ ਉਹਦੇ ਨਾਲ ਪ੍ਰੇਮ ਹੈ, ਅਸੀਂ ਬੈਕੁੰਠ ਤੋਂ ਕੀ ਲੈਣਾ? ਉਹਨੂੰ ਬੈਕੁੰਠ ਦੀ ਇੱਛਾ ਨਹੀਂ, ਕਿਸੇ ਚੀਜ਼ ਦੀ ਇੱਛਾ ਨਹੀਂ। ਜਿਹੜਾ ਪ੍ਰੇਮ ਹੈ, ਮਹਾਰਾਜ ਤੇਰੇ ਨਾਲ ਮੇਰਾ ਤਾਂ ਪ੍ਰੇਮ ਹੈ, ਚਾਹੇ ਭੁੱਖਾ ਰੱਖ ਲੈ ਚਾਹੇ ਰਜਾ ਕੇ, ਮੈਂ ਤਾਂ ਕੁਛ ਚਾਹੁੰਦਾ ਹੀ ਨਹੀਂ, ਤੂੰ ਮੇਰੇ ਨਾਲ, ਮੈਨੂੰ ਨਾਲ ਰੱਖੀ ਬਸ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਬਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੈ। ਜੀਵ ਆਤਮਾ ਸਰੀਰ ਹੋ ਰਿਹਾ, ਇਹ ਜੀਵ ਆਤਮਾ ਅੰਦਰ ਜਿਹੜਾ ਇਹ ਸਰੀਰ ਦੇ ਸੁੱਖ ਮੰਗੀ ਜਾਂਦਾ ਹੈ। ਅੰਦਰ ਜੀਵ ਆਤਮਾ ਜਿਹੜੀ, ਇਹਨੇ ਕਹਾਂ ਕਿੱਥੇ ਜਾਣਾ, ਇਹਦੀ ਕੋਈ ਪਰਵਾਹ ਨਹੀਂ। ਮਨੁੱਖ ਸਾਰੀ ਜ਼ਿੰਦਗੀ ਯਤਨ ਬਹੁਤ ਸੁੱਖ ਕੇ ਕੀਏ, ਸਰੀਰ ਦੇ ਸੁੱਖਾਂ ਦੇ ਯਤਨ ਕਰਦਾ ਰਿਹਾ। ਦੁੱਖ ਕੋ ਕੀਓ ਨਾ ਕੋਏ, ਦੁੱਖ ਮੋਰੇ ਆਤਮਾ ਨੂੰ ਪੈਣਾ ਸੀ, ਮਰਨ ਦਾ ਦੁੱਖ, ਤੇ ਮੋਰੇ ਜਿਹੜਾ ਦੁੱਖ ਹੈ ਉਹ ਆਤਮਾ ਨੇ ਭੋਗਣਾ ਸੀ। ਦੁੱਖ ਕੋ ਕੀਓ ਨਾ ਕੋਏ, ਉਹਨਾਂ ਪੁਰਸ਼ਾਂ ਨੂੰ ਜਿਨ੍ਹਾਂ ਨੇ ਦੁੱਖ ਦਾ ਯਤਨ ਨਹੀਂ ਨਾ ਕੀਤਾ, ਦੁਖੀ ਉਹ ਹੈ। ਕਹੋ ਨਾਨਕ ਭਜ ਹਰ ਮਨਾ, ਕਹੋ ਨਾਨਕ ਭਜ ਹਰ ਮਨਾ, ਅੰਤ ਸਹਾਈ ਹੋਏ। ਪਰਮੇਸ਼ਰ ਅੰਤ ਸਹਾਈ ਹੁੰਦਾ। ਉਹ ਪਰਮੇਸ਼ਰ ਨੂੰ ਸਿਮਰਨ ਕਰਨ ਵਾਸਤੇ ਸਤਿਗੁਰੂ ਜੀ ਨੇ ਸਾਰਾ ਹੀ ਗਿਆਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ। ਜਿਹਨੇ ਸਿਮਰਨ ਕਰਨਾ, ਉਹਦੇ ਵਿੱਚ ਕੀ ਵਿਘਨ ਪੈਣਾ, ਕੀ ਵਿਘਨ ਨੂੰ ਦੂਰ ਕਿੱਦਾਂ ਕਰਨਾ ਹੈ, ਕਿਹੜੀ ਚੀਜ਼ ਖਾਣੀ ਹੈ, ਕਿਹੜੀ ਨਹੀਂ ਖਾਣੀ ਹੈ, ਕਿੱਥੇ ਜਾਣਾ, ਕੀ ਕਰਨਾ, ਕੀ ਬੋਲਣਾ, ਕੱਲਾ ਕੱਲਾ ਗਿਆਨ ਗੁਰੂ ਗ੍ਰੰਥ ਸਾਹਿਬ ਦਿੱਤਾ। ਇਹ ਜੀਵ ਆਤਮਾ ਨੂੰ ਹੀ ਗਿਆਨ ਦਿੱਤਾ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਲੋਕ ਕਹੋ ਨਾਨਕ ਭਜ ਹਰ ਮਨਾ, ਮਨ ਨੂੰ ਹੀ ਸੰਬੋਧਨ ਕੀਤਾ, ਤੁਹਾਨੂੰ ਨਹੀਂ ਕੀਤਾ, ਮਨ ਨੂੰ ਸੰਬੋਧਨ ਕੀਤਾ। ਕਹੋ ਨਾਨਕ ਭਜ ਹਰ ਮਨਾ, ਜੇ ਬਿਦ ਜਲ ਕੋ ਮੀਨ, ਇੱਦਾਂ ਭਜਣਾ ਕਰ, ਮਨ ਨੂੰ ਕਹਿੰਦੇ ਆ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹੈ। ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਔਰ ਧਾਰੋ। ਮਨ ਨੂੰ ਸੰਬੋਧਨ ਕਰਕੇ ਚੌਥੇ ਪਾਤਸ਼ਾਹ ਕਹਿੰਦੇ ਜਾਂ ਕੇ ਬਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੈ ਜੀਵ ਆਤਮਾ। ਉਸ ਪਰਮੇਸ਼ਰ ਨੂੰ ਸਿਮਰਨਾ ਕਰ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਲੋਕ ਦੇ ਸੁਖ ਵੀ, ਪਰਲੋਕ ਦੇ ਸੁਖ ਵੀ, ਹਰੇਕ ਸੁਖ ਤੈਨੂੰ ਮਿਲੂਗਾ। ਸਰਬ ਸੁਖ ਪਾਵੇ ਮੇਰੇ ਮਨਾ, ਜਪ ਮਨ ਸਤਨਾਮ ਸਦਾ ਸਤਨਾਮ। ਉਸ ਪਰਮੇਸ਼ਰ ਦੇ ਸੱਚੇ ਨਾਮ ਨੂੰ ਸਦਾ ਹੀ ਜਪਣਾ ਕਰ। ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈ ਹਰ ਪੁਰਖ ਨਿਰਜਣਾ। ਜਦੋਂ ਸੱਚ ਦੇ ਨਾਲ ਜੁੜੀਏ ਨਾ, ਮਨੁੱਖ ਵੀ ਸੱਚਾ ਹੋਣ ਲੱਗ ਜਾਂਦਾ। ਸੱਚੇ ਦੇ ਨਾਲ ਜੁੜ ਜਾਓ, ਸੱਚਾ ਹੋਣ ਲੱਗ ਜਾਂਦਾ। ਜਦੋਂ ਝੂਠੇ ਸੰਸਾਰ ਨਾਲ ਜੁੜ ਜਾਓ, ਮਨੁੱਖ ਵੀ ਝੂਠ ਬੋਲਣ ਲੱਗ ਜਾਂਦਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਇੱਥੇ ਮਿਲਣ ਵਡਿਆਈਆਂ ਦਰਗਾਹ ਮੁਖ ਦਵਾਰ। ਇੱਥੇ ਵੀ ਲੋਕ ਮੱਥਾ ਟੇਕਦੇ ਆ, ਦਰਗਾਹ ਵਿੱਚ ਵੀ, ਉੱਥੇ ਵੀ ਮੁਖ ਉਜਲਾ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ। ਕੇਤੀ ਛੁੱਟੀ ਨਾਲ ਜਿਹੜੇ ਉਹਨਾਂ ਦੇ ਨਾਲ ਲੰਘੇ ਉਹ ਵੀ ਲੰਘ ਗਏ, ਜਿਹੜੇ ਉਹਨਾਂ ਦੇ ਨਾਲ ਗਏ ਉਹ ਵੀ ਗਾਹਾਂ ਲੰਘ ਗਏ। ਇੱਦਾਂ ਹੀ ਛੁੱਟੀ ਕਰਾ ਦਿੱਤੀ ਉਹਨਾਂ ਦੀ। ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰਜਣਾ। ਉਸ ਪੁਰਖ ਨਿਰੰਕਾਰ ਨੂੰ, ਜਿਹੜਾ ਨਿਰੰਕਾਰ ਹੈ, ਉਸ ਨੂੰ ਜਪਣਾ ਕਰੋ। ਜੈ ਹਰ ਸਿਮਰਨ ਪਿਆ ਤਾ ਪਾਦਕਤ ਕੀਨੀ, ਬਟ ਭਾਗੀ ਹਰ ਜਪਣਾ। ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਸਾਹਿਬ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਨੂੰ ਗੁਰੂ ਨੇ ਇਹ ਮੱਤ ਦਿੱਤੀ ਹੈ। ਜੇ ਭਵਜਲ ਨੂੰ, ਭਵਜਲ ਹੁੰਦਾ ਇੱਕ ਹੁੰਦਾ ਸਮੁੰਦਰ ਨਹੀਂ ਤਰਿਆ ਜਾ ਸਕਦਾ, ਦਰਿਆ ਤਰ ਹੋ ਜਾਣਾ। ਨਦੀ ਛੋਟੀ ਜਿਹੀ ਤਰ ਹੋ ਜੂਗੀ। ਜੇ ਕੋਈ ਤਰਨਾ ਜਾਣਦਾ ਵੀ ਹੋਵੇ ਤਰ ਜੂਗਾ, ਉਹ ਸਮੁੰਦਰ ਨਹੀਂ ਤਰ ਸਕਦਾ। ਪਾਵਕ ਸਾਗਰ ਅਥਾਹ ਲਹਿਰ ਮੈਂ, ਅੱਗ ਦਾ ਸਮੁੰਦਰ ਹੈ। ਇੱਕ ਹੈਗੀ ਵੀ ਅੱਗ ਹੈ ਤੇ ਹੈਗਾ ਵੀ ਸਮੁੰਦਰ ਹੈ। ਇਹ ਸਾਰਾ ਸੰਸਾਰ ਅੱਗ ਦਾ ਹੀ ਹੈ। ਸਾਰੇ ਜੀਵ ਦੁਖੀ ਨੇ, ਤਪੇ ਹੋਏ ਨੇ। ਪਾਵਕ ਸਾਗਰ ਅਥਾਹ ਲਹਿਰ ਮੈਂ, ਤਾਰੋ ਤਾਰਨ ਹਾਰੇ। ਜੈਸੀ ਅਗਨ ਉਦਰ ਮੈਂ, ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਏਕੋ ਜਿਹੀ, ਕਰਤੇ ਖਿਲ ਰਚਾਇਆ। ਜਿੱਦਾਂ ਮਾਤਾ ਦੇ ਪੇਟ ਵਿੱਚ ਗਰਮੈਸ਼ ਹੈ, ਇੱਦਾਂ ਹੀ ਬਾਹਰ ਹੈ। ਜਿਹੜਾ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜੂਗਾ, ਸ਼ਾਂਤ ਚੀਜ਼ ਨਾਲ ਜੁੜ ਜੂਗਾ, ਸ਼ਾਂਤ ਹੋ ਜੂਗਾ। ਸੋ ਗੁਰਮੁਖੋ ਮਿਹਨਤ ਕਰਿਆ ਕਰੋ, ਕੋਸ਼ਿਸ਼ ਕਰਿਆ ਕਰੋ ਅੱਗੇ ਤੋਂ ਅੱਗੇ ਤਰੱਕੀ ਕਰਨ ਦੀ। ਪਹਿਲਾਂ ਬਾਬਾ ਦਲਵੀਰ ਸਿੰਘ ਜੀ, ਭਾਵੇਂ ਉਹ ਸਾਡੇ ਵਿੱਚ ਨਹੀਂ ਰਹੇ, ਲੰਮਾ ਸਮਾਂ ਉਹਨਾਂ ਨੇ ਆਪਣੇ ਬਜ਼ੁਰਗਾਂ ਦੀ ਯਾਦ ਮਨਾਈ ਆ। ਉਹਨਾਂ ਦੀ ਡਿਊਟੀ, ਉਹਨਾਂ ਦੇ ਛੋਟੇ ਭਰਾ ਬਾਬਾ ਅੰਗਰੇਜ਼ ਸਿੰਘ ਜੀ ਉਹੀ ਡਿਊਟੀ ਨਿਭਾ ਰਹੇ। ਬਾਬਾ ਵੱਡੇ ਨੂੰ ਕਿਹਾ ਜਾਂਦਾ,
ਬਾਬਾ ਇੱਕ ਸਤਿਕਾਰ ਹੈ ਵੱਡੇ ਦਾ। ਪਾਠੀ ਸਿੰਘ ਨੂੰ ਬਾਬਾ ਜੀ ਕਹੀਦਾ, ਰਾਗੀ ਸਿੰਘ ਨੂੰ ਬਾਬਾ ਜੀ ਕਹੀਦਾ। ਬਾਬਾ ਸਤਿਕਾਰ ਹੈ, ਇੱਕ ਵੱਡਾ ਪੱਖ ਹੈ, ਮੇਰੇ ਤੋਂ ਵੱਡਾ ਹੈ। ਸੋ ਡਿਊਟੀ ਨਿਭਾ ਰਹੇ ਆ। ਪਰਿਵਾਰ ਦੀ ਬੜੀ ਹਿੰਮਤ ਹੈ। ਸਾਰੇ ਪਰਿਵਾਰ ਇਕੱਠੇ ਹੋ ਕੇ ਮਹਾਂਪੁਰਸ਼ਾਂ ਦੀ ਯਾਦ ਮਨਾਉਂਦੇ ਆ। ਸੋ ਸਾਡਾ ਤਾਂ ਉਸ ਡੇਰੇ ਤੋਂ ਆਉਣ ਕਰਕੇ, ਕਿਉਂਕਿ ਸਾਡਾ ਵੀ ਬਣਦਾ ਕਿ ਸਾਡੀ ਸੰਪਰਦਾ ਹੈ, ਜਿਹਨੇ ਮਹਾਂਪੁਰਸ਼ ਉੱਥੋਂ ਬਰੋਸ ਆਏ ਆ। ਸਕੂਲਾਂ ਵਿੱਚੋਂ ਪੜ੍ਹ ਕੇ ਅੱਗੇ ਵੱਖਰੇ ਵੱਖਰੇ ਅੱਗੇ ਜਾ ਕੇ ਪ੍ਰੋਫੈਸਰ ਲੱਗ ਜਾਂਦੇ ਆ, ਵੱਖਰੀਆਂ ਵੱਖਰੀਆਂ ਨੌਕਰੀਆਂ ਕਰਨ ਲੱਗ ਜਾਂਦੇ ਆ। ਉਹਨਾਂ ਸਕੂਲਾਂ ਵਿੱਚੋਂ ਪੜ੍ਹ ਕੇ ਆਏ ਆ। ਸੋ ਇਹ ਉਸ ਸਥਾਨ ਨਾਲ ਪ੍ਰੇਮ ਰੱਖਦੇ ਆ। ਸਾਰੇ ਭਾਈ ਗੁਰਮੁਖੋ ਚੇਤਾ ਰੱਖਿਆ ਕਰੋ, ਜੇ ਤਰੱਕੀ ਕਰਨੀ ਹੈ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜੋ ਗੁਰ ਦੱਸੇ ਬਾਟ ਮਰੀਦਾਂ ਜੋਲੀਏ। ਜਿਹੜਾ ਤਰੱਕੀ ਕਰਨਾ ਚਾਹੁੰਦਾ ਝੂਠ ਛੱਡ ਦੇਵੇ, ਝੂਠ ਛੱਡ ਦੇਵੇ। ਜੇ ਤਰੱਕੀ ਨਹੀਂ ਕਰਨੀ ਫਿਰ ਦੋਏ ਚੀਜ਼ਾਂ ਫੜ ਰੱਖੇ। ਤੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਦੇ ਵਿੱਚ ਪੰਚਮ ਪਾਤਸ਼ਾਹ ਜੀ ਨੇ ਇੱਕ ਬਚਨ ਲਿਖਿਆ। ਇਹ ਜਿਹੜੀ ਕਹਿੰਦੇ ਵਿਚਾਰ ਹੈ ਗੁਰੂ ਗ੍ਰੰਥ ਸਾਹਿਬ, ਉਹਨਾਂ ਬੰਦਿਆਂ ਦੇ ਅੰਦਰ ਬੈਠੂਗੀ ਜੇ 'ਚ 2 ਗੁਣ ਹੋਣਗੇ। ਉਹ ਦੇਖ ਲਿਓ ਤੁਹਾਡੇ ਅੰਦਰ ਹੈਗੇ ਕਿ ਨਹੀਂ। 2 ਗੁਣ ਲਿਖੇ ਪੰਜਵੇਂ ਪਾਤਸ਼ਾਹ ਨੇ। ਕਹਿੰਦੇ 2 ਗੁਣ ਕਿਸੇ ਬੰਦੇ 'ਚ ਹੋਣ ਤਾਂ ਤੀਜੀ ਚੀਜ਼ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਉਹਦੇ ਅੰਦਰ ਬੈਠਣ ਲੱਗ ਜਾਣੀ ਹੈ, ਜਗ੍ਹਾ ਬਣ ਜਾਂਦੀ ਅੰਦਰ। ਸਤ ਸੰਤੋਖ ਵਿਚਾਰੋ, ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ। ਪਹਿਲਾ ਬੰਦਾ ਝੂਠ ਨਾ ਬੋਲਦਾ ਹੋਵੇ, ਤੇ ਦੂਜਾ ਸੰਤੋਖੀ ਹੋਵੇ, ਕਿਸੇ ਦਾ ਹੱਕ ਨਾ ਖਾਂਦਾ ਹੋਵੇ, ਆਪਣੇ ਹੱਕ ਤੇ ਬੈਠਾ ਹੋਵੇ। ਉਹਦੇ ਅੰਦਰ ਵਿਚਾਰ ਬੈਠਦੀ ਆ। ਜਿਹੜਾ ਚੰਗੀ ਮੰਦੀ ਜਾਂ ਵਿਚਾਰ ਬੈਠਣ ਲੱਗ ਗਈ, ਆਹ ਕੰਮ ਮੈਂ ਕਰਨਾ, ਇਹ ਨਹੀਂ ਕਰਨਾ। ਤੇ ਚੌਥੀ ਚੀਜ਼ ਅੰਮ੍ਰਿਤ ਨਾਮ ਠਾਕੁਰ ਕਾ ਪਏ। ਉਹ ਚੌਥੀ ਚੀਜ਼ ਤਾਂ ਖੜਦੀ ਹੈ ਜੇ ਉਹ 3 ਪਹਿਲਾਂ ਹੋਣ, ਨਹੀਂ ਤਾਂ ਖੜਦੀ ਨਹੀਂ। ਜੇ ਕੋ ਖਾਵੇ, ਜੇ ਕੋ ਪਹੁੰਚਾਏ, ਖਾ ਕੇ ਪਚਾ ਜਾਵੇ। ਫਿਰ ਜੇ ਖਾ ਕੇ ਮਾੜਾ ਮੋਟਾ ਦਿਸਣ ਲੱਗ ਗਿਆ, ਦੱਸਣ ਲੱਗ ਜਾਣਾ ਲੋਕਾਂ ਨੂੰ, ਫਿਰ ਉਹਨੂੰ ਰੋਟੀ ਬੰਦ ਕਰ ਦਿੰਦੇ। ਘਰ ਦੇ ਕਹਿੰਦੇ ਇਹ ਉਲਟੀਆਂ ਕਰਦਾ, ਇਹਨੂੰ ਤੇ ਬੰਦ ਕਰ ਦਿਓ। ਸੋ ਸਭ ਤੋਂ ਵੱਡਾ ਗੁਣ ਹੈ ਸੱਚ ਬੋਲਣਾ। ਜਿਹਦੀ ਜੇਬ 'ਚ ਮੋਬਾਈਲ ਹੈ, ਮੇਰੇ ਖਿਆਲ ਤੋਂ ਉਹ ਤਾਂ ਝੂਠ ਨਾਲ ਹੀ ਜੁੜਿਆ ਹੁੰਦਾ। ਕਿਤੇ ਹੈ, ਦੱਸਦਾ ਕਿਤੇ ਹੈ। ਬਸ ਇੱਥੇ ਆ ਗਏ ਹਾਂ ਅਸੀਂ। ਝੂਠ ਤਾਂ ਕੋਲ ਹੀ ਆ। ਚਾਹੇ ਹਾਸੇ ਪਾਣੇ ਬੋਲ ਲਓ, ਚਾਹੇ ਜਾਣ ਬੁੱਝ ਕੇ ਬੋਲ ਲਓ। ਜਿਹੜੀ ਜ਼ਹਿਰ ਹੈ, ਜ਼ਹਿਰ ਨੇ ਚਾਹੇ ਤੁਸੀਂ ਜਾਣ ਬੁੱਝ ਕੇ ਖੁਸ਼ੀ ਨਾਲ ਖਾ ਲਓ, ਚਾਹੇ ਅਣਜਾਣਪੁਣੇ 'ਚ ਖਾ ਲਓ, ਚਾਹੇ ਧੱਕੇ ਨਾਲ ਅੰਦਰ ਛੱਡ ਦਿਓ, ਜ਼ਹਿਰ ਨੇ ਬੰਦਾ ਮਾਰ ਦੇਣਾ। ਇੱਦਾਂ ਝੂਠ ਨੇ ਅਸਰ ਵੀ ਕਰਨਾ, ਝੂਠ ਨੇ ਵੀ ਅਸਰ ਕਰਨਾ, ਤੇ ਝੂਠ ਨੇ ਵੀ ਅਸਰ ਕਰਨਾ। ਜਿਹਨਾਂ ਤਰੱਕੀ ਚਾਹੁੰਦਾ ਧਾਰਮਿਕ ਪੱਖ ਦੇ ਅੰਦਰ, ਇਹ ਗੁਣਾਂ ਨੂੰ ਗ੍ਰਹਿਣ ਕਰੋ। ਪਹਿਲਾਂ ਝੂਠ ਛੱਡੇ, ਸੰਤੋਖੀ ਹੋਵੇ, ਕਿਸੇ ਦਾ ਹੱਕ ਨਾ ਖਾਵੇ। 5 ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਜੇ ਕਿਰਪਾਨ ਪਾ ਕੇ ਲੋਕਾਂ ਦੇ ਬੰਨੇ ਵੱਢਣੋਂ ਨਾ ਹਟੇ, ਫਿਰ ਕਾਹਦਾ ਸਿੱਖ ਹੈ ਉਹ। ਗੁਰ ਪੀਰ ਹਾਮਾ ਤਾਂ ਪਰੇ, ਜਾ ਮਰਦਾਰ ਨਾ ਖਾਏ, ਹੱਕ ਪਰਾਇਆ ਨਾਨਕਾ ਉਹ ਸੂਰ ਸਗਾਏ। ਗੁਰੂ ਗ੍ਰੰਥ ਸਾਹਿਬ ਕਹਿੰਦੇ ਮੇਰਾ ਸਿੱਖ ਨਹੀਂ ਆ ਉਹ ਸਿੱਖ ਭਾਵੇਂ ਕਹੀ ਜਾਵੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ। ਗੁਰੂ ਕਹਿੰਦਾ ਮੇਰਾ ਨਹੀਂ। ਸਾਰਿਆਂ ਦਾ ਧੰਨਵਾਦ ਜੀ। ਰਸਨਾ ਪਵਿੱਤਰ ਕਰੋ ਜੀ। ਵਾਹਿਗੁਰੂ ਜੀ ਕਾ